ਲਓ ਜੀ, ਹੁਣ ਕੀ ਕਹੀਏ ਦੱਸੋ, ਕਹੀਏ ਕੀ ਹੁਣ ਦੱਸੋ। ਗੱਲ ਤਾਂ ਇਹ ਹੈ ਨਾ ਕਰਨ ਵਾਲੀ ਵੀ ਮਤਲਬ ਅੱਜ ਕੁਛ ਹੁੰਦਾ ਕੱਲ੍ਹ ਨੂੰ ਕੁਛ ਹੋ ਜਾਂਦਾ। ਚਲੋ ਅੱਜ ਹੋ ਜੇ ਕੱਲ੍ਹ ਹੋ ਜੇ ਫਿਰ ਤਾਂ ਸਮਝ ਆਉਂਦੀ ਹੈ ਗੱਲ, ਪਰ ਇੱਥੇ ਦੇ ਦੁਪਹਿਰੇ ਸ਼ਾਮੀ ਤਕਾਲੀ ਹਨੇਰੇ ਮਨੇਰੇ ਕੁਛ ਪਤਾ ਨਹੀਂ ਕਦੋਂ ਕੀ ਹੋ ਜਾਵੇ। ਸੋ ਜੋ ਕੁਛ ਇਸ ਵਕਤ ਪੰਜਾਬ 'ਚ ਵਾਪਰ ਰਿਹਾ ਜੀ, ਇਹ ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕਰ ਰਿਹਾ ਸੀ ਵੀ ਭਾਈ ਸਾਹਿਬ ਹੁਣ ਤਾਂ ਵਿਚਾਰੇ ਸੂਤਰ ਵੀ ਕਹਿੰਦੇ ਵੀ ਸਾਡੇ ਸੂਤਰ ਨਹੀਂ ਆ ਰਿਹਾ ਵੀਰ ਵੀ ਇਹ ਕੀ ਕੁਛ ਵਾਪਰ ਰਿਹਾ। ਅੱਜ ਜੋ ਕੁਛ ਹੋਇਆ ਆਪਾਂ ਉਹਦੀ ਗੱਲਬਾਤ ਕਰਾਂਗੇ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਤੇ ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਨਾਲ ਮੇਰੇ ਵੀਰ ਪਰਮਵੀਰ ਬਾਠ ਹੋਰੀ। ਬਾਠ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਆਪਣਾ ਸੁਣਾਓ? ਠੀਕ ਠਾਕ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੋਈ ਤੁਹਾਡਾ ਸੂਤਰ ਆ ਰਿਹਾ ਕਿ ਨਹੀਂ ਆ ਰਿਹਾ? ਹਾਂ, ਨਹੀਂ ਮੇਰਾ ਸੂਤਰ ਆਇਆ। ਨਹੀਂ ਤੁਹਾਡਾ ਤੇ ਫਿਰ ਹੁਣ ਆਉਣਾ ਹੀ ਆ ਨਹੀਂ ਜਦੋਂ ਖਬਰਾਂ ਲੱਭ ਗਈਆਂ। ਸੂਤਰ ਨਹੀਂ, ਖਬਰਾਂ ਜਿਹੜੀਆਂ ਤੁਸੀਂ ਦੱਸਣੀਆਂ ਉਹ ਨਹੀਂ ਲੱਭੀਆਂ, ਖਬਰਾਂ 4 ਹੋਰ ਲੱਭੀਆਂ। ਅੱਛਾ, ਮੈਂ ਉਹ ਦੱਸਣ ਲੱਗਿਆ ਕਿਉਂਕਿ ਸਾਰੀ ਰਾਤ ਨਾ ਜਦੋਂ ਪੰਜਾਬ 'ਚ ਦਿਨ ਸੀ ਤਾਂ ਇੱਥੇ ਰਾਤ ਸੀ, ਘੰਟੀਆਂ ਖੜਕਦੀਆਂ ਰਹੀਆਂ, ਟੈਲੀਫੋਨ ਖੜਕਦੇ ਰਹੇ ਆ। ਪੁੱਛੋ ਕਿਉਂ? ਉਹ ਤੇ ਲਗਭਗ ਲੋਕ ਅੰਦਾਜ਼ਾ ਲਾ ਹੀ ਸਕਦੇ ਨਾ ਵੀ ਤੁਹਾਨੂੰ ਫੋਨ ਕਰਕੇ ਪੁੱਛਿਆ ਫਿਰ ਮੈਂ ਦੇ ਦਿਆਂ ਅਸਤੀਫਾ। ਨਹੀਂ, ਇੱਦਾਂ ਨਹੀਂ, ਹੋਰ ਕਿਸੇ ਦੀਆਂ ਖੜਕਦੀਆਂ ਨਹੀਂ। ਉਹ ਦੱਸਦਾ ਸਬ ਇੰਸਪੈਕਟਰਾਂ ਦੀ ਭਰਤੀ ਹੋਈ ਸੀ ਨਾ, ਉਹਦੇ ਲਈ ਪੇਪਰ ਦਿੱਤਾ ਗਿਆ ਸੀ ਨਾ, ਰਿਜ਼ਲਟ ਅਜੇ ਆਉਣਾ ਨਾ। ਬਹੁਤ ਸਾਰੇ ਨੌਜਵਾਨਾਂ ਨੇ ਇਹ ਕਿਹਾ ਕਿ ਉਹ ਭਰਤੀ ਜਿਹੜੀ ਹੈ ਉਹਦਾ ਪੇਪਰ ਰੱਦ ਹੋਣਾ ਚਾਹੀਦਾ ਕਿਉਂਕਿ ਪਰਚੇ ਦਰਜ ਹੋ ਰਹੇ ਆ, ਨਕਲ ਹੋ ਰਹੀ ਹੈ। ਤੇ ਬਹੁਤ ਸਾਰਿਆਂ ਨੇ ਕਿਹਾ ਕਿ ਜੇ ਐਤਕੀ ਸਾਡਾ ਚਾਂਸ ਮਿਸ ਹੋ ਗਿਆ ਤਾਂ ਅਸੀਂ ਓਵਰੇਜ ਹੋ ਜਾਣਾ। ਦੂਸਰਾ, ਮੁਹਾਲੀ ਦੇ ਵਿੱਚ, ਖਰੜ ਦੇ ਵਿੱਚ, ਕੁਰਾਲੀ ਦੇ ਵਿੱਚ ETT ਬੇਰੁਜ਼ਗਾਰ ਅਧਿਆਪਕ ਬਹੁਤ ਸਾਰੇ ਇਕੱਠੇ ਹੋਏ, ਮੁੱਖ ਮੰਤਰੀ ਸਾਹਿਬ ਦੇ ਘਰ ਵੱਲ ਨੂੰ ਜਾਣਾ ਸੀ। ਤੀਸਰਾ, ਕਈ ਟੈਂਕੀ ਦੇ ਉੱਤੇ ਚੜ੍ਹਿਓ ਆ। ਚੌਥਾ, ਪਤਾ ਨਹੀਂ ਕਿਉਂ ਜਦੋਂ ਅੱਖ ਲੱਗਦੀ ਸੀ ਮੂਹਰੇ ਗੁਲਾਬੀ ਸੁੰਡੀ ਆਉਂਦੀ ਸੀ ਅੱਖਾਂ ਦੇ। ਤੇ 5ਵੇਂ ਨੰਬਰ ਦੇ ਉੱਤੇ ਜੇ ਦੂਜਾ ਪਾਸਾ ਲੈ ਕੇ ਸੌਂਦੇ ਸੀ ਤਾਂ ਫਿਰ ਕਿਸਾਨ ਨਜ਼ਰ ਆਉਂਦੇ ਸੀ। ਹੁਣ ਐਂ ਜੀ ਕਰਦਾ ਸੀ ਕਿ ਪੰਜਾਬ ਦੇ ਸਾਰੇ ਸਿਆਸਤਦਾਨ ਕੋਈ ਸਬ ਇੰਸਪੈਕਟਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਹੋਏ ਰੌਲੇ ਗੌਲੇ ਦਾ ਜ਼ਿਕਰ ਕਰੇ, ਉਹਨਾਂ ਨੂੰ ਠੰਡੀ ਹਵਾ ਦਾ ਬੁੱਲਾ ਆਵੇ, ਕੋਈ ETT ਦੇ ਬੇਰੁਜ਼ਗਾਰ ਅਧਿਆਪਕਾਂ ਦੀ ਗੱਲ ਕਰੇ, ਕੋਈ ਗੁਲਾਬੀ ਸੁੰਡੀ ਦੇ ਖਾਤਮੇ ਵੱਲ ਨੂੰ ਤੇ ਉਹਦੇ ਮੁਆਵਜ਼ੇ ਵੱਲ ਨੂੰ ਤੁਰੇ, ਕੋਈ ਕੇਂਦਰ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇ ਕਿ ਭਾਈ ਕਿਸਾਨਾਂ ਦਾ ਕੁਝ ਸੋਚੋ। ਪਰ ਇਹ 4 ਚੀਜ਼ਾਂ ਮਨ ਦੇ ਵਿੱਚ ਘੁੰਮਦੇ ਰਹੀਆਂ ਤੇ ਦੂਜੇ ਪਾਸੇ ਉਹੀ ਪੰਜਾਬ ਕਹਿੰਦੇ ਹੈ ਹਾਂਜੀ ਇੱਦਾਂ ਹੋ ਗਿਆ। ਆਹੀ ਤੇ ਰੌਲਾ ਨਾ। ਦੇਖੋ ਕਾਰਨ ਇਹ ਆ ਕਿ ਵੀ ਇਹ ਗੱਲ ਇਹ ਵੀ ਆ, ਮੰਨ ਲਓ ਆਪਾਂ ਦੋਵੇਂ ਵੀਰ ਅੱਜ ਮੰਨ ਲਓ ਵੀ ਜਿਹੜੀ ਗੱਲ ਦੇ ਉੱਪਰ ਹੈ ਨਿਕਲਦਾ ਉਹਦੀ ਗੱਲ ਨਹੀਂ ਕਰਦੇ। ਆ ਜਿਹੜੀ ਗੱਲ ਤੁਸੀਂ 4 ਕਹੀ ਆ, ਇਹੋ ਜਿਹੀਆਂ ਮੇਰੇ ਖਿਆਲ ਨਾਲ ਕਈ ਹੋਰ ਵਿੱਚ ਆਪਾਂ ਲਾ ਕੇ ਉਹਨਾਂ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਲੱਗ ਪਈਏ। ਫਿਰ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਕਹਿਣਾ ਹਾਂ ਯਾਰ ਉਹ ਮਸਲੇ ਤੇ ਹੈਗੇ ਆ, ਪਰ ਉਹ ਅਸਤੀਫਾ ਕਿਉਂ ਦੇ ਗਿਆ ਬੰਦਾ? ਵੀ ਗੱਲ ਉਹ ਕਰੋ, ਹੈ ਨਾ। ਹੁਣ ਚਲੋ ਜਿਸ ਹਿਸਾਬ ਦੀ ਡਿਮਾਂਡ ਹੋਵੇ ਉਸ ਹਿਸਾਬ ਦੀ ਗੱਲ ਕਰਨੀ ਪੈਣੀ। ਮੈਨੂੰ ਲੱਗਦਾ ਵੀ ਦੇਖੋ ਸਿੱਧੂ ਸਾਹਿਬ ਅਸਤੀਫਾ ਦੇ ਗਏ ਤੇ ਸਾਰਿਆਂ ਨੂੰ ਪਤਾ ਕੋਈ ਨਵੀਂ ਖਬਰ ਨਹੀਂ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਹੁਣ ਕਿੰਨੀਆਂ ਸਾਰੀਆਂ ਖਬਰਾਂ ਨੇ ਜਿਹੜੀਆਂ ਇੱਧਰੋਂ ਉੱਧਰ ਨਿਕਲਦੀਆਂ ਤੇ ਆਪਾਂ ਹੌਲੀ ਹੌਲੀ ਫਿਰ ਉੱਦਾਂ ਫੁਲਕਾ ਸੇਕ ਕੇ ਵੇਖ ਲੈਂਦੇ ਹਾਂ ਵੀ ਕਿਹੜਾ ਕਿੱਥੋਂ ਕੱਚਾ। ਨਹੀਂ, ਆਈਏ ਬਾਰੀ ਬਾਰੀ, ਕਿਉਂਕਿ ਆਉਣਾ ਪਊਗਾ। ਕਿਉਂਕਿ ਜਿਹੜਾ ਬੰਦਾ ਅਜੇ 70-75 ਦਿਨ ਪਹਿਲਾਂ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਬਣਿਆ ਹੋਵੇ ਤਾਂ ਬੜਾ ਔਖਾ ਹੋ ਕੇ ਬਣਿਆ ਹੋਵੇ, ਉਹਦੀ ਮਰਜ਼ੀ ਦੇ ਮੁਤਾਬਕ ਕੈਪਟਨ ਸਾਹਿਬ ਗੱਦੀਓਂ ਲਿਥ ਵੀ ਗਏ ਹੁਣ ਤੇ ਨਵਾਂ ਮੁੱਖ ਮੰਤਰੀ ਬਣ ਗਿਆ ਹੋਵੇ, ਮੰਤਰੀਆਂ ਨੇ ਅਜੇ ਆ ਕੁਰਸੀ ਦੇ ਉੱਤੇ ਪਹਿਲੀ ਵਾਰੀ ਭਾਰ ਪਾਉਣਾ ਹੋਵੇ ਤੇ ਉਧਰੋਂ ਠਾਹ ਕਰਕੇ ਖਬਰ ਆ ਜਾਏ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੇ ਤੌਰ ਦੇ ਉੱਤੇ ਜਿਹੜੀ ਕੁਰਸੀ ਸਾਂਭੀ ਸੀ ਉਹਦਾ ਚੁੱਪ ਚਵੀਤੇ ਟਵੀਟ ਦੇ ਰਾਹੀਂ ਅਸਤੀਫਾ ਬੀਬੀ ਸੋਨੀਆ ਗਾਂਧੀ ਨੂੰ ਭੇਜ ਦਿੱਤਾ। ਇਹ ਖਬਰ ਕਈਆਂ ਦੀ ਹਿੱਕ ਤੇ ਹਥੌੜੇ ਵਾਂਗੂ ਵੱਜੀ ਸੀ। ਨਹੀਂ ਬਿਲਕੁਲ ਵੱਜੀ ਸੀ, ਪਰ ਉਹ ਜਿਨ੍ਹਾਂ ਦੇ ਹਥੌੜੇ ਵਾਂਗੂ ਵੱਜੀ ਬਹੁਤਿਆਂ ਦੇ ਮੇਰੇ ਖਿਆਲ ਨਾਲ ਰਾਹਤ ਆਈ ਸੀ। ਉਹ ਤੇਰਾ ਭਲਾ ਸ਼ੁਕਰਿਆ ਕਹਿੰਦੇ ਆ। ਹਾਂ, ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ ਨਾ, ਗੋਲੀ ਖਾ ਕੇ ਆਇਆ ਕਰਦੇ ਆ ਠੰਡਕ। ਹਾਂ, ਮਤਲਬ ਬਹੁਤਿਆਂ ਨੂੰ ਠੰਡਕ ਦਾ ਅਹਿਸਾਸ ਹੋਇਆ। ਚਲੋ ਹੁਣ ਮੈਨੂੰ ਲੱਗਦਾ ਵੀ ਆਪਾਂ ਹੌਲੀ ਹੌਲੀ ਇਹ ਵਿਚਾਰਨ ਵਾਲੇ ਪਾਸੇ ਤੁਰੀਏ। ਪਹਿਲਾਂ ਤਾਂ ਮੇਰੇ ਖਿਆਲ ਨਾਲ ਇਹੋ ਹੀ ਇੱਕ ਬਹੁਤ ਵੱਡਾ ਮਸਲਾ ਵੀ ਯਾਰ ਨਵਜੋਤ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ। ਹੁਣ ਜੇ ਤੇ ਆਪਾਂ ਆਫੀਸ਼ੀਅਲੀ ਕੋਈ ਲੱਭੀਏ ਤੇ ਆਫੀਸ਼ੀਅਲੀ ਤੇ ਉਹਨਾਂ ਦੇ ਅਸਤੀਫੇ ਦੀ ਲਾਈਨ ਇੱਕ ਉਹੀ ਲੱਭਦੀ ਹੈ ਜਿਹਦੇ ਵਿੱਚ ਉਹੀ ਗੱਲਾਂ, ਫਿਰ ਉਹ ਇਨਸਾਫ ਦੀਆਂ ਗੱਲਾਂ, ਕਰੈਕਟਰ ਦੀਆਂ ਗੱਲਾਂ, ਨਾਲ ਖੜਨ ਦੀਆਂ ਨਾਲ ਨਾ ਖੜਨ ਦੀਆਂ ਕਰਕੇ ਤੇ ਅਸਤੀਫਾ ਦੇ ਗਏ। ਉਦੋਂ ਬਾਅਦ ਨਾ ਉਹ ਬੋਲੇ ਤੇ ਨਾ ਅੱਧੀ ਰਾਤ ਤੱਕ ਜਿਹੜੇ MLA ਜਾਂ ਜਿਹੜੇ ਸਲਾਹਕਾਰ ਉਹਨਾਂ ਨੂੰ ਮਿਲਣ ਗਏ ਸੀ ਉਹਨਾਂ ਨੇ ਆ ਕੇ ਬਾਹਰ ਕੋ ਦੱਸਿਆ। ਪਰ ਦੂਜੇ ਪਾਸੇ ਉਹ ਗੱਲਾਂ ਵੀ ਨੇ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਚਰਚਾ ਸੀ ਜਾਂ ਫਿਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਹੁਣ ਚਰਚਾ 'ਚ ਲਿਆਤੀਆਂ। ਪਹਿਲਾਂ ਆਪਾਂ ਉਹ ਵਿਚਾਰ ਲਈ ਵੀ ਇਹਨਾਂ 'ਚੋਂ ਕਾਰਨ ਕਿਹੜਾ ਜਾਪਦਾ, ਬਾਕੀ ਪਰਿਵਾਰ ਦੇ ਮੈਂਬਰ ਸਮਝ ਲੈਣ। ਵਿਰੋਧੀ ਪਾਰਟੀਆਂ ਨੂੰ ਤੁਰ ਪਾਓ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਨੂੰ ਤੁਰੇ ਜਾਂਦੇ ਕਹਿੰਦੇ ਕਿ ਆਹ ਦੇਖੋ ਜੀ ਮੈਂ ਤਾਂ ਵਿਰੋਧੀ ਪਾਰਟੀ ਨੇ, ਕੈਪਟਨ ਸਾਹਿਬ ਤਾਂ ਅਜੇ ਕਾਂਗਰਸ 'ਚ ਯਾਰ। ਆਹੋ ਗੱਲ ਤਾਂ ਤੁਹਾਨੂੰ ਵੀ ਪਤਾ ਹੋਣੀ। ਜਿਹੜਾ ਬੰਦਾ ਕਹਿੰਦਾ ਸੀ ਕਿ ਭਾਈ ਸਿੱਧੂ ਨਾ ਮੁੱਖ ਮੰਤਰੀ ਬਣੇ, ਜਿਹੜਾ ਮਰਜ਼ੀ ਬਣ ਜਾ, ਵਿਰੋਧੀ ਪਾਰਟੀਆਂ ਵਾਲੇ ਤਾਂ ਫੇਕ ਘੁੱਟ ਕਨੇਡੇ ਲੱਗਦੇ ਹੋਣੇ ਆ। ਚਲੋ ਮਤਲਬ ਫਿਲਹਾਲ ਦੇ ਹਿਸਾਬ ਨਾਲ ਕੈਪਟਨ ਸਾਹਿਬ ਅਜੇ ਕਾਂਗਰਸ 'ਚ, ਕੱਲ ਦਾ ਨਾਮ ਪਤਾ ਨਹੀਂ, ਕੱਲ ਦਾ ਪਤਾ ਨਹੀਂ। ਹੁਣ ਉਹ ਕਹਿੰਦੇ ਮੈਂ ਤਾਂ ਪਹਿਲੇ ਹੀ ਦੱਸਿਆ ਸੀ ਕਿ ਬਾਰਡਰ ਸਟੇਟ ਦੇ ਵਿੱਚ ਇਸ ਬੰਦੇ ਨੂੰ ਵੱਡੀ ਕੋਈ ਜ਼ਿੰਮੇਵਾਰੀ ਦੇ ਨਾ ਦਿਓ, ਇਹ ਬੰਦਾ ਸਥਿਰ ਨਹੀਂ ਹੈਗਾ।
ਇਸ ਬੰਦੇ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ, ਪਾਰਟੀਆਂ ਨਾਲ ਰਲ ਕੇ ਚੱਲ ਨਹੀਂ ਸਕਦਾ। ਚੰਨੀ ਸਾਹਿਬ ਨੂੰ ਬਰਦਾਸ਼ਤ ਨਹੀਂ ਕੀਤਾ, ਕਈ ਮੰਤਰੀਆਂ ਦੇ ਅਹੁਦੇ ਸਾਂਭਣ ਤੇ ਇਤਰਾਜ਼ ਇਸ ਬੰਦੇ ਨੂੰ। ਮੈਂ ਤਾਂ ਕਹਿੰਦੇ ਬੀਬੀ ਸੋਨੀਆ ਗਾਂਧੀ ਨੂੰ ਬੇਨਤੀ ਕਰਦਾ ਕਿ ਭਾਈ ਪਹਿਲਾਂ ਬਾਕੀ ਕੰਮ ਬਾਅਦ ਚ ਕਰਿਓ, ਜੇ ਰੋਟੀ ਖਾਣੇ ਹੋ ਜਿਹੜੀ ਬੁਰਕੀ ਤੋੜੀ ਆ ਮੂੰਹ 'ਚ ਬਾਅਦ ਚ ਪਾਇਓ, ਭਲਾ ਅਸਤੀਫਾ ਮਨਜ਼ੂਰ ਕਰੋ। ਯਾਨੀ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪ੍ਰਤੀਕਿਰਿਆ ਇਹੀ ਸੀ ਕਿ ਬੰਦਾ ਕਾਬਿਲ ਨਹੀਂ। ਤੇ ਦੂਸਰੇ ਪਾਸੇ ਹੋਰ ਕਈ ਧਿਰਾਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਖੁਸ਼ ਨਜ਼ਰ ਆਏ, ਚਿਹਰੇ ਤੇ ਖੇੜਾ ਸੀ, ਹਾਸਾ ਸੀ, ਮੁਸਕਰਾਹਟ ਸੀ, ਉਤਸ਼ਾਹ ਸੀ, ਜਲਾਅ ਸੀ। ਉਹ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮਿਸਗਾਈਡਡ ਮਿਜ਼ਾਈਲ ਹੈ। ਪਹਿਲਾਂ ਕੈਪਟਨ ਤਬਾਹ ਕੀਤਾ ਤੇ ਹੁਣ ਕਾਂਗਰਸ ਨੂੰ ਕਰਨ ਲੱਗਿਆ। मतलब वो तो इदा सी ना, मतलब जरा मुस्कुराइए क्योंकि सिद्धू ने इस्तीफा दिया है। चलो सुखबीर बादल साहब की खुशी तो समझ आती है, पर उन्होंने मिसगाइडेड मिजाइल तो इलावा होर कुछ बहुता नहीं किया। हाँ इन्ना जरूर जाते जाते सलाह दे गए, कहते यार वो बंदा बंबे चल जाए, यार उत्थे बहुत लोड़ आ, ਉਹਦੀ ਇੱਥੇ ਲੋੜ है नहीं पंजाब च, है ना। ਐਵੇਂ ਤੰਗ ਕਰਦਾ ਹੀ ਵਾਰ-ਵਾਰ ਕਦੀ ਕੈਪਟਨ ਨੂੰ ਕਰ ਲਿਆ, ਕਦੀ ਕਾਂਗਰਸ ਨੂੰ ਕਰ ਲਿਆ, ਕਦੀ ਹੋਰ ਕਿਸੇ ਨੂੰ ਕਰ ਲਿਆ। ਪਰ ਜਿਹੜਾ ਜੇ ਆਪਾਂ ਮੰਨ ਲਓ ਵੀ ਇਹ ਅਕਾਲੀ ਦਲ ਦੇ ਓਵਰਆਲ ਬਿਆਨਾਂ ਦੀ ਗੱਲ ਕਰੀਏ ਤਾਂ ਬਹੁਤਾ ਜਿਹੜਾ ਮੇਰੇ ਖਿਆਲ ਨਾਲ ਵਿਕਰਮ ਮਜੀਠੀਆ ਹੋਰਾਂ ਨੇ ਗੱਲ ਨੂੰ ਐਕਸਪਲੇਨ ਕੀਤਾ, ਉਹਦੇ 'ਚ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਵੀ ਦੇਖੋ ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਵੀ ਬੰਦਾ ਚੌਧਰ ਚਾਹੁੰਦਾ, ਜਦੋਂ ਚੌਧਰ ਮਿਲੀ ਨਹੀਂ ਤੇ ਉਹਨੇ ਵੇਖਿਆ ਵੀ ਭਾਈ ਸਾਹਿਬ ਉਹ ਮੇਰੀ ਤੇ ਇੱਥੇ ਦਾਲ ਨਹੀਂ ਗਲਣੀ। ਤੇ ਦੂਜਾ ਜਿਹੜਾ ਐਂਗਲ ਉਹਨਾਂ ਨੇ ਉਹੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਬਸਪਾ ਦੇ ਨਾਲ ਗੱਠਜੋੜ ਹੋਇਆ ਸੀ ਤੇ ਅਕਾਲੀ ਦਲ ਨੇ ਆਪਣੇ ਆਪ ਨੂੰ ਹਰੇਕ ਸਟੇਜ ਦੇ ਉੱਪਰ ਜਾ ਕੇ ਦਰਸਾਇਆ ਸੀ ਕਿ ਦੇਖੋ ਜੀ ਇਹ ਆ ਭਰਾਤਰੀ ਭਾਵ, ਇਹ ਹੈ ਵੀ ਮਤਲਬ ਇੱਕ ਸਿੱਖ ਦੇ ਤੌਰ ਤੇ ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਗੱਲ, ਇਹ ਆ ਵੀ ਊਚ ਨੀਚ ਆਪਾਂ ਖਤਮ ਕਰਕੇ ਇੱਕੋ ਜਿਹਾ ਰਾਜ ਲਿਆਉਣਾ। ਤੇ ਕਹਿੰਦੇ ਵੀ ਜੇ ਉਹਨਾਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਚਰਨਜੀਤ ਚੰਨੀ ਉਹਨਾਂ ਨੂੰ ਉਹਦਾ ਮਿਲਿਆ ਤੇ ਇਹ ਬੰਦੇ ਨੂੰ ਪਚਿਆ ਨਹੀਂ, ਉਹਨਾਂ ਨੇ ਇਹ ਐਂਗਲ ਦਿੱਤਾ। ਨਹੀਂ ਐਂਗਲ ਉਹਨਾਂ ਦਾ ਦੇਣਾ ਬਣਦਾ ਵੀ ਸੀਗਾ, ਇਸ ਕਰਕੇ ਬਣਦਾ ਸੀ ਕਿਉਂਕਿ ਜਦੋਂ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤੇ ਅਕਾਲੀ ਦਲ ਦਾ ਉਹ ਪੈਂਤੜਾ ਥੋੜ੍ਹਾ ਜਿਹਾ ਖੁੰਡਾ ਹੋ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ ਤੇ ਇਹ ਵੀ ਕਿਹਾ ਸੀ ਕਿ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਇੱਕ ਸ਼ਖਸੀਅਤ ਜਿਹੜੀ ਹੈ ਜੇ ਸਾਡੀ ਸਰਕਾਰ ਬਣੀ ਤਾਂ ਉਪ ਮੁੱਖ ਮੰਤਰੀ ਬਣੋ। ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਲੱਗਦਾ ਸੀ ਕਿ ਸਰਕਾਰ ਸਾਡੀ ਵੱਟ ਤੇ ਪਈ ਹੈ ਤੇ ਅਸੀਂ ਉਹ ਸਰਕਾਰ ਚੱਕ ਕੇ ਸਿਰਫ ਟੇਬਲ ਦੇ ਉੱਤੇ ਰੱਖਣੀ ਹੈ, ਉਹ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਤੇ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਦੇ ਖੜਨ ਦੇ ਨਾਲ ਲੱਗਦਾ ਸੀ ਕਿ ਇੱਕ ਰੁਕਾਵਟ ਜੀ ਬਣ ਗਈ ਹੈ। ਪਰ ਹੁਣ ਸਿੱਧੂ ਸਾਹਿਬ ਦਾ ਅਸਤੀਫਾ ਆਇਆ, ਨਾਲ ਹੀ ਉਹਨਾਂ ਨੇ ਉਧਰਲੇ ਪਾਸੇ ਨੂੰ ਐਂਗਲ ਮੋੜ ਦਿੱਤਾ, ਥੋੜੀ ਜਿਹੀ ਚੂੜੀ ਕੱਸ ਦਿੱਤੀ ਕਿ ਭਾਈ ਇਹ ਬੰਦਾ ਖੁਸ਼ ਨਹੀਂ ਤੇ ਅਕਾਲੀ ਦਲ ਨੂੰ ਇੱਕ ਵਾਰੀ ਫੇਰ ਲੱਗਦਾ ਕਿ ਭਾਈ ਸਾਡੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੇ ਹੁਣ ਅਗਲੇ ਪਾਸੇ ਨੂੰ ਤੁਰ ਪਏ ਅਗਲੇ। ਨਹੀਂ ਹੁਣ ਦੇਖੋ ਅਕਾਲੀ ਦਲ ਨੇ ਤੇ ਮੇਰੇ ਖਿਆਲ ਨਾਲ ਇਹ ਵਾਲਾ ਜਿਹੜਾ ਐਂਗਲ ਹੈ ਉਹਨਾਂ ਨੂੰ ਸੂਟ ਬੈਠਦਾ ਨਾ, ਇਸ ਕਰਕੇ ਉਹਨਾਂ ਨੇ ਇਹ ਵਾਲਾ ਐਂਗਲ ਦੇ ਲਿਆ। ਹੁਣ ਇਹੋ ਜਿਹਾ ਐਂਗਲ ਜਿਹੜਾ ਉਹ ਭਾਜਪਾ ਵਾਲੇ ਵੀ ਦਿੰਦੇ ਆ, ਉਹ ਕਹਿੰਦੇ ਦੇਖੋ ਕਿੰਨਾ ਕਲੀਅਰ ਸੀਗਾ। ਪਹਿਲੀ ਗੱਲ ਤੇ ਮਤਲਬ ਉਹ ਚੁੱਗ ਸਾਹਿਬ ਦਾ ਬਿਆਨ ਵੀ ਸੀ, ਅਸ਼ਵਨੀ ਸ਼ਰਮਾ ਸਾਹਿਬ ਵੀ ਕਹਿੰਦੇ ਵੀ ਅਕਲ ਦਾੜ ਸਾਡੇ ਵੱਲ ਵੇਖ ਕੇ ਉੱਗੀ ਕਾਂਗਰਸ ਦੀ, ਕਿਉਂਕਿ ਅਸੀਂ ਬਹੁਤ ਦੇਰ ਪਹਿਲਾਂ ਕਿਹਾ ਸੀ ਵੀ ਜਿੱਦਣ ਸਾਡੀ ਸਰਕਾਰ ਆਈ ਅਸੀਂ ਇਹਨਾਂ ਭਰਾਵਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਆਪਣਾ ਮੁੱਖ ਮੰਤਰੀ ਬਣਾਉਣਾ, ਇਹਨਾਂ ਸਾਡਾ ਆਈਡੀਆ ਚੋਰੀ ਕਰ ਲਿਆ, ਬੜੇ ਅੱਗੇ ਲਾ ਕੇ ਭੱਜੇ ਤੇ ਸਾਨੂੰ ਵਧੀਆ ਕਹਿੰਦੇ ਖੁਸ਼ੀ ਹੋਈ ਸਾਨੂੰ ਸਗੋਂ ਵੀ ਚਲੋ ਉਹ ਜਾਣੇ ਸਾਡੇ ਆਈਡੀਆ ਦਾ ਕਰਕੇ ਸੀ ਪੰਜਾਬ ਦੇ ਵਿੱਚ ਬਰਾਬਰਤਾ ਦੀ ਗੱਲ ਤੇ ਹੋਈ, ਪਰ ਇਸ ਬੰਦੇ ਨੂੰ ਕਹਿੰਦੇ ਮਨਜ਼ੂਰ ਨਹੀਂ ਸੀ। ਦੇਖਿਆ ਅਸਲ ਦੇ ਵਿੱਚ ਇਹਦੀ ਨੁਕਸੀ ਇੱਥੇ ਸੀਗਾ ਵੀ ਇਹਨਾਂ ਲੋਕਾਂ ਨੂੰ ਕਿੱਦਾਂ ਅੱਗੇ ਬਿਠਾਤਾ ਗਿਆ ਹੋਣਾ ਤੇ ਮੈਂ ਚਾਹੀਦਾ ਸੀ। ਮਤਲਬ ਅਕਾਲੀ ਦਲ ਦਾ ਸੇਮ ਐਂਗਲ ਲਗਭਗ ਬੀਜੇਪੀ ਨੇ ਫੜਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸੰਧਾਲੀਆ ਸਾਹਿਬ ਕਿ ਵਿਰੋਧੀ ਪਾਰਟੀਆਂ ਨੇ ਵੀ ਤੇ ਪਾਰਟੀ ਦੇ ਅੰਦਰੋਂ ਵੀ ਕੈਪਟਨ ਸਾਹਿਬ ਨੇ, ਰਵਨੀਤ ਸਿੰਘ ਬਿੱਟੂ ਹੋਰਾਂ ਨੇ, ਜਾਖੜ ਸਾਹਿਬ ਦਾ ਬਿਆਨ ਵੀ ਜਿਹੜਾ ਹੈ ਉਹਨਾਂ ਨੇ ਵੀ ਕਿਹਾ ਕਿ ਕ੍ਰਿਕਟ ਨਹੀਂ ਹੈਗੀ, ਹਾਈ ਕਮਾਂਡ ਦੀ ਇੱਕ ਤਰ੍ਹਾਂ ਦੀ ਤੋਹੀਨ ਹੈ, ਇੱਦਾਂ ਨਹੀਂ ਕਰਨਾ ਚਾਹੀਦਾ, ਯਕੀਨ ਨਹੀਂ ਤੋੜਨੇ ਚਾਹੀਦੇ। ਰਵਨੀਤ ਬਿੱਟੂ ਹੋਰਾਂ ਨੂੰ ਜਦੋਂ ਬਾਰ-ਬਾਰ ਪੁੱਛਿਆ ਅਗਲਿਆਂ ਨੇ ਵੀ ਆਖਿਆ ਕਿ ਦੇਖੋ ਨਾਂ ਨਹੀਂ ਲਿਆ, ਪਰ ਉਹ ਕਹਿੰਦੇ ਕੀ ਪਤਾ ਕੌਣ ਪਿੱਛੋਂ ਪਿੱਠ ਥਾਪੜਦਾ ਹੀ, RSS ਵਾਲੇ ਥਾਪੜਦੇ ਆ ਜਾਂ ਕੀ ਥਾਪੜਦੇ ਆ। ਉਹ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਚਾਰੇ ਪਾਸਿਓਂ ਹਮਲੇ ਹੋਏ। ਹੁਣ ਆਪਾਂ ਸੰਧਾਲੀਆ ਸਾਹਿਬ ਦੂਸਰੇ ਪੱਖ ਤੇ ਆਉਨੇ ਆ ਕਿ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਇਹ ਫੈਸਲਾ ਜਿਹੜਾ ਕੀਤਾ ਹੈ ਉਹ ਸਿਆਸੀ ਹੈ, ਕਿਸੇ ਹੋਰ ਤਰ੍ਹਾਂ ਦਾ ਕੁਝ ਵੀ ਹੋ ਸਕਦਾ, ਕਿਸੇ ਵੀ ਬੰਦੇ ਨੂੰ ਅਹੁਦੇ ਦੀ ਬਹੁਤ ਵੱਡੀ ਲਾਲਸਾ ਹੋ ਸਕਦੀ ਹੈ, ਕੋਈ ਵੀ ਬੰਦਾ ਦੂਸਰੇ ਨੂੰ ਬਰਦਾਸ਼ਤ ਸ਼ਾਇਦ ਨਾ ਕਰੇ, ਕਿਸੇ ਦੇ ਮਨ 'ਚ ਭਾਵਨਾ ਆ ਸਕਦੀ ਹੈ। ਬਹੁਤ ਸਾਰੇ ਲੋਕ ਕਹਿ ਰਹੇ ਜੀ ਸਿੱਧੂ ਸਾਹਿਬ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਹੋ ਸਕਦਾ। ਕਈ ਕਹਿੰਦੇ ਜੀ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਗ੍ਰਹਿ ਮੰਤਰਾਲਾ ਦਿੱਤੇ ਜਾਣ ਤੋਂ ਨਾਰਾਜ਼ ਸੀ, ਹੋ ਸਕਦਾ। ਕਈ ਬੰਦੇ ਕਹਿੰਦੇ ਜੀ ਉਹ ਇਸ ਕਰਕੇ ਨਾਰਾਜ਼ ਸੀ ਕਿ ਉਹਨਾਂ ਦੇ ਨੇੜਲੇ ਬਹੁਤ ਸਾਰੇ ਬੰਦੇ ਜਿਹੜੇ ਉਹਨਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸੀ, ਹਾਈ ਕਮਾਂਡ ਤੇ ਚੰਨੀ ਸਾਹਿਬ ਨੇ ਸੁਣੀ ਨਹੀਂ, ਹੋ ਸਕਦਾ ਕਿ ਇਸ ਗੱਲੋਂ ਵੀ ਨਾਰਾਜ਼ਗੀ ਹੋਵੇ ਕਿ ਭਾਈ ਮੇਰਾ ਨੰਬਰ ਤਾਂ ਸ਼ਾਇਦ 2022 ਚ ਵੀ ਨਹੀਂ ਲੱਗਣਾ। ਇਹ ਸਾਰੀਆਂ ਗੱਲਾਂ ਦੀ ਸੰਭਾਵਨਾ ਹੈ। ਇਹਨਾਂ ਗੱਲਾਂ ਨੂੰ ਮੋਹਰੇ ਰੱਖ ਕੇ ਸੋਸ਼ਲ ਮੀਡੀਆ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਮਿੱਟੀ ਬਥੇਰੀ ਪੱਟੀ ਜਾ ਰਹੀ ਹੈ। ਹੁਣ ਆਪਾਂ ਭੋਰਾ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਸੋਚਦੇ ਹਾਂ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ 1.5-2 ਹਫ਼ਤੇ ਹੋ ਗਏ ਸਰਕਾਰ ਬਣੀ ਨੂੰ, ਸਮਾਂ ਥੋੜਾ ਹੈ।
ਇਹ ਗੱਲ ਸਾਰੇ ਮੰਨਦੇ ਆ ਕਿ ਇਸ ਮੁੱਦੇ ਦੇ ਉੱਤੇ ਚਰਨਜੀਤ ਸਿੰਘ ਚੰਨੀ ਭਾਵੇਂ ਮੁੱਖ ਮੰਤਰੀ ਬਣੇ ਨੇ, ਪਰ ਕੈਪਟਨ ਸਾਹਿਬ ਨੂੰ ਲਾਉਣ ਤੇ ਨਵੀਂ ਸਰਕਾਰ ਬਣਾਉਣ ਦੇ ਵਿੱਚ ਜੇ ਸਭ ਤੋਂ ਵੱਡੀ ਭੂਮਿਕਾ ਕਿਸੇ ਬੰਦੇ ਦੀ ਹੈਗੀ ਆ ਤਾਂ ਨਵਜੋਤ ਸਿੰਘ ਸਿੱਧੂ ਦੀ ਹੈ। ਉਹਦੇ ਆਲੇ ਦੁਆਲੇ ਬਹੁਤ ਸਾਰੇ ਬੰਦੇ ਇਕੱਠੇ ਹੋਏ ਸੀ। ਕਿਸਾਨ ਅੰਦੋਲਨ ਚੱਲਦਾ, ਬੇਰੁਜ਼ਗਾਰੀ ਸਿਖਰ ਤੇ ਹੈ। ਉਸ ਮੌਕੇ ਤੇ ਇਦਾਂ ਦੀ ਸਿਆਸੀ ਸ਼ਤਰੰਜ ਚਾਹੀਦੀ ਨਹੀਂ ਸੀ, ਇਹ ਗੱਲ ਪੱਕੀ ਹੈ। ਕਿਉਂਕਿ ਜਦੋਂ 700 ਲਾਸ਼ਾਂ ਕਿਸਾਨ ਅੰਦੋਲਨ ਦੇ ਵਿੱਚੋਂ ਆ ਚੁੱਕੀਆਂ ਹੋਣ, ਉਸ ਵੇਲੇ ਅਸੀਂ ਸਿਆਸੀ ਤੌਰ ਤੇ ਇੱਕ ਦੂਜੇ ਦੇ ਥੋੜੇ ਮਾਰਦੇ ਫਿਰੀਏ, ਚੰਗਾ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਨਵਜੋਤ ਸਿੰਘ ਸਿੱਧੂ ਇਹ ਕਦਮ ਨਾ ਚੱਕਦੇ, ਕਿਉਂਕਿ ਉਹਨਾਂ ਨੇ ਉਹਦੇ ਵਿੱਚ ਕਿਹਾ ਸੀ ਕਿ ਸਮਝੌਤਾ ਨਹੀਂ ਕਰਨਾ ਪੰਜਾਬ ਦੇ ਭਵਿੱਖ ਨਾਲ, ਸਮਝੌਤਾ ਤੁਹਾਡੇ ਕਿਰਦਾਰ ਨੂੰ ਥੱਲੇ ਸਿੱਟਦਾ, ਦੋਸ਼ ਕਿਸੇ ਤੇ ਨਹੀਂ ਲਾਇਆ, ਇਹ ਵੀ ਕਿਹਾ ਕਿ ਰਹੂੰਗਾ ਕਾਂਗਰਸ 'ਚ। ਹੁਣ ਸੰਧਾਲੀਆ ਸਾਹਿਬ ਜੇ ਪਿਛਲੇ ਕੁਝ ਇੱਕ ਟਵੀਟ ਦੇਖੋ, ਮੁੱਦਾ ਕਿਹੜਾ ਚੱਕਿਆ ਸੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਿ ਇਨਸਾਫ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਸੁਮੇਧ ਸੈਣੀ ਹੋਰਾਂ ਦਾ ਜ਼ਿਕਰ ਕਰਦਿਆਂ ਟਵੀਟ ਕੀਤੇ ਸੀ। ਬਿਜਲੀ ਕਹਿੰਦੇ ਸੀ ਕਿ 3 ਰੁਪਏ ਚਾਹੀਦੀ ਆ, ਦੇਵਾਂਗੇ, ਹੈਗਾ ਹਿਸਾਬ ਕਿਤਾਬ 'ਚ ਆ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਉਹਨਾਂ ਨੇ ਖੁਦ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਦੋਂ ਕੀਤੀ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ, ਉਹਦੇ ਵਿੱਚ ਰੱਦ ਕਰੋ, ਗੱਲ ਆਈ ਸੀ। ਹੁਣ ਹਫ਼ਤੇ 10 ਦਿਨਾਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਹੋਣੇ ਸ਼ੁਰੂ ਹੋ ਜਾਣੇ ਸੀ। ਕੈਪਟਨ ਸਾਹਿਬ ਨੇ ਤਾਂ ਕਰਨੇ ਸ਼ੁਰੂ ਕਰਤੇ ਸੀ ਕਿ ਫੜ ਕੇ ਦਿਓ ਬੰਦੇ ਅੰਦਰ। ਰੇਤਾ ਵਾਲੇ ਤੁਸੀਂ ਕਹਿੰਦੇ ਸੀ ਮੇਰੇ ਨਾਲ ਮੰਤਰੀ ਆ, ਤੁਹਾਡੇ ਨਾਲ ਕਿਹੜੇ ਆ? ਯਾਨੀ ਅੱਜ ਬਹੁਤ ਸਾਰੇ ਸਵਾਲ ਨੇ ਤੇ ਹੋਣੇ ਵੀ ਚਾਹੀਦੇ। ਅਗਲਾ ਬੰਦਾ ਸੱਤਾਧਾਰੀ ਪਾਰਟੀ ਦਾ ਸੂਬਾ ਪ੍ਰਧਾਨ ਹੈ, ਪਰ ਸਵਾਲ ਇਹ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਜੇ ਅਸਤੀਫਾ ਦਿੱਤਾ ਤਾਂ ਉਹ ਠੀਕ ਹੈ ਜਾਂ ਉਹ ਅਸਤੀਫਾ ਨਾ ਦਿੰਦੇ ਉਹ ਠੀਕ ਸੀ। ਤੁਸੀਂ ਇੱਕ ਮੋਟੀ ਜੀ ਗੱਲ ਦੇਖੋ ਕਿ ਕੁਝ ਇੱਕ ਜਿਹੜੇ ਫੈਸਲੇ ਹੋਏ ਨੇ, ਐਡਵੋਕੇਟ ਜਨਰਲ APS ਦਿਓਲ ਉਹਨਾਂ ਦੀ ਨਿਯੁਕਤੀ ਹੋਈ। ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਮਾੜਾ ਨਹੀਂ, ਫੈਸਲਾ ਅਦਾਲਤਾਂ ਨੇ ਕਰਨਾ ਹੁੰਦਾ। ਕੋਈ ਬੰਦਾ ਵਕੀਲ ਹੋਵੇ ਜਿੱਦਾਂ ਮਰਜ਼ੀ ਕੇਸ ਲੜੇ, ਖੁੱਲੀ ਛੁੱਟੀ ਹੈ ਕਾਨੂੰਨ ਦੀ। ਹੁਣ ਕਿੰਨੇ ਬੰਦਿਆਂ ਨੇ ਵਿਰੋਧਤਾ ਕੀਤੀ ਕਿ ਭਾਈ ਉਹ ਸੁਮੇਧ ਸੈਣੀ ਹੋਰਾਂ ਦੇ ਵਕੀਲ ਨੇ, ਰਹੇ ਨੇ, ਕਈ ਹੋਰ ਬੰਦਿਆਂ ਦੇ ਵਕੀਲ ਰਹੇ ਨੇ, ਜਿਨ੍ਹਾਂ ਦੇ ਖਿਲਾਫ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਹੋਰ ਕਈ ਤਰ੍ਹਾਂ ਦੇ ਕੇਸਾਂ ਦੀ ਲੜਾਈ ਲੜਨੀ ਹੈ। ਮੁੱਦਾ ਇਹ ਉਭਾਰਿਆ ਜਾ ਰਿਹਾ ਸੀ ਕਿ ਐਸੀ ਬੇਲਣੇ ਦੇ ਵਿੱਚ ਬਾਂਹ ਕਿਹੜੀ ਆ ਗਈ ਨਵੀਂ ਸਰਕਾਰ ਦੀ, ਤੇ ਨਵੀਂ ਸਰਕਾਰ ਬਣਾਉਣ ਤੋਂ ਪਹਿਲਾਂ ਸਭ ਤੋਂ ਵੱਧ ਚੀਕਾਂ ਮਾਰ-ਮਾਰ ਕੇ ਜਿਹੜੇ ਬੰਦੇ ਨੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਦਿਵਾਉਣ ਦੀ ਗੱਲ ਆਖੀ ਸੀ ਉਹ ਨਵਜੋਤ ਸਿੰਘ ਸਿੱਧੂ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬਹੁਤੇ ਟਵੀਟ ਨਹੀਂ ਹੋਣੇ, ਹੋਰ ਕਿਸੇ ਵੀ ਬੰਦੇ ਦੇ ਬਹੁਤੇ ਟਵੀਟ ਨਹੀਂ ਹੋਣੇ। ਜੇ ਅਕਾਲੀਆਂ ਨੇ ਵੀ ਸਵਾਲ ਪੁੱਛਣਾ ਸੀ ਤਾਂ ਇੱਧਰ, ਭਾਜਪਾ ਨੇ ਵੀ ਸਵਾਲ ਪੁੱਛਣਾ ਸੀ ਤਾਂ ਇੱਧਰ, ਕੈਪਟਨ ਸਾਹਿਬ ਵੀ ਸਵਾਲ ਪੁੱਛਦੇ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ, ਜਾਂ ਉਹਦੇ ਸਹਾਇਕ ਪੁੱਛਦੇ ਸੀ। ਆਮ ਆਦਮੀ ਪਾਰਟੀ ਵਾਲੇ ਵੀ ਸਵਾਲ ਪੁੱਛਦੇ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ। ਜਾਣੀ ਇਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜੇ ਪਿਛਲੇ 3 ਮਹੀਨਿਆਂ 'ਚ ਚੁੱਪ ਹੀ ਨਹੀਂ ਰਹੇ, ਹਰ ਮੁੱਦੇ ਦੇ ਉੱਤੇ ਖੁੱਲ੍ਹ ਕੇ ਬੋਲਦੇ ਰਹੇ, ਭਾਵੇਂ ਸਰਕਾਰ ਉਹਨਾਂ ਦੀ ਆਪਣੀ ਸੀ ਭਾਵੇਂ ਕਿਸੇ ਦੀ ਸੀ। ਤਾਂ ਇਸ ਮੁੱਦੇ ਤੇ ਜਦੋਂ ਨਵੇਂ ਐਡਵੋਕੇਟ ਜਨਰਲ ਲੱਗੇ ਆ, ਜਦੋਂ ਪੰਜਾਬ ਪੁਲਿਸ ਦੇ ਨਵੇਂ ਮੁਖੀ ਲੱਗੇ ਆ, ਜਿਨ੍ਹਾਂ ਦੇ ਬਾਬਤ ਕਈ ਪੰਥਕ ਜਥੇਬੰਦੀਆਂ ਨੇ ਵੀ ਕਿਹਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪਹਿਲੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ, 2 ਸਿੱਖ ਭਰਾ ਜਿਹੜੇ ਨੇ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ, ਉਹਨਾਂ ਨੇ ਮਨਵਾ ਲਿਆ ਗਿਆ ਸੀ ਕਿ ਉਹਦੇ ਨਾਲ ਕਿੱਦਾਂ ਦਾ ਸੰਬੰਧ ਜੁੜਦਾ ਤੇ ਇਨਸਾਫ ਕਿੱਥੋਂ ਮਿਲ ਜੂਗਾ। ਉਸ ਮੁੱਦੇ ਤੇ ਸਾਨੂੰ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਗਿਆ ਸੀ ਕਿ ਨਹੀਂ, ਕਿਉਂਕਿ ਕਾਨੂੰਨੀ ਤੌਰ ਤੇ ਪੁੱਛਣਾ ਬਣਦਾ ਹੀ ਨਹੀਂ, ਉਹ ਸਰਕਾਰ 'ਚ ਨਹੀਂ ਹੈਗੇ, ਪਾਰਟੀ ਦੇ ਪ੍ਰਧਾਨ ਨੇ। ਜੇ ਤਾਂ ਨਵਜੋਤ ਸਿੰਘ ਸਿੱਧੂ ਚੁੱਪ ਰਹਿੰਦੇ, ਜਿੰਨੀਆਂ ਸਿਆਸੀ ਪਾਰਟੀਆਂ ਵਾਲੇ ਬੰਦੇ ਨੇ ਸਾਰਿਆਂ ਨੇ ਕਹਿਣਾ ਸੀ ਕਿ ਸਿੱਧੂ ਸਾਹਿਬ ਹੁਣ ਬੋਲੋ, ਚੁੱਪ ਕਿਉਂ ਆ। ਤੇ ਅੱਜ ਜੇ ਅਗਲੇ ਬੰਦੇ ਨੇ ਅਸਤੀਫਾ ਦੇ ਦਿੱਤਾ ਤੇ ਸਵਾਲ ਖੜੇ ਕਰਨੇ ਬਣਦੇ ਆ। ਪਰ ਫਿਰ ਮੈਂ ਕਹਿੰਦਾ, ਜੇ ਤਾਂ ਮੁੱਖ ਮੰਤਰੀ ਦੀ ਕੁਰਸੀ ਲਈ ਦਿੱਤਾ, ਜੇ ਆਪਣੇ ਬੰਦੇ ਫਿੱਟ ਕਰਾਉਣ ਨੂੰ ਅਸਤੀਫਾ ਦਿੱਤਾ, ਜੇ ਆਪਣੀ ਮਨਮਰਜ਼ੀ ਚਲਾਉਣ ਨੂੰ ਅਸਤੀਫਾ ਦਿੱਤਾ ਤਾਂ ਗਲਤ ਹੈ। ਪਰ ਜਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਸੀ, ਜਿਹੜੇ ਮੁੱਦਿਆਂ ਦੇ ਉੱਤੇ ਪ੍ਰਧਾਨਗੀ ਲਈ ਸੀ ਤੇ ਲੋਕਾਂ ਨੂੰ ਕਿਹਾ ਸੀ ਕਿ ਭਾਈ ਮੈਂ ਗੁਰੂ ਘਰ ਦਾ ਕੂਕਰ, ਜੇ ਬੇਅਦਬੀ ਦਾ ਇਨਸਾਫ ਨਾ ਮਿਲਿਆ ਤੇ ਉਹਦੇ ਕੀ ਕਰਨੇ ਆ, ਤਾਂ ਜੇ ਉਹਨਾਂ ਮੁੱਦਿਆਂ ਦੇ ਉੱਤੇ ਅੱਜ ਚੁੱਪ ਰਹਿੰਦੇ ਤਾਂ ਭਲਕ ਨੂੰ ਵਿਧਾਨ ਸਭਾ ਦੀ ਚੋਣ ਛੇਤੀ ਹੈ। ਫਿਰ ਵਿਰੋਧੀਆਂ ਨੇ ਸਿਆਸੀ ਤੌਰ ਦੇ ਉੱਤੇ ਧੂਆਕੜੀ ਸੋਦੇ ਬਹੁਤ ਕਰਨੀ ਸੀ। ਨਹੀਂ ਤੇ ਵਿਰੋਧੀ ਹੁਣ ਕਿਹੜਾ ਫੁੱਲ ਪਾਉਂਦੇ ਆ। ਦੇਖੋ ਗੱਲ ਪਤਾ ਕੀ ਹੈ, WhatsApp ਸਿਆਸਤ ਜਿਹੜੀ ਨਾ ਪੰਜਾਬ ਦੀ, ਉਹ ਇੰਨੀ ਕੁ ਜ਼ਿਆਦਾ ਗੰਦਲੀ ਹੋ ਗਈ ਹੈ ਵੀ ਹਰੇਕ ਬੰਦਾ ਆਪਣੇ ਹਿਸਾਬ ਨਾਲ ਇੱਕ ਚੀਜ਼ ਨੂੰ ਦੇਖਦਾ। ਹੁਣ ਜਦੋਂ ਆਪਾਂ ਇਸ ਅਸਤੀਫੇ ਨੂੰ ਦੇਖ ਲਈਏ, ਅਸਤੀਫਾ ਸਿਰਫ 2 ਲਾਈਨਾਂ ਦਾ, ਸਿੱਧੂ ਸਾਹਿਬ ਚੁੱਪ ਨੇ, ਉਦੋਂ ਬਾਅਦ ਬਿਆਨ ਨਹੀਂ ਆਇਆ। ਪਰ ਹੁਣ ਜਿੰਨੇ ਐਂਗਲ ਆਪਾਂ ਗਣਾਤੇ, ਇਹ ਸਾਰੇ ਐਂਗਲਾਂ 'ਚੋਂ ਕੋਈ ਵੀ ਐਂਗਲ ਆਪਣਾ ਨਹੀਂ ਹੈਗਾ, ਇਹ ਵੱਖੋ-ਵੱਖ ਪੋਲੀਟੀਕਲ ਪਾਰਟੀਆਂ ਦੇ ਨੇ, ਵੱਖੋ-ਵੱਖ ਲੀਡਰਾਂ ਦੇ ਬਿਆਨ ਨੇ। ਹੁਣ ਇਹਦੇ 'ਚ ਇੱਕ ਚਰਚਾ ਇਹ ਵੀ ਚੱਲਦੀ ਸੀ ਪਰ ਸਿੱਧੂ ਸਾਹਿਬ ਨਾਲ ਕਾਹਲੀ ਕਰ ਗਏ, ਕਿਉਂਕਿ ਜੇ ਆਪਾਂ ਯਾਦ ਕਰਾਈਏ ਜਿੱਦਣ ਜਹਾਜ਼ ਵਾਲੀ ਫੋਟੋ ਸੀ ਵੀ ਉਹ ਹੋ ਜੀ ਆ ਲਓ, ਇਹ ਤਾਂ ਹੁਣ ਜਹਾਜ਼ ਤੇ, ਤਾਂ ਹੁਣ ਭਾਈ ਸਾਹਿਬ ਨਾਲ, ਇਹ ਤਾਂ ਹੁਣ ਕਿੱਥੇ, ਤਾਂ ਹੁਣ ਸੁਪਰ CM ਦੇ ਤੌਰ ਤੇ ਵਿਚਰਦੇ ਪਏ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਆ ਤੇ ਉਦੋਂ ਵੀ ਚੰਨੀ ਬਾਈ ਕਰਕੇ ਜਦੋਂ ਮੀਡੀਆ ਨੂੰ ਸੰਬੋਧਿਤ ਹੁੰਦੇ ਆ, ਉਹਦੇ 'ਚ ਉਹਨਾਂ ਕਿਹਾ ਵੀ ਬਸ ਐਂ ਦੇਖਿਓ ਹੁਣ ਹੁੰਦਾ ਕਿੱਦਾਂ ਸਾਰਾ ਕੁਝ।
ਲੋਕਾਂ ਨੂੰ ਆਸ ਜੀ ਵੱਜੀ ਵੀ ਯਾਰ ਇਹਦਾ ਮਤਲਬ ਇਹ ਹੋ ਗਿਆ ਵੀ ਸਾਰਾ ਕੁਝ ਗਿਣਮਿਤ ਕੀ ਸੈਟਿੰਗ ਹੈ ਵੀ ਮਿਲ ਜੁਲ ਕੇ ਚੱਲਣਗੇ, ਕਾਂਗਰਸ ਪਾਰਟੀ ਸ਼ਾਇਦ ਹੁਣ ਜਿਹੜੇ ਬੜੇ ਦੇਰ ਤੋਂ ਮਸਲੇ ਸੀ ਉਹ ਹੱਲ ਕਰਾ ਦੂ। ਪਰ ਉਦੋਂ ਬਾਅਦ 2-3 ਨਿਯੁਕਤੀਆਂ ਹੁੰਦੀਆਂ ਨੇ ਅੰਮ੍ਰਿਤਸਰ ਦੇ ਵਿੱਚ, ਲੋਕਲ ਉੱਥੇ ਉਸ ਜ਼ਿਲ੍ਹੇ 'ਚ ਆਪਾਂ ਕਹਿ ਲਓ। ਉਸ ਤੋਂ ਬਾਅਦ ਕਈ ਲੋਕਾਂ ਨੇ ਚਰਚਾ ਛੇੜ ਦਿੱਤੀ ਵੀ ਯਾਰ ਇਹ ਸਿੱਧੂ ਸਾਹਿਬ ਜਿਸ ਹਿਸਾਬ ਨਾਲ ਤੁਰ ਪਏ ਨੇ ਆਪਣੀ ਸੈਟਿੰਗ ਕੇ, ਕੁਝ ਬੰਦੇ ਪਾਰਟੀ 'ਚੋਂ ਬਣਾ ਲਓ, ਕੁਝ ਬੰਦੇ ਆਪਣੇ ਉੱਥੇ ਐਡਜਸਟ ਕਰ ਲਓ, ਇਹ ਕੰਮ ਕਰਨ ਦਾ ਕਰਕੇ ਇੰਨੀ ਦੇਰ ਤੋਂ ਜ਼ੋਰ ਲੱਗਿਆ ਸੀਗਾ, ਜਾਂ ਫਿਰ ਜਿਹੜੇ ਮਸਲੇ ਜਿਨ੍ਹਾਂ ਦਾ ਟਵੀਟ ਦੀ ਆਪਾਂ ਗੱਲ ਕਰਦੇ ਹਾਂ ਉਹ ਵਾਲੇ ਮਸਲਿਆਂ ਦੇ ਉੱਪਰ ਨਿਯੁਕਤੀਆਂ ਕਿਹਦੀਆਂ ਹੋਣੀਆਂ ਚਾਹੀਦੀਆਂ, ਪਹਿਲਾਂ ਉਧਰ ਧਿਆਨ ਦਿੱਤਾ ਜਾਣਾ ਚਾਹੀਦਾ ਸੀ। ਕੁਝ ਲੋਕ ਇਸ ਤਰ੍ਹਾਂ ਵੀ ਗੱਲ ਕਰਦੇ ਆ ਵੀ ਯਾਰ ਜੇ ਸਿੱਧੂ ਸਾਹਿਬ ਉਹਨਾਂ ਨਿਯੁਕਤੀਆਂ ਦੇ ਲਈ ਨਾ ਪੈਂਦੇ, ਕਿਉਂਕਿ ਕਾਰਨ ਹੈ ਨਾ ਵੀ ਅਗਲੇ ਬੰਦੇ ਨੇ ਕਹਿਣਾ ਵੀ ਹਾਂਜੀ ਜਦੋਂ ਮੰਨ ਲਓ ਵੰਡਣੇ ਆ ਭਾਂਡੇ, ਵੀ ਜੇ 4 ਗਲਾਸੀਆਂ ਕੌਲੀਆਂ ਇੱਕ ਪਾਸੇ ਰੱਖ ਲੀਆਂ ਤੇ ਦੂਜਾ ਬੰਦਾ ਜਦੋਂ ਰੱਖਣ ਲੱਗੂ ਤੇ ਆਖੂਗਾ ਨਾ ਵੀ ਪਹਿਲਾਂ ਇਹਨੇ ਰੱਖ ਲੀਆਂ ਜੀ ਹੁਣ ਮੇਰੀ ਵਾਰੀ ਹੈ। ਜੇ ਸਿੱਧੂ ਸਾਹਿਬ ਉਹ ਪਹਿਲੀਆਂ 4 ਨਿਯੁਕਤੀਆਂ ਵਾਲੇ ਪਾਸੇ ਨਾ ਪੈਂਦੇ ਤੇ ਪਹਿਲੇ ਜਿਹੜੀਆਂ ਇੰਪੋਰਟੈਂਟ ਨਿਯੁਕਤੀਆਂ ਸੀ ਉਹਨਾਂ ਦੇ ਉੱਪਰ ਆਪਣੀ ਰਾਏ ਰੱਖਦੇ ਵੀ ਦੇਖੋ ਜੀ ਆ ਬਾਕੀ ਸਾਰਾ ਕੁਝ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਆ, ਪਹਿਲਾਂ ਆਹ ਵਾਲੇ ਮਸਲੇ ਨੇ, ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਇੱਥੇ ਆਹ ਪੋਸਟਾਂ ਚਾਹੀਦੀਆਂ ਨੇ, ਆਹ ਬੰਦੇ ਚਾਹੀਦੇ ਆ, ਹੁਣ ਦੱਸੋ ਕਿਹਨੂੰ ਲਾਉਣੇ ਆ। ਤੇ ਸ਼ਾਇਦ ਅੱਜ ਸਿੱਧੂ ਸਾਹਿਬ ਨੂੰ ਅਸਤੀਫਾ ਨਾ ਦੇਣਾ ਪੈਂਦਾ। ਇਹ ਇੱਕ ਚਰਚਾ, ਹੁਣ ਇਹ 'ਚ ਸੱਚ ਕੀ ਹੈ ਝੂਠ ਕੀ ਹੈ ਤਾਂ ਸਿੱਧੂ ਸਾਹਿਬ ਦੱਸ ਸਕਦੇ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਟੀਮ ਪਲੇਅਰ ਹੋਣਾ ਬਹੁਤ ਜ਼ਰੂਰੀ ਹੈ। ਜੇ ਨਵਜੋਤ ਸਿੰਘ ਸਿੱਧੂ ਕਦੇ ਮੁੱਖ ਮੰਤਰੀ ਪਹਿਲਾਂ ਹੀ ਬਣ ਜਾਂਦੇ ਜਾਂ ਭਵਿੱਖ 'ਚ ਕਦੇ ਬਣਦੇ ਆ ਜਾਂ ਉਹ ਆਸ ਰੱਖਦੇ, ਕੋਈ ਵੀ ਬੰਦਾ 59 ਬੰਦਿਆਂ ਦੇ ਨਾਲ ਮਿਲ ਕੇ ਤੁਰਨਾ ਪੈਣਾ। 59 ਇਕੱਲੇ ਤਾਂ ਮੁੱਖ ਮੰਤਰੀ ਨਹੀਂ ਬਣ ਸਕਦਾ, ਇਕੱਲੇ ਪ੍ਰਧਾਨ ਮੰਤਰੀ ਨਹੀਂ ਕੋਈ ਬਣ ਸਕਦਾ, ਇਕੱਲਾ ਤਾਂ ਬੰਦਾ ਸਰਪੰਚ ਨਹੀਂ ਬਣ ਸਕਦਾ, ਨਾਲ ਤਾਂ ਤੁਰਨਾ ਪਊਗਾ। ਆਪਾਂ ਭਾਜਪਾ ਤੋਂ ਗੁੱਸੇ ਹੋ ਗਏ, ਆਪਾਂ ਅਕਾਲੀਆਂ ਤੋਂ ਵੀ ਗੁੱਸੇ ਸੀ, ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੀ ਅਸਤੀਫਾ ਦੇ ਦਿੱਤਾ। ਪੰਨੂ ਸਾਹਿਬ ਕ੍ਰਿਕਟ ਟੀਮ ਦੀ ਗੱਲ ਕਰਦੇ ਹੁੰਦੇ ਆ ਕਿ ਆਪਾਂ ਟੀਮ ਪਲੇਅਰ ਕਦੋਂ ਬਣਨਾ ਹੈ। ਪਰ ਅੱਜ ਤੱਕ ਤੁਸੀਂ ਇਹ ਦੇਖੋ ਕਿ ਕਾਂਗਰਸ ਪਾਰਟੀ ਦੇ ਬਾਬਤ ਇਹ ਕਿਹਾ ਜਾਂਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਨਾ ਕਿਸੇ ਦੀ ਵੀ ਜਿਹੜੀ ਹੈ ਉਹ ਇੰਨੀ ਨਹੀਂ ਚੱਲਦੀ ਹੁੰਦੀ, ਹਾਈ ਕਮਾਂਡ ਤਾਂ ਨਹੀਂ ਵਧਣ ਦਿੰਦੀ। ਬਿਲਕੁਲ ਠੀਕ ਹੈ। ਮੈਨੂੰ ਇਹ ਵੀ ਕਦੇ-ਕਦੇ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਅੱਜ ਤੱਕ ਸਾਰੇ ਟੀਮ ਪਲੇਅਰ ਬਣ ਕੇ ਖੇਡੇ ਆ, ਜਿੰਨੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਦੇ ਟੀਮ ਪਲੇਅਰ ਬਣਨ ਦੇ ਨਾਲ ਪਾਰਟੀਆਂ ਤਾਂ ਵੱਧ ਜਾਂਦੀਆਂ, ਸਰਕਾਰਾਂ ਵੀ ਵੱਧ ਜਾਂਦੀਆਂ, ਬੰਦੇ ਪਾਰਟੀਆਂ ਤੋਂ ਅੱਗੇ ਪਿੱਛੇ ਵੀ ਨਹੀਂ ਜਾਂਦੇ। ਪਰ ਪੰਜਾਬ ਦੇ ਲੋਕਾਂ ਦਾ ਫਿਰ ਕੀ ਬਣਦਾ? ਜਾਣੀ ਸਵਾਲ ਇੱਥੇ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਕਿ ਟੀਮ ਪਲੇਅਰ ਜਦੋਂ ਵੀ ਕੋਈ ਬੰਦਾ ਬਣੇ ਉਹ ਕਾਹਦੇ ਲਈ ਬਣੇ? ਕੀ ਆਪਣੀ ਸਿਆਸੀ ਪਾਰਟੀ ਦੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ, ਸਰਕਾਰ ਨੂੰ ਬਚਾਉਣ ਦੇ ਲਈ, ਪਾਰਟੀ ਨੂੰ ਫੁੱਟ ਪੈਣ ਤੋਂ ਬਚਾਉਣ ਦੇ ਲਈ, ਜਾਂ ਫਿਰ ਲੋਕਾਂ ਦੇ ਮੁੱਦਿਆਂ ਦੇ ਲਈ? ਇੱਕ ਗੱਲ ਬੜੀ ਕਲੀਅਰ ਹੈ, ਨਵਜੋਤ ਸਿੰਘ ਸਿੱਧੂ ਦੇ ਨਾਲ ਕੋਈ ਵੀ ਨਹੀਂ ਸੀ। ਨਵਜੋਤ ਸਿੰਘ ਸਿੱਧੂ ਇਕੱਲਾ ਹੀ ਸੀ। ਪ੍ਰਗਟ ਸਿੰਘ ਵੀ ਘੱਟ ਹੀ ਆਉਂਦੇ ਜਾਂਦੇ ਸੀ ਜਦੋਂ ਘਰੇ ਬਹਿ ਗਿਆ ਸੀ ਚੁੱਪ ਕਰਕੇ, ਕਿਉਂਕਿ ਸੁਭਾਅ ਉਹਨਾਂ ਦਾ ਵੀ ਇਦਾਂ ਦਾ ਕਿ ਜੇ ਚੁੱਪ ਕਰ ਘਰੇ ਬਹਿ ਗਿਆ ਤਾਂ ਘਰੇ ਬਹਿ ਗਿਆ, ਜੇ ਫਿਰ ਟਵੀਟ ਕਰਨ ਲੱਗੇ ਤਾਂ 5-5 ਵੀ ਕਰ ਦੇਣੇ ਇੱਕ ਦਿਨ 'ਚ। ਹੁਣ ਇਹ ਗੱਲ ਤਾਂ ਸੰਧਾਲੀਆ ਸਾਹਿਬ ਵੱਟ ਤੇ ਪਈ ਹੈ ਨਾ ਕਿ ਜਦੋਂ ਉਹਨਾਂ ਨੇ ਮੁੱਦੇ ਚੁੱਕੇ ਸੀ, ਲੋਕਾਂ ਦੇ ਵਿੱਚ ਉਹ ਮੁੱਦੇ ਗਏ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਭਾਈ ਤੁਹਾਡੀ ਪਾਰਟੀ ਦਾ MLA ਮੁੱਦੇ ਚੁੱਕਦਾ, ਤੁਸੀਂ ਨਹੀਂ ਚੁੱਕਦੇ। ਹੌਲੀ ਹੌਲੀ ਫਿਰ ਉਹ ਬੰਦੇ ਨਾਲ ਆਉਣੇ ਸ਼ੁਰੂ ਹੋਏ, ਹਾਈ ਕਮਾਂਡ ਤੱਕ ਗੱਲ ਗਈ, ਪ੍ਰਧਾਨਗੀ ਘਰੇ ਬੈਠੇ ਨੂੰ ਥੋੜੀ ਮਿਲੀ। ਅੱਜ ਉਹਨਾਂ ਮੁੱਦਿਆਂ ਦੇ ਉੱਤੇ ਜੇ ਤਾਂ ਸਰਕਾਰ ਕੰਮ ਕਰਦੀ, ਅਸੀਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸ਼ੁਭ ਇਸ਼ਾਵਾਂ ਦਿੰਨੇ ਆ ਕਿ ਤੁਸੀਂ ਮੁੱਖ ਮੰਤਰੀ ਬਣਿਓ, ਤੁਸੀਂ ਉਹ ਰਹਿਣਾ, ਤੁਸੀਂ ਹੁਣ ਠੋਕ ਕੇ ਕੰਮ ਕਰੋ, ਤੁਹਾਡੇ ਵੱਲ ਕੋਈ ਉਂਗਲੀ ਵੀ ਕਿੱਦਾਂ ਕਰ ਜਾਏ। ਪਰ ਜਿਸ ਤਰੀਕੇ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਵਿਦਿਆਰਥੀਆਂ ਨੂੰ ਮਿਲਣਾ ਬਹੁਤ ਵਧੀਆ, ਜੇ ਗਏ ਨੇ ਖਟਕੜ ਕਲਾਂ, ਉੱਥੇ ਇੱਕ ਬਿਨਾਂ ਬਾਹਾਂ ਤੋਂ ਅੰਗਹੀਣ ਨੌਜਵਾਨ ਉਹਨਾਂ ਨੂੰ ਟੱਕਰਿਆ, ਉਹਨੂੰ ਕਹਿੰਦੇ ਕਿ ਤੇਰੀਆਂ ਬਾਹਾਂ ਹੁਣ ਮੈਂ ਬਣਨਾ ਹੀ, ਤੂੰ ਚੰਡੀਗੜ੍ਹ ਆ, ਤੂੰ ਗ੍ਰੈਜੂਏਸ਼ਨ ਕੀਤੀ ਹੈ, ਤੇਰਾ ਕੋਈ ਨਾ ਕੋਈ ਜੁਗਾੜ ਕਰਦੇ ਆ, ਬਹੁਤ ਵਧੀਆ। ਇੱਕ ਮੁੱਖ ਮੰਤਰੀ ਜੇ ਸੂਬੇ ਦੇ ਆਮ ਲੋਕਾਂ ਨੂੰ ਇੰਨਾ ਥੱਲੇ ਹੋ ਕੇ ਚੰਗੇ ਤਰੀਕੇ ਮਿਲਦੇ ਆ, ਹੋਰ ਅਸੀਂ ਕੀ ਲੈਣਾ? ਸਾਨੂੰ ਇਹ ਕੁਛ ਹੀ ਚਾਹੀਦਾ। ਪਰ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ 2015 ਤੋਂ ਲੈ ਕੇ 2021 ਤੱਕ ਸਾਨੂੰ 6 ਸਾਲ ਹੋ ਗਏ। ਪੰਜਾਬ ਦੇ ਬੱਚੇ ਦੇ ਮਨ ਦੇ ਵਿੱਚ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਿੱਦਾਂ ਮਿਲਣਾ। ਤੁਸੀਂ ਪਲਾਟ ਦਿੰਨੇ ਹੋ, ਤੁਸੀਂ ਬਿਜਲੀ ਦੇ ਬਿੱਲ ਮਾਫ ਕਰਦੇ ਹੋ, ਚਾਹੇ ਖੇਤੀ ਲਈ ਚਾਹੇ ਘਰਾਂ ਦੇ, ਤੁਸੀਂ ਪਾਣੀ ਜਿਹੜੀ ਸਪਲਾਈ ਕਰਦੀ ਮੋਟਰ ਹੈ ਉਹਦੇ ਬਿੱਲ ਮਾਫ ਕਰਦੇ ਹੋ, ਬਹੁਤ ਵਧੀਆ, ਲੋਕਾਂ ਨੂੰ ਮੁੱਢਲੀ ਚੀਜ਼ ਜਾਣੀ ਚਾਹੀਦੀ ਹੈ। ਪਰ ਦਾਲਾਂ ਤੇ ਤੇਲ ਵਾਲੇ ਬੀਜ ਜਾਣੀ ਫੌਰੀ ਤੌਰ ਦੇ ਉੱਤੇ ਚਾਹੀਦਾ ਕਿਸੇ ਸਮਾਂ ਨਹੀਂ ਹੈ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਕਿ ਭਾਈ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਕਿੱਧਰ ਨੂੰ ਵਧਣਾ, ਆਪਾਂ ਦਾਲਾਂ ਤੇ ਤੇਲ ਬੀਜ ਖਰੀਦਣੇ ਆ ਕਿ ਨਹੀਂ ਖਰੀਦਣੇ, ਆਪਾਂ ਕੋਲਡ ਸਟੋਰੇਜ ਦੀ ਚੇਨ ਬਣਾਉਣੀ ਆ ਕਿ ਨਹੀਂ, ਬਣਦੀ ਨਹੀਂ ਬਣਦੀ ਗੱਲ ਵੱਖਰੀ ਹੈ, ਪਰ ਘੱਟੋ ਘੱਟ ਲੋਕਾਂ ਨੂੰ ਇੱਕ ਵਿਜ਼ਨ ਤਾਂ ਦਿਖਾਇਆ ਜਾਂਦਾ ਨਾ। ਜਿੱਡੇ ਵੱਡੇ ਪਿਛਲੇ ਸਮੇਂ 'ਚ ਮਸਲੇ ਹੋਏ ਆ, ਚਰਨਜੀਤ ਸਿੰਘ ਚੰਨੀ ਉਸ ਵੇਲੇ ਮੁੱਖ ਮੰਤਰੀ ਬਣਿਆ ਜਦੋਂ ਕਿਸਾਨ ਅੰਦੋਲਨ ਚੱਲਦਾ, ਪੰਜਾਬ ਦੇ ਵਿੱਚ ਕਈ ਮੁੱਖ ਮੰਤਰੀ ਹੋਏ, ਅੱਜ ਤੱਕ ਕਦੇ ਵੀ ਐਡਾ ਵੱਡਾ ਅੰਦੋਲਨ ਥੋੜੀ ਸੀ ਜਿਹਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਹੁੰਦਾ ਹੋਵੇ, ਜਿਹਦੇ ਵਿੱਚ ਇੱਕ ਵਿਧਾਨ ਸਭਾ ਹਲਕੇ 'ਚ 3-3 ਜਗ੍ਹਾ ਦੇ ਉੱਤੇ ਜਾਮ ਲੱਗਦੇ। ਹੁਣ ਜਦੋਂ ਭਾਰਤ ਬੰਦ ਦਾ ਸੱਦਾ, ਤੇ ਉਸ ਵੇਲੇ
ਅਸੀਂ ਕੇਵਲ ਇੰਨਾ ਕਰਕੇ ਸੰਤੁਸ਼ਟ ਨਹੀਂ ਰਹਿ ਸਕਦੇ ਕਿ ਜਿਨ੍ਹਾਂ ਕਿਸਾਨਾਂ ਨੇ ਉੱਥੇ ਜਾਨ ਦੇ ਦਿੱਤੀ ਹੈ ਉਹਨਾਂ ਨੂੰ ਆਪਾਂ ਨੌਕਰੀ ਤੇ 5-5 ਲੱਖ ਰੁਪਈਆ ਦੇਣਾ। ਪੰਜਾਬ ਦੀ ਸਮੱਸਿਆ ਦੇ ਕਿਤੇ ਹੋਰ ਖੜੀ ਹੈ। ਹੁਣ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ ਲੱਗਦਾ ਹੋਵੇ ਕਿ ਚਰਨਜੀਤ ਸਿੰਘ ਚੰਨੀ ਮੇਰੀ ਬਾਤ ਨਹੀਂ ਪੁੱਛਦੇ, ਹੋ ਸਕਦਾ ਲੱਗਦਾ ਹੋਵੇ ਕਿ ਭਾਈ ਪਹਿਲਾਂ ਸਾਰੀਆਂ ਗੋਟੀਆਂ ਮੈਂ ਫਿੱਟ ਕਰਦਾ ਰਿਹਾ, ਹਾਈ ਕਮਾਂਡ ਹੁਣ ਮੇਰੀ ਬਾਤ ਨਹੀਂ ਪੁੱਛਦੀ। ਜੇ ਨਿਯੁਕਤੀਆਂ ਦੇ ਉੱਤੇ ਵਿਰੋਧੀ ਧਿਰਾਂ ਨੂੰ, ਪੰਥਕ ਜਥੇਬੰਦੀਆਂ ਨੂੰ, ਪੀੜਤ ਪਰਿਵਾਰਾਂ ਨੂੰ ਉਂਗਲੀ ਚੁੱਕਣ ਦਾ ਮੌਕਾ ਨਾ ਮਿਲਦਾ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਵੀ ਹਿੰਮਤ ਨਹੀਂ ਸੀ ਹੋਣੀ। ਤੇ ਸਭ ਤੋਂ ਵੱਡੀ ਗੱਲ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਰੇਤਾ ਦੇ ਮੁੱਦੇ ਦੀ ਗੱਲ ਕੀਤੀ ਸੀ, ਸਭ ਤੋਂ ਪਹਿਲਾ ਬਿਆਨ ਰੇਤਾ ਦਾ ਸੀ। ਹੁਣ ਰੇਤਾ ਦੇ ਮੁੱਦੇ ਤੇ 5-7 ਵਿਧਾਇਕ ਉੱਠ ਕੇ ਕਹਿੰਦੇ ਕਿ ਭਾਈ ਇੱਕ ਬੰਦੇ ਨੂੰ ਮੰਤਰੀ ਨਾ ਬਣਾਓ। ਉਹ ਵੀ ਮੰਤਰੀ ਨੇ, ਉਹ ਨਵਜੋਤ ਸਿੰਘ ਸਿੱਧੂ ਦੇ ਕੋਲ ਵੀ ਗਏ ਸੀ ਭੜਕ ਨੂੰ। ਜੇ ਕੋਈ ਵਿਰੋਧੀ ਪਾਰਟੀ ਵਾਲਾ ਪੁੱਛੂਗਾ ਕਿਉਂ ਬਈ ਸਿੱਧੂ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਤੁਹਾਡੇ ਕੋਲੇ ਤੁਹਾਡੀ ਪਾਰਟੀ ਦੇ ਬੰਦੇ ਆਏ ਸੀ, ਮੰਤਰੀ ਅਗਲੇ ਫਿਰ ਬਣ ਗਏ, ਜਵਾਬ ਕੀ ਆ? ਜਵਾਬ ਤਾਂ ਕੁਝ ਵੀ ਨਹੀਂਗਾ। ਨਹੀਂ, ਜਵਾਬ ਹੀ ਤਾਂ ਹੈਗਾ ਜਿਹੜਾ ਦੇਤਾ ਉਹਨਾਂ ਨੇ। ਉਹ ਕਹਿੰਦੇ ਮੇਰੇ ਵੱਲੋਂ ਜਵਾਬ ਹੈ ਭਾਈ, ਆ ਚੱਕ ਲਓ ਅਸਤੀਫਾ, ਮੇਰੇ ਕੋਲ ਨਹੀਂ ਜੇ ਕੰਮ ਚੱਲਦਾ। ਹੁਣ ਇਹ ਗੱਲ ਤਾਂ ਹੈਗੀ। ਹੁਣ ਦੇਖੋ ਇਹ ਸਾਰੇ ਐਂਗਲ ਨੇ। ਜੇ ਆਪਾਂ ਚੰਨੀ ਸਾਹਿਬ ਦੀ ਗੱਲ ਕਰੀਏ, ਚੰਨੀ ਸਾਹਿਬ ਜਿਸ ਹਿਸਾਬ ਨਾਲ ਵਿਚਰ ਰਹੇ ਆ ਉਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਸੀ ਯਾਰ ਵੀ ਇਸ ਤਰ੍ਹਾਂ ਦਾ ਮੁੱਖ ਮੰਤਰੀ ਹੋਣਾ ਚਾਹੀਦਾ। ਅੱਗੇ ਵਾਲੇ ਮੁੱਖ ਮੰਤਰੀ ਸਾਹਿਬ ਤੇ ਲੱਭਦੇ ਨਹੀਂ ਤੇ ਇਹ ਵਾਲੇ ਮੁੱਖ ਮੰਤਰੀ ਨੂੰ ਲੋਕ ਲੱਭਦੇ ਫਿਰਦੇ ਵੀ ਪਤਾ ਨਹੀਂ ਕਿੱਥੇ ਟੱਕਰ ਦੇ ਹੱਥ ਤੇ ਮਿਲਾਵਾਂਗੇ ਨਾ ਯਾਰ। ਹੁਣ ਚੱਕਰ ਇਹ ਆ ਵੀ ਇਹ ਸਾਰੇ ਕੁਛ ਦੇ ਵਿੱਚ ਜੋ ਇਸ ਵਕਤ ਚੰਨੀ ਸਾਹਿਬ ਕਰ ਰਹੇ ਨੇ ਆਪਣੇ ਨੂੰ ਠੀਕ ਹੈ, ਪਰ ਜੇ ਆਪਾਂ ਚੰਨੀ ਸਾਹਿਬ ਦੇ ਹੁਣ ਤੱਕ ਦੀ ਸਟੇਟਮੈਂਟ ਦੇ ਹਿਸਾਬ ਨਾਲ ਕੀ, ਕਿਉਂਕਿ ਇਹ ਤੜਕਾ ਅੱਜ ਸਾਰੇ ਦਿਨ 'ਚ ਸਾਰਾ ਕੁਝ ਹੋਣਾ, ਉਹ ਕਹਿੰਦੇ ਵੀ ਮੈਨੂੰ ਪਤਾ ਨਹੀਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ। ਮੇਰੇ ਵੱਲੋਂ ਸਾਡੀ ਪਾਰਟੀ ਦੇ ਅੱਜ ਵੀ ਪ੍ਰਧਾਨ ਹੈ। ਰਹੀ ਗੱਲ ਉਹਨਾਂ ਦੀ ਨਾਰਾਜ਼ਗੀ ਦੀ, ਕੋਈ ਗੱਲ ਨਹੀਂ, ਆਪਾਂ ਬਹਿ ਕੇ ਮਨਾ ਲਾਂਗੇ ਹੈ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਆਪਣੇ ਵੱਲੋਂ ਚੰਨੀ ਸਾਹਿਬ ਨੇ ਆਪਣੇ ਸਾਰੇ ਦਰਵਾਜ਼ੇ ਖੁੱਲੇ ਰੱਖੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜਿਹੜਾ ਵੀ ਕੋਈ ਮਸਲਾ ਆਪਾਂ ਨਿਬੇੜ ਲੈਣ, ਵਧੀਆ ਗੱਲ ਹੈ। ਪਰ ਦੂਜੀ ਗੱਲ ਇਹ ਵੀ ਹੈ ਬਾਠ ਸਾਹਿਬ ਕਿ ਵੀ ਇਹ ਜੇ ਮੰਨ ਲਓ ਕਿ ਵੀ ਇਸ ਵਕਤ ਜਿੱਦਾਂ ਚੰਨੀ ਸਾਹਿਬ ਕਹਿੰਦੇ ਵੀ ਮੈਨੂੰ ਪਤਾ ਨਹੀਂ ਯਾਰ, ਕੋਈ ਗੱਲ ਨਹੀਂ, ਬਹਿ ਕੇ ਨਿਬੇੜ ਲਾਂਗੇ, ਇਹ ਜੇ ਅਪਾਇੰਟਮੈਂਟਾਂ ਹੋਈਆਂ ਹੋਣਗੀਆਂ ਪਿਛਲੇ ਦਿਨਾਂ ਦੇ ਵਿੱਚ, ਆਪਾਂ ਉਹ ਵੀ ਦੇਖਿਆ ਵੀ ਕਦੀ ਨਹੀਂ ਇਹਨੂੰ ਲਾ, ਨਹੀਂ ਇਹਨੂੰ ਨਹੀਂ, ਫਿਰ ਇਹਨੂੰ ਲਾਓ, ਚਲੋ ਫਿਰ ਇਹਨੂੰ ਲਾ ਦਈਏ, ਨਹੀਂ ਫਿਰ ਇਹਨੂੰ ਲਾਓ। ਉਹ ਜਿਹੜੀ ਚਰਚਾ ਸਾਰੀ ਹੋਈ ਹੋਊਗੀ ਉਦੋਂ ਕਿਸੇ ਨੇ ਤੇ ਫੋਨ ਕੀਤਾ ਹੋਊਗਾ, ਕਿਸੇ ਨੇ ਤੇ ਸਲਾਹ ਲਈ ਹੋਊਗੀ। ਤੇ ਚੰਨੀ ਸਾਹਿਬ ਉਦੋਂ ਵੀ ਕਹਿੰਦੇ ਸੀ ਵੀ ਯਾਰ ਲਗਾਤਾਰ 2-3 ਦਿਨ ਹਨੇਰੇ ਸਵੇਰੇ ਮੇਰੇ ਦਿੱਲੀ ਗੇੜੇ ਲੱਗੇ, ਮੈਂ ਥੱਕ ਗਿਆ, ਕੋਈ ਗੱਲ ਨਹੀਂ, ਹੁਣ ਆਪਾਂ ਪੰਜਾਬ 'ਚ ਕੰਮ ਕਰਨਾ। ਉਹ ਹਨੇਰੇ ਸਵੇਰੇ ਗੇੜੇ ਜਦੋਂ ਉੱਥੇ ਲੱਗੇ ਹੋਣਗੇ, ਕਿਹੜਾ ਉੱਥੇ ਇਕੱਲਾ ਚਾਹ ਪੀ ਕੇ ਆ ਗਏ, ਕੋਈ ਤੇ ਸਲਾਹਾਂ ਹੋਈਆਂ ਹੋਣਗੀਆਂ। ਤੇ ਜੇ ਸਲਾਹਾਂ ਉੱਥੋਂ ਹੋਈਆਂ ਹੋਣਗੀਆਂ ਤੇ ਮੇਰੇ ਖਿਆਲ ਨਾਲ ਅੱਧੀ ਬਜੱਦੀ ਪਿਕਚਰ ਤੇ ਉਹਨਾਂ ਦੇ ਦਿਮਾਗ 'ਚ ਵੀ ਕਲੀਅਰ ਹੋਣੀ ਆ ਵੀ ਯਾਰ ਇਹ ਜਿਹੜਾ ਪਟਾਕਾ ਇਸ ਵਕਤ ਲੋਕਾਂ ਦੇ ਸਾਹਮਣੇ ਪਿਆ, ਇਹਦੇ ਫੀਤੇ ਨੂੰ ਅੱਗ ਲੱਗ ਗਈ ਸੀ ਉਦੋਂ ਹੀ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਮੈਨੂੰ ਐਂ ਵੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਕੋਈ ਅਫਸਰ ਨਹੀਂ ਲਾਉਣਾ ਚਾਹੀਦਾ, ਉਹ ਤਾਂ MLA ਨੇ, ਉਹ ਸਰਕਾਰ ਦਾ ਹਿੱਸਾ ਹੀ ਨਹੀਂ। ਪਰ ਜਿਹੜੇ ਅਫਸਰ ਲਾਉਣੇ ਚਾਹੀਦੇ ਆ ਤੁਸੀਂ ਲਾਓ, ਇਦਾਂ ਦੇ ਉਂਗਲੀ ਕੋ ਉੱਠੇ ਹੀ ਨਾ। ਅਸੀਂ ਨਹੀਂ ਕਹਿੰਦੇ ਕਿਸੇ ਤੇ ਉਂਗਲੀ ਉੱਠਦੀ ਹੈ, ਪਰ ਹੁਣ ਜੇ ਪਾਰਟੀ ਦੇ ਅੰਦਰੋਂ, ਪਾਰਟੀ ਦੇ ਬਾਹਰੋਂ, ਪੰਥਕ ਜਥੇਬੰਦੀਆਂ ਵੱਲੋਂ, ਕਿਉਂਕਿ ਅੱਜ ਤੱਕ ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ 2015 ਚ, 17 ਚ ਨਤੀਜਾ ਆਇਆ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ ਸੀ, ਕਿਸੇ ਨੇ ਫੜ ਕੇ ਰੱਖੀ ਕਿ ਨਹੀਂ ਰੱਖੀ, ਕਾਰਵਾਈ ਹੋਈ ਕਿ ਨਹੀਂ ਹੋਈ ਪਤਾ ਨਹੀਂ, ਪਰ ਅਕਾਲੀ ਦਲ ਤੀਸਰੇ ਨੰਬਰ ਤੇ ਰਿਹਾ। ਕੈਪਟਨ ਸਾਹਿਬ ਕਹਿੰਦੇ ਸੀ ਇਨਸਾਫ ਦਊਂਗਾ, ਕਹਿ ਕੇ ਸੱਤਾ ਚ ਆਏ ਸੀ। 4.5 ਸਾਲ ਬਾਅਦ ਕੁਰਸੀ ਕਿਉਂ ਚਲੇਗੀ? ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਭਾਵਨਾ ਭਰ ਗਈ ਨਾ ਕਿ ਭਾਈ ਹੋਇਆ ਕੁਝ ਨਹੀਂ ਉਸ ਮੁੱਦੇ ਤੇ, ਭਾਵੇਂ ਉਹ ਕੇਂਦਰ ਸਰਕਾਰ ਦੀ ਗੱਲ ਕਰਨ ਕਿ ਜਾਂਚ ਉਹਨਾਂ ਨੇ ਨਹੀਂ ਵਾਪਸ ਭੇਜੀ, ਕੁਝ ਵੀ ਹੈ, ਲੋਕ ਇੱਕੋ ਹੀ ਚੀਜ਼ ਭਾਲਦੇ ਸੀ ਜਿਹਨੂੰ ਇਨਸਾਫ ਕਹਿੰਦੇ ਆ, ਉਹ ਨਹੀਂ ਮਿਲਿਆ। ਹੁਣ ਦਿਨ ਥੋੜੇ ਨੇ ਤੇ ਇੱਕ ਤਾਂ ਸੀਗਾ ਕਿ ਕਾਰਵਾਈ ਹੋਣੀ ਸੀ, ਇੱਕ ਲੋਕਾਂ ਨੂੰ ਲੱਗਦਾ ਸੀ ਕਿ ਭਾਈ ਇਸ ਮੁੱਦੇ ਤੇ ਹੁਣ ਪਤਾ ਨਹੀਂ ਕੀ ਹੋ ਜਾਣਾ। ਦੂਜੇ ਪਾਸੇ ਨਿਯੁਕਤੀਆਂ ਦੇ ਮੁੱਦੇ ਦੇ ਉੱਤੇ ਉਹ ਗੱਲ ਚੱਲ ਪਈ, ਲੋਕਾਂ ਨੂੰ ਲੱਗਾ ਕਾਰਵਾਈ ਕੀ ਹੋਣੀ ਹੈ, ਵੈਸੇ ਹੀ ਲੱਗਾ, ਹਾਲਾਂਕਿ ਹੋ ਸਕਦਾ ਕਿ ਉਹ ਬਹੁਤ ਚੰਗਾ ਕੰਮ ਕਰਨ। ਉਹਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਹੀ ਐਂ ਲੱਗਦਾ ਸੀ ਕਿ ਹਰ ਓਵਰ ਦੇ ਵਿੱਚ ਘੱਟੋ ਘੱਟ 2 ਚੌਕੇ ਤੇ 1 ਛੱਕਾ ਪੱਕਾ ਹੀ ਹੈ, ਤੇ ਅਗਲੇ ਜਦੋਂ ਫਿਰ ਰੋਕ ਕੇ ਖੇਡਦੇ ਰਿਹਾ ਕਿ ਭਾਈ 1 ਓਵਰ ਦੇ ਵਿੱਚ ਦੌੜਾਂ ਹੀ 2 ਬਣੀਆਂ, ਫਿਰ ਔਖਾ ਹੋ ਜੂ। ਚੰਨੀ ਸਾਹਿਬ ਦੇ ਲਈ ਬਹੁਤ ਵਧੀਆ ਮੌਕਾ ਕੰਮ ਕਰਨ। ਉਹਨਾਂ ਨੇ ਕਹਿ ਵੀ ਦਿੱਤਾ ਕਿ ਖੇਤੀ ਕਾਨੂੰਨ ਰੱਦ ਹੋਣਗੇ, ਵਿਧਾਨ ਸਭਾ ਦਾ ਸੈਸ਼ਨ ਸੱਦਣ ਲੱਗੇ ਆ, ਬੜੀ ਵਧੀਆ ਗੱਲ ਹੈ। ਉਹਨਾਂ ਨੇ ਇਹ ਵੀ ਕਹਿਤਾ ਕਿ ਪੰਜਾਬ ਨੂੰ ਕਸ਼ਮੀਰ ਨਾ ਬਣਾਵੇ ਕੇਂਦਰ ਦੀ ਸਰਕਾਰ, ਜਿੰਨੀ ਛੇਤੀ ਹੋ ਸਕਦਾ ਕਿਸਾਨਾਂ ਦੇ ਨਾਲ ਗੱਲ ਕਰੇ, ਬਹੁਤ ਕਮਾਲ ਦੀ ਗੱਲ ਹੈ। ਉਹ ਕੰਮ ਕਰਨ। ਚੰਨੀ ਸਾਹਿਬ ਤੁਸੀਂ ਤਾਂ ਸਾਰੀ ਉਮਰ ਹੀ ਮੁੱਖ ਮੰਤਰੀ ਬਣੇ ਰਹੋਗੇ, ਪਰ ਉਹਦੇ ਲਈ ਥੋੜੀ ਜਿਹਾ ਦ੍ਰਿੜਤਾ ਨਾਲ ਫੈਸਲੇ ਲੈਣੇ ਪੈਣੇ ਆ। ਰੁਪਈਏ ਪੰਜਾਬ ਸਰਕਾਰ ਕੋਲ ਹੈ ਨਹੀਂ, ਖਜ਼ਾਨਾ ਸਾਡਾ ਖਾਲੀ ਹੈ, ਕਰਜ਼ਾ ਸਿਰ ਚੜਿਆ, ਸਮਾਂ ਥੋੜਾ ਹੈ, ਖਿੱਚੋਤਾਣ ਪਾਰਟੀ ਦੇ ਅੰਦਰ ਚੱਲੀ ਜਾਂਦੀ ਹੈ। ਉਸ ਪੱਧਰ ਦੇ ਉੱਤੇ ਹੁਣ ਜਿੰਨੀ ਛੇਤੀ ਹੋ ਸਕਦਾ, ਕਿਉਂਕਿ ਹਾਈ ਕਮਾਂਡ ਨੇ ਅਸਤੀਫਾ ਨਾਮਨਜ਼ੂਰ ਕਰਤਾ, ਅਗਲੇ ਨੇ ਕਹਿ ਦਿੱਤਾ ਕਿ ਭਾਈ ਜਾ ਕੇ ਮਨਾਓ। 19 MLA ਨਵਜੋਤ ਸਿੰਘ ਸਿੱਧੂ ਦੇ ਰਾਤੀ ਘਰੇ ਸੀ, ਕੁਲਜੀਤ ਸਿੰਘ ਨਾਗਰਾ ਵੀ ਉੱਥੇ ਹੀ ਸੀ, ਬੀਬੀ ਰਜ਼ੀਆ ਸੁਲਤਾਨਾ ਅਸਤੀਫਾ ਦੇ ਗਏ। 2 ਬਿਆਨ ਮੈਂ ਇੱਥੇ ਕੋਟ ਕਰਦੇ ਆ ਨਵਜੋਤ ਸਿੰਘ ਸਿੱਧੂ ਦੇ ਉੱਤੇ। ਮੈਂ ਨਹੀਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਵਧੀਆ ਲੀਡਰ ਨੇ, ਜਿਹੜਾ ਬੰਦਾ 1.5 ਸਾਲ ਘਰੇ ਬੜਿਆ ਰਿਹਾ, ਕਰੋਨਾ ਆ ਗਿਆ, ਉਦੋਂ ਹੀ ਸਤਲੁਜ ਦੇ ਕੰਢੇ ਪੁਰ ਕੇ ਹੜ੍ਹ ਆਇਆ ਸੀ, ਕੰਮ ਕਰਨਾ ਚਾਹੀਦਾ ਸੀ, ਨਹੀਂ ਕਰ ਹੋਇਆ ਪੰਜਾਬ ਸਾਰੇ 'ਚ ਪੂਰਾ। ਨਵਜੋਤ ਸਿੰਘ ਸਿੱਧੂ ਨੂੰ ਲੋਕ ਜਾਣਦੇ ਨੇ, ਪਹਿਚਾਣਦੇ ਨੇ, ਲੀਡ ਕਰਨਾ ਚਾਹੀਦਾ ਸੀ, ਨਹੀਂ ਕਰ ਸਕੇ, ਚਲੋ ਵਾਪਸ ਆਏ ਆ। ਇੱਕ ਗੱਲ ਬੜੀ ਕਲੀਅਰ ਹੈ, ਨਵਜੋਤ ਸਿੰਘ ਸਿੱਧੂ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਮਿਸਗਾਈਡਡ ਮਿਜ਼ਾਈਲ ਕਹਿੰਦੇ ਆ, ਉਹ ਵੀ ਹੈ ਵੀ ਠੀਕ, ਕਦੇ ਐ ਨੂੰ ਕਦੇ ਆਉਣ ਨੂੰ।
ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਵੱਡਾ ਇੱਕ ਦੋਸ਼ ਲਾ ਦਿੱਤਾ ਕਿ ਭਾਈ ਉਹ ਸਹਿਣ ਨਹੀਂ ਕਰਦੇ ਚੰਨੀ ਸਾਹਿਬ ਨੂੰ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਉਹ ਵੱਡਾ ਰੁਤਬਾ ਚਾਹੁੰਦੇ ਆ। ਮਜੀਠੀਆ ਸਾਹਿਬ ਨੇ ਵੀ ਕਹਿ ਦਿੱਤਾ, ਪਰ ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਭਾਈ ਨਵਜੋਤ ਸਿੰਘ ਸਿੱਧੂ ਭ੍ਰਿਸ਼ਟ ਆ। ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਜਾਂ ਇਹ ਕੋਈ ਸਾਬਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਿ ਭਾਈ ਨਵਜੋਤ ਸਿੰਘ ਸਿੱਧੂ ਨੇ ਤਾਂ ਸਰਕਾਰ ਬਣਾ ਕੇ 8 ਦਿਨਾਂ ਦੇ ਵਿੱਚ ਫਲਾਨਾ ਲਾਹਾ ਲੈ ਲਿਆ ਜਾਂ ਕੋਈ ਠੇਕਾ ਲੈ ਲਿਆ ਜਾਂ ਆਪਣੇ ਨੇੜਲੇ ਕਿਸੇ ਨੂੰ ਕੰਟਰੈਕਟ ਦਵਾਤਾ। ਦੋਸ਼ ਤਾਂ ਇੰਨਾ ਹੀ ਆ ਨਾ ਕਿ ਬੰਦਾ ਟਿਕਦਾ ਨਹੀਂ, ਦੋਸ਼ ਤਾਂ ਇੰਨਾ ਹੀ ਆ ਨਾ ਕਿ ਬੰਦਾ ਰਲ ਕੇ ਨਹੀਂ ਚੱਲਦਾ, ਦੋਸ਼ ਤਾਂ ਇੰਨਾ ਹੀ ਆ ਕਿ ਬੰਦਾ ਟੀਮ ਪਲੇਅਰ ਨਹੀਂ, ਦੋਸ਼ ਤਾਂ ਇਹੀ ਆ ਨਾ ਕਿ ਸਰਕਾਰ ਨੂੰ ਕੰਮ ਕਰਨ ਦਿੱਤਾ ਨਹੀਂ, ਬੰਦਾ ਗੁੱਸੇ ਹੋ ਕੇ ਪਹਿਲੇ ਬਹਿ ਗਿਆ, ਫੁੱਫੜ ਬਣ ਗਿਆ ਵਿਆਹ ਵਾਲਾ। ਪਰ ਨਾਲ ਦੀ ਨਾਲ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਕਲੀਅਰ ਕੱਟ ਹੈ ਕਿ ਜੇ ਕਿਸੇ ਬੰਦੇ ਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ, ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਇੱਕ ਗੱਲ ਦੇ ਉੱਤੇ ਬਹੁਤ ਨਿਰਭਰ ਕਰਦਾ, ਉਹਨਾਂ ਦੀ ਅਗਲੀ ਸਟੇਟਮੈਂਟ ਅੱਜ ਆਉਣੀ ਚਾਹੀਦੀ ਹੈ। ਜੇ ਸਟੇਟਮੈਂਟ ਨਾ ਆਈ, ਗੋਲ ਹੀ ਰਿਹਾ ਕੰਮ, ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਸਮਝੌਤਾ ਨਹੀਂ ਕਰਨਾ। ਕਿਹੜਾ ਬੰਦਾ ਕਹਿੰਦਾ ਸੀ ਸਮਝੌਤਾ ਕਰਨ ਨੂੰ? ਕਿੱਥੇ ਤੁਹਾਨੂੰ ਕਿਹਾ? ਉਹਨਾਂ ਨੂੰ ਕਲੀਅਰ ਕਰਨਾ ਪਊਗਾ, ਭਾਵੇਂ ਨੁਕਸਾਨ ਕੋਈ ਵੀ ਹੋ ਜਾਏ। ਨਹੀਂ ਤਾਂ ਨਵਜੋਤ ਸਿੰਘ ਸਿੱਧੂ ਦੇ ਬਾਬਤ ਇਹ ਪ੍ਰਚਾਰ ਚੱਲਦਾ ਰਹਿਣਾ ਕਿ ਅਗਲਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜਾਂ ਦਬਾਅ ਪਾ ਕੇ ਭਵਿੱਖੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਤਾਂ ਜੇ ਉਹ ਕਲੀਅਰ ਕਰ ਗਏ ਕਿ ਭਾਈ ਮੈਂ ਫਲਾਣੇ ਮੰਤਰੀ ਦੀ ਨਿਯੁਕਤੀ ਤੋਂ ਨਾ ਖੁਸ਼ ਹਾਂ, ਜਾਂ ਆਹ 2 ਬੰਦੇ ਜਾਂ ਅਫਸਰ ਜਿਹੜੇ ਲਾਏ ਨੇ ਜਾਂ 3 ਅਫਸਰ ਲਾਏ ਨੇ ਉਹਨਾਂ ਨੂੰ ਮੈਂ ਲੌਜਿਕ ਦੇਣ ਨਾਲ, ਇਸ ਕਰਕੇ ਨਹੀਂ ਕਿ ਮੇਰੇ ਬੰਦੇ ਨਹੀਂ, ਕਿਉਂ ਨਾ ਖੁਸ਼ ਨੇ, ਜੇ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ 'ਚ ਕਾਮਯਾਬ ਹੋ ਗਏ ਕਿ ਭਾਈ ਮੈਂ ਮੁੱਦਿਆਂ ਦੇ ਕਰਕੇ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ, ਹੀਰੋ ਬਣ ਜਾਣਗੇ। ਨਹੀਂ ਤਾਂ ਵਿਰੋਧੀ ਤਰ੍ਹਾਂ ਕੀ ਬਣਾਉਣ ਨੂੰ ਫਿਰਦੀਆਂ ਸਾਰਿਆਂ ਨੂੰ ਪਤਾ ਹੈ। ਨਹੀਂ, ਪਰ ਆਹ ਜਿਹੜਾ ਐਂਗਲ ਹੈ ਬਿਲਕੁਲ ਸਹੀ ਹੈ। ਪਤਾ ਕਿ ਇਹ ਹੁਣ ਤੁਸੀਂ ਨਬਜ਼ ਜਿਹੜੀ ਉਹ ਬਿਲਕੁਲ ਸਹੀ ਹੱਥ ਰੱਖਿਆ। ਮੁਸ਼ਕਿਲ ਇਹ ਹੈ ਵੀ ਇਹ ਨਬਜ਼ ਜਿਹੜੀ ਟਸ ਕਰਦੀ ਹੈ, ਪਰ ਜਿਹੜਾ ਇਹਦਾ ਇਲਾਜ ਹੈ ਉਹ ਲੱਭ ਨਹੀਂ ਰਿਹਾ। ਉਹ ਮੰਨ ਲਓ ਵੀ ਆਪਾਂ ਇਮੇਜਿਨ ਕਰਦੇ ਵੀ ਅੱਜ ਦਿਨ ਚੜਿਆ, ਅੱਜ ਸਿੱਧੂ ਸਾਹਿਬ ਨੇ ਪੱਤਰਕਾਰ ਵੀਰ ਸੱਦ ਲਏ, ਸਾਰੇ ਬਹਿ ਗਏ ਜੀ, ਹਾਂਜੀ ਸਿੱਧੂ ਸਾਹਿਬ ਸ਼ੁਰੂ ਹੋ ਗਏ, ਮਾਈਕ ਅਗੇ ਢੇਰੀ ਲੱਗੀ ਪਈ, ਇੱਕ ਅੱਧਾ ਵੀ ਨਹੀਂ। ਉਹ 'ਚ ਜਦੋਂ ਕਹਿਣਗੇ ਵੀ ਆਹ ਦੇਖੋ ਜੀ ਆਹ ਚੀਜ਼ ਇੱਥੇ ਆ ਨਹੀਂ ਸੀ ਹੋਣਾ ਚਾਹੀਦਾ, ਇੱਥੇ ਆ ਜੀ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਉਸ ਤੋਂ ਬਾਅਦ ਵਿਰੋਧੀਆਂ ਕਿਹੜਾ ਚੁੱਪ ਕਰ ਜਾਣਾ, ਉਹਦੇ ਨਾਲ ਦੀ ਨਾਲ ਲਾਈਨਾਂ ਲਿਖ ਦਿੰਦੇ, ਅੱਛਾ ਬਿਆਨ ਦਿੱਤਾ, ਓਕੇ, ਇਹਨੂੰ ਫਿਰ ਇੱਧਰ ਬਟਿਆਂ 'ਚ ਕਰਕੇ 3 ਨਾਲ ਗੁਣਾ ਕਰਕੇ ਨਾ ਇੱਧਰੋਂ ਮੋਬਾਈਲ ਗੇਟਿਆਂ 'ਚ ਕਰਕੇ ਮਾਰ। ਕਿਉਂਕਿ ਗੇਮ ਇਹ ਆ ਵੀ ਉਦੋਂ ਬਾਅਦ ਬਿਆਨ ਆਉਣੇ ਇਹ ਸ਼ੁਰੂ ਹੋ ਜਾਣਾ, ਵੇਖਿਆ ਸਿੱਧੂ ਤੇ ਕਿਸੇ ਨੂੰ ਜਰਦਾ ਨਹੀਂ, ਪਹਿਲਾਂ ਇਹਨੂੰ ਕੈਪਟਨ ਦੀ ਕਾਰਵਾਈ ਨਹੀਂ ਸੀ ਪਸੰਦ, ਫਿਰ ਹੁਣ ਚੰਨੀ ਸਾਹਿਬ ਦੀ ਕਾਰਗੁਜ਼ਾਰੀ ਨਹੀਂ ਪਸੰਦ, ਅਸੀਂ ਤੇ ਸੋਨੀਆ ਗਾਂਧੀ ਨੂੰ ਉਦੋਂ ਦੇ ਕਹੀ ਜਾਂਦੇ ਵੀ ਕਿੱਥੋਂ ਤੁਸੀਂ ਸਿਆਪਾ ਗੱਲ ਪਾ ਲਿਆ। ਹੁਣ ਇਹ ਇੱਕ ਬੜੀ ਕਨਫਿਊਜ਼ਿੰਗ ਸਟੇਟਮੈਂਟ ਹੋ ਜਾਣੀ। ਹੁਣ ਇਸੇ ਚੀਜ਼ ਦਾ ਕਰਕੇ ਤੇ ਹੋ ਸਕਦਾ ਵੀ ਸਿੱਧੂ ਸਾਹਿਬ ਕਨਫਿਊਜ਼ ਹੋ ਗਏ ਹੁਣ ਵੀ ਯਾਰ ਜਦੋਂ ਕਿਸੇ ਪਾਸੇ ਲੱਗਦੇ ਨਹੀਂ ਤੇ ਮੈਂ ਆਪਣੇ ਕੋਲੋਂ ਬੁਲਾ ਲਾ ਦੇਣਾ ਵੀ ਯਾਰ ਤੁਸੀਂ ਕਰ ਲਓ, ਤੁਸੀਂ ਜਿੱਦਾਂ ਕਰਦੇ ਹੋ ਇਹਦਾ ਠੀਕ ਨਹੀਂ ਹੋਣਾ, ਹੈ ਨਾ। ਹੁਣ ਉਹ ਠੀਕ ਨਹੀਂ ਹੈਗਾ, ਇਸੇ ਕਰਕੇ ਤੇ ਮੇਰੇ ਖਿਆਲ ਨਾਲ ਉਹਨੇ ਆਹ ਫੈਸਲਾ ਲਿਆ। ਸਟੇਟਮੈਂਟ ਦੇ ਕੇ ਜਦੋਂ ਉਹ ਕਲੀਅਰ ਕਰ ਦੇਣ ਤੇ ਫਿਰ ਸਿਚੁਏਸ਼ਨ ਬਿਲਕੁਲ ਇਨ ਬਿਨ ਉਦਾਂ ਦੀ ਬਣ ਜਾਣੀ ਜਿੱਦਾਂ ਦੀ ਚੰਨੀ ਸਾਹਿਬ ਤੋਂ ਪਹਿਲਾਂ ਕੈਪਟਨ ਸਾਹਿਬ ਵੇਲੇ ਸੀ ਵੀ ਆਹ ਦੇਖੋ ਜੀ ਸਾਡੀ ਸਰਕਾਰ ਹੈ, ਆਹ ਮੁੱਦੇ ਨੇ ਤੇ ਇਹਨਾਂ ਨੂੰ ਹੱਲ ਕਰਨ ਦੇ ਲਈ ਐਦਾਂ ਕਰ ਰਹੀ ਸਰਕਾਰ ਜੋ ਕਿ ਗਲਤ ਹੈ। ਸਰ ਨਾ ਹੀ ਬਦਲੇ ਜਾਣੇ, ਸਿਚੁਏਸ਼ਨ ਤੇ ਸੇਮ ਰਹਿਣੀ ਹੈ, ਵਿਰੋਧੀਆਂ ਕਿਹੜਾ ਫਿਰ ਹਟ ਜਾਣਾ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਸੰਧਾਲੀਆ ਸਾਹਿਬ, ਪਿਛਲਾ ਜਿਹੜਾ 1 ਸਾਲ ਪੰਜਾਬ 'ਚ ਲੰਘਿਆ ਨਾ, ਉਹਨੇ ਲੋਕ ਬਦਲ ਦਿੱਤੇ ਆ। ਹੁਣ ਇੱਕ ਗੱਲ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਸਿਆਸੀ ਲੀਡਰਸ਼ਿਪ ਨੂੰ ਕਲੀਅਰ ਹੋ ਗਈ, ਪਾਰਟੀ ਸੀਟਾਂ ਨਹੀਂ ਬਚਾ ਸਕਦੀ, ਕੋਈ ਵੀ ਪਾਰਟੀ ਪੰਜਾਬ 'ਚ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਭਾਜਪਾ, ਚਾਹੇ ਅਕਾਲੀ, ਚਾਹੇ ਕਾਂਗਰਸ, ਕੋਈ ਹੈ। ਲੋਕਾਂ ਦੇ ਵਿੱਚ ਤੁਹਾਡਾ ਅਕਸ ਕਿੱਦਾਂ ਦਾ, ਤੁਹਾਡੀਆਂ ਸੀਟਾਂ ਉਹਨਾਂ ਬਚਣੀਆਂ। ਆ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਲੀਡਰ ਘੇਰੇ ਆ, ਜਿੱਦਾਂ ਲੀਡਰਾਂ ਤੋਂ ਸਵਾਲ ਪੁੱਛੇ ਆ, ਇਹ ਗੱਲ ਤਾਂ ਹੁਣ ਚੰਨੀ ਸਾਹਿਬ ਨੂੰ ਬਹੁਤ ਚੰਗੇ ਤਰੀਕੇ ਪਤਾ ਕਿ ਜੇ ਕੰਮ ਨਾ ਕੀਤਾ ਤਾਂ ਲੋਕ ਤੰਗ ਕਰਨਗੇ। ਇਹ ਗੱਲ ਨਵਜੋਤ ਸਿੰਘ ਸਿੱਧੂ ਨੂੰ ਵੀ ਪਤਾ ਕਿ ਜੇ ਕੰਮ ਨਾ ਕੀਤਾ, ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਆ, ਤਾਂ ਲੋਕ ਫਿਰ ਜਿੱਦਾਂ ਇਸ ਵੇਲੇ ਹੱਥੀਂ ਛਾਵਾਂ ਕਰਦੇ ਆ, ਉਦਾਂ ਹੀ ਫਿਰ ਕਿਸੇ ਹੋਰ ਤਰੀਕੇ ਕੁਝ ਹੋਰ ਕਰਨਾ। ਇਹਦੇ ਵਿੱਚੋਂ ਹੀ ਨਿਕਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ। ਪਰ ਮੈਂ ਫਿਰ ਉੱਥੇ ਹੀ ਆਉਣਾ, ਨਵਜੋਤ ਸਿੰਘ ਸਿੱਧੂ ਹਰੀ ਲਿਖਣਾ ਜਾਣਦੇ ਆ, ਬੋਲਣਾ ਜਾਣਦੇ ਆ, ਵੀਡੀਓ ਬਣਾਉਣ, ਲੋਕਾਂ ਦੇ ਸਾਹਮਣੇ ਇਹ ਨਾ ਕਰਨ ਕਿ ਭਾਈ ਆ ਚਲੋ ਠੀਕ ਹੈ ਹੁਣ ਮੰਨ ਗਏ, ਚੰਨੀ ਸਾਹਿਬ ਸਵੇਰੇ ਚਲੇ ਜਾਣ ਤਾਂ ਲੱਡੂ ਖਾ ਲਿਆ। ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਚਰਿੱਤਰ ਕਾਇਮ ਰਹਿਣਾ ਚਾਹੀਦਾ, ਕਰੈਕਟਰ। ਉਹਨਾਂ ਨੇ ਕਿਹਾ ਸੀ ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ। ਮੰਨ ਲਓ ਕਿਤੇ ਗੱਲ ਹੋਈ ਹੈ ਤੇ ਲੋਕਾਂ ਦੇ ਸਾਹਮਣੇ ਗੋਲ ਨਾ ਕਰਿਓ। ਜੇ ਤੁਸੀਂ ਗੋਲ ਕਰ ਗਏ, ਲੋਕਾਂ ਨੇ ਬਿਸਤਰਾ ਗੋਲ ਕਰ ਦੇਣਾ, ਕਾਂਗਰਸ ਪਾਰਟੀ ਦਫ਼ਤਰ ਪਿਆ। ਤੇ ਜੇ ਕਲੀਅਰ ਕਰ ਗਏ ਫਿਰ ਬਹੁਤ ਵਧੀਆ ਗੱਲ ਹੈ। ਜਾਣੀ ਜੇ ਪਾਰਦਰਸ਼ਤਾ ਨਾ ਆਈ ਕਿ ਆਹ ਮੁੱਦਾ ਸੀ, ਫਿਰ ਬਿਲਕੁਲ ਲੋਕ ਸਮਝਣਗੇ ਕਿ ਭਾਈ ਕਿਸੇ ਨਾ ਕਿਸੇ ਅਹੁਦੇ ਦੀ ਲਾਲਸਾ ਸੀ। ਜੇ ਕਲੀਅਰ ਕਰ ਗਏ ਫਿਰ ਗੱਲਾਂ ਵੱਖਰੀਆਂ ਨੇ। ਵਿਰੋਧੀ ਧਿਰਾਂ ਦੇ ਹੱਥੋਂ ਜੇ ਤਾਂ ਹਥਿਆਰ ਖੁੰਡੇ ਕਰਨੇ ਆ, ਫਿਰ ਉਹਨਾਂ ਨੂੰ ਸਾਹਮਣੇ ਆਉਣਾ ਪਊਗਾ। ਚੁੱਪ ਰਹਿ ਕੇ ਨਹੀਂ ਸਰਨਾ, ਉਹ ਪਿਛਲੇ 1.5 ਸਾਲ ਹੀ ਸਰ ਗਿਆ ਸੀ। ਨਹੀਂ, ਇੱਕ ਇਹਦੇ 'ਚ ਐਂਗਲ ਹੋਰ ਥੋੜਾ ਜਿਹਾ ਵਿਚਾਰ ਲਈ ਮੈਨੂੰ ਲੱਗਦਾ, ਜਿਹੜੀਆਂ ਨਿਯੁਕਤੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹੁਣ ਇਹ ਨਿਯੁਕਤੀਆਂ ਅਫਸਰਾਂ ਦੀਆਂ ਨੇ। ਅਫਸਰਾਂ ਨੂੰ ਜਦੋਂ ਆਪਾਂ ਇੰਸਟਰਕਸ਼ਨਾਂ ਦੇ ਉੱਪਰ ਗੱਲ ਕਰਦੇ ਹਾਂ ਤੇ ਇੰਸਟਰਕਸ਼ਨਾਂ ਤੇ ਉਦੋਂ ਉੱਪਰਲਿਆਂ ਨੇ ਦੇਣੀਆਂ ਨੇ। ਹੁਣ ਉਹਦੇ ਇੰਸਟਰਕਸ਼ਨਾਂ ਦੇ ਵਿੱਚ ਜੇ ਆਪਾਂ ਸਭ ਤੋਂ ਵੱਡੇ ਉਹਦੇ ਦੀ ਗੱਲ ਕਰੀਏ ਤੇ ਚਰਨਜੀਤ ਚੰਨੀ ਹੋਰੀ, ਉਹ ਕਹਿੰਦੇ ਵੀ ਚੰਨੀ ਬਾਈ ਆਪਣੇ ਬੰਦੇ ਨੇ ਯਾਰ, ਜਿਵੇਂ ਉਹ ਬਿਲਕੁਲ ਸਹੀ ਚਲਾਉਣਗੇ। ਲੋਕ ਵੀ ਵਿਸ਼ਵਾਸ ਕਰਦੇ ਨੇ, ਕਾਂਗਰਸ ਪਾਰਟੀ 'ਚ ਕੋਈ ਬਹੁਤਾ ਰੌਲਾ ਲੱਪਾ ਵੀ ਨਹੀਂ ਲੈ ਕੇ ਉਹਨਾਂ ਨੂੰ। ਇਹਦਾ ਮਤਲਬ ਇਹ ਹੋ ਗਿਆ ਵੀ ਉੱਧਰੋਂ ਇਮਾਨਦਾਰੀ ਵਾਲੀ ਫਿਲਹਾਲ ਆਸ ਜਾਪਦੀ ਹੈ।
ਦੂਜੇ ਨੰਬਰ ਤੇ ਜਿਹੜਾ ਉਹਦਾ ਗ੍ਰਹਿ ਵਿਭਾਗ ਵਾਲਾ ਉਹ ਰੰਧਾਵਾ ਸਾਹਿਬ ਨੂੰ ਮਿਲ ਗਿਆ। ਹੁਣ ਮੀਡੀਆ 'ਚ ਚਰਚਾਵਾਂ ਨੇ ਕਿ ਵੀ ਰੰਧਾਵਾ ਸਾਹਿਬ ਨੂੰ ਗ੍ਰਹਿ ਮੰਤਰਾਲਾ ਦੇਣ ਤੋਂ ਸਿੱਧੂ ਸਾਹਿਬ ਨਾਰਾਜ਼ ਨੇ। ਹੁਣ ਇਹ ਅਜੇ ਤੱਕ ਨਾ ਸਿੱਧੂ ਸਾਹਿਬ ਨੇ ਗੱਲ ਕੀਤੀ ਤੇ ਨਾ ਰੰਧਾਵਾ ਸਾਹਿਬ ਨੇ ਇਹੋ ਜਿਹੀ ਗੱਲ ਕੋਈ ਕੀਤੀ ਆ। ਪਰ ਚਲੋ ਜੇ ਆਪਾਂ ਪਿਛਲੇ ਸਮੇਂ 'ਚ ਦੇਖੀਏ ਤੇ ਰੰਧਾਵਾ ਸਾਹਿਬ ਨੇ ਵੀ ਤਾਂ ਇਸੇ ਕਰਕੇ ਲੜਾਈ ਲੜਦੇ ਰਹੇ ਨੇ ਵੀ ਭਾਈ ਸਾਹਿਬ ਇਨਸਾਫ ਦਿਵਾਉਣਾ, ਤੇ ਇਹ ਜਿਹੜੇ ਅਹੁਦਿਆਂ ਦੇ ਰੌਲੇ ਦੀ ਆਪਾਂ ਗੱਲ ਕਰਦੇ ਆ ਇਹਨਾਂ ਦੇ ਥਰੂ ਦਵਾਇਆ ਜਾਣਾ। ਜੇ ਉੱਪਰੋਂ ਮੰਨ ਲਓ ਚੂੜੀ ਟੈਟ ਹੋਊਗੀ ਤੇ ਜਿਹੜੇ ਵਿਚਾਲੇ ਵਾਲੀ ਵਾਸ਼ਲ ਆ ਉਹ ਕਿੱਦਾਂ ਖੂਬ ਮੈਂ ਪੂਰੀ ਟੈਟ ਹੋਣਾ ਨਹੀਂ। ਮਤਲਬ ਇਹ ਮਸਲਾ ਵੀ ਤੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਵਿਗੜ ਜਾਵੇ, ਕਿਉਂਕਿ ਜੇ ਤੁਸੀਂ ਨੋਟ ਕਰੋ ਤੇ ਰਵਨੀਤ ਬਿੱਟੂ ਹੋਰੀ ਜਦੋਂ ਆਪਣੇ ਭਰਾ ਨੂੰ ਉਹ ਕੁਰਸੀ ਤੇ ਬਿਠਾਉਣ ਆਏ ਉਦੋਂ ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਹੀ ਇਹ ਗੱਲ। ਉਹ ਕਹਿੰਦੇ ਯਾਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਵੀ ਗ੍ਰਹਿ ਵਿਭਾਗ ਤੋਂ ਇਤਰਾਜ਼ ਆ ਜੀ ਸਿੱਧੂ ਸਾਹਿਬ ਨੂੰ, ਇਹਦਾ ਮਤਲਬ ਫਿਰ ਸਿੱਧੂ ਸਾਹਿਬ ਤੇ ਉਹੀ ਕੰਮ ਕਰਦੇ ਪਏ ਜਿਹੜੀ ਚੀਜ਼ ਬਾਦਲ ਸਾਹਿਬ ਚਾਹੁੰਦੇ ਆ। ਕਿਉਂਕਿ ਹੁਣ ਤੱਕ ਤੇ ਇੱਕ ਬੰਦਾ ਲੜਾਈ ਲੜਦਾ ਆ ਰਿਹਾ ਕਿ ਵੀ ਮੈਂ ਦੇਖਿਓ ਜੀ ਬੇਅਦਬੀ ਦਾ ਇਨਸਾਫ ਦਵਾਉਂਗਾ, ਮੈਂ ਜਿਹਨੇ ਗਲਤ ਕੰਮ ਕੀਤਾ ਉਹਨੂੰ ਅੰਦਰ ਕਰੂੰਗਾ, ਤੇ ਅਸੀਂ ਜਾਂ ਪਾਰਟੀ ਨੇ ਉਸ ਬੰਦੇ ਨੂੰ ਤਾਕਤ ਦੇਤੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਤਾਕਤ ਦਾ ਅਸਰ। ਤੇ ਜੇ ਸਿੱਧੂ ਸਾਹਿਬ ਉਹਦਾ ਰਾਹ ਰੋਕਦੇ ਤਾਂ ਮੰਨ ਲਓ ਬੀਜੇਪੀ ਦੇ ਬੰਦੇ ਆ ਜਾਂ ਆਰਐਸਐਸ ਦੇ ਬੰਦੇ ਆ। ਇਹਦਾ ਮਤਲਬ ਇਹ ਉਹ ਸਟੇਟਮੈਂਟ ਕੜੱਤਣ ਵਾਲੀ ਸੀ, ਕੀ ਸੀ ਆਪਾਂ ਉਹਦੇ 'ਚ ਨਹੀਂ ਪੈਂਦੇ। ਪਰ ਜੇ ਮੋਟਾ ਇੱਕ ਲੀਕ ਜੀ ਖਿੱਚ ਕੇ ਗ੍ਰਾਫ ਬਣਾਉਣਾ ਹੋਵੇ ਫਿਰ ਤੇ ਸਮਝ ਆਉਂਦੀ ਹੈ ਨਾ ਵੀ ਯਾਰ ਇੱਕ ਕੁਰਸੀ ਆ ਉਹਦੇ 'ਚ ਤਾਕਤ ਆ, ਉਸ ਤਾਕਤ ਨਾਲ ਕੋਈ ਕੰਮ ਹੋਣਾ, ਉਹਦੇ ਵਿੱਚ ਕੋਈ ਚੂੜੀਆਂ ਵਾਸ਼ਲਾਂ ਦੇ ਉੱਪਰ ਇਸ ਵਕਤ ਰੌਲਾ। ਦੇਖੋ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਗ੍ਰਹਿ ਵਿਭਾਗ ਮਿਲਿਆ, ਇਹਦੇ ਉੱਤੇ ਕਿਸੇ ਨੂੰ ਇਤਰਾਜ਼ ਆ ਉਹਦਾ ਕੋਈ ਤੱਥ ਨਹੀਂ ਸਾਡੇ ਕੋਲੇ, ਕਿਸੇ ਕੋਲ ਵੀ ਤੱਥ ਨਹੀਂ। ਹਾਂ ਹੋ ਸਕਦਾ ਤੱਥ ਤਾਂ ਇਸ ਗੱਲ ਦਾ ਵੀ ਨਹੀਂ ਕਿ ਕਿਸੇ ਅਫਸਰ ਦੇ ਉੱਤੇ ਇਤਰਾਜ਼ ਹੈ, ਪਰ ਇਹ ਚਰਚਾ ਚੱਲਦੀ ਹੈ। ਮੈਂ ਇਸੇ ਕਰਕੇ ਕਿਹਾ ਕਿ ਕਲੀਅਰ ਕਰਨਾ ਪਊਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ, ਕਿਉਂਕਿ ਗੁਲਾਬੀ ਸੁੰਡੀ ਆਈ ਹੈ ਉਹ ਕਲੀਅਰ ਹੈ, ਨਿਆਣੇ ਚੜੇ ਨੇ ਟੈਂਕੀਆਂ ਦੇ ਉੱਤੇ, ਮੋਬਾਈਲ ਟਾਵਰ ਦੇ ਉੱਤੇ ਉਹ ਕਲੀਅਰ ਹੈ, ਬੇਰੁਜ਼ਗਾਰੀ ਹੈ ਕਲੀਅਰ ਹੈ, ਪੰਜਾਬ ਦੇ ਕਾਲਜਾਂ ਦੇ ਵਿੱਚ ਅਸਾਮੀਆਂ ਖਾਲੀ ਹੈ ਕਲੀਅਰ ਹੈ, ਪੰਜਾਬ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਘੱਟ ਹੈ ਉਹ ਕਲੀਅਰ। ਇਦਾਂ ਹੀ ਕਲੀਅਰ ਚਾਹੀਦਾ ਜੇ, ਕਿਉਂਕਿ ਉਹ ਸਿੱਧਾ ਹੀ ਪੁੱਛਦੇ ਹੁੰਦੇ ਨੇ ਅਸੀਂ ਕਾਰਵਾਈ ਕਦੋਂ ਕਰੋਗੇ। ਹੁਣ ਇੰਨਾ ਕਹਿ ਕੇ ਸਰਨਾ ਨਹੀਂ ਹੈ, ਨਹੀਂ ਤਾਂ ਫਿਰ ਵਿਰੋਧੀਆਂ ਨੇ ਕੰਮ ਚੱਕ ਲੈਣਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਗ੍ਰਹਿ ਵਿਭਾਗ ਮਿਲਿਆ, ਤੁਹਾਨੂੰ ਯਾਦ ਹੋਣਾ ਉਹ ਕਈ ਵਾਰੀ ਕਹਿੰਦੇ ਹੁੰਦੇ ਸੀ ਕਿ ਭਾਈ ਬੇਅਦਬੀ ਦੇ ਮੁੱਦੇ ਤੇ ਤਾਂ ਇਨਸਾਫ ਲੈ ਕੇ ਰਹਾਂਗੇ। ਬਰਗਾੜੀ ਮੋਰਚੇ ਨੂੰ ਜਦੋਂ ਚੁਕਾਇਆ ਗਿਆ ਸੀ ਜਾਂ ਚੁੱਕਿਆ ਸੀ ਕਹਿਣ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਭਾਈ ਮੰਡ ਨੇ ਵੀ ਤਾਂ ਤਲਬ ਕੀਤੇ ਸੀ। ਮੈਨੂੰ ਲੱਗਦਾ ਕਿ ਉਹ ਪਿਛਾਂਹ ਤਾਂ ਨਹੀਂ ਹਟਣਗੇ, ਕਾਨੂੰਨੀ ਤੌਰ ਦੇ ਉੱਤੇ ਜੋ ਕੁਝ ਹੋ ਸਕਦਾ ਹੋਇਆ ਉਹ ਕਈ ਵਾਰ ਕਹਿ ਚੁੱਕਿਆ ਕਿ ਸਮਾਂ ਥੋੜਾ ਪਰ ਅਸੀਂ ਕੰਮ ਕਰਨਾ ਹੈ। ਹੁਣ ਇਹ ਸਾਰੇ ਮੁੱਦਿਆਂ ਨੂੰ ਕਾਂਗਰਸ ਪਾਰਟੀ ਅੰਦਰੂਨੀ ਤੌਰ ਤੇ ਹੱਲ ਕਰਨ 'ਚ ਕਾਮਯਾਬ ਰਹਿੰਦੀ ਹੈ ਨਹੀਂ ਰਹਿੰਦੀ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਵੇਰੇ ਹੋ ਜੂ, ਸਵੇਰ ਚੜ ਗਈ ਹੈ, ਉਹ ਕਹਿੰਦੇ ਕੱਲ ਨੂੰ ਹੱਲ ਹੋ ਜਾਊਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਚੰਨੀ ਸਾਹਿਬ ਦੇ ਬਾਰੇ ਕਈ ਬੰਦੇ ਸੋਚਦੇ ਸੀ ਕਿ ਸ਼ਾਇਦ ਉਹ ਹੁਣੇ ਚਲੇ ਜਾਣਗੇ ਪਟਿਆਲੇ, ਕਿਉਂਕਿ ਨਵਜੋਤ ਸਿੰਘ ਸਿੱਧੂ ਪਟਿਆਲੇ ਸੀ ਉਦੋਂ ਅਸਤੀਫਾ ਦਿੱਤਾ, ਸਾਰੇ ਬੰਦੇ ਆਪੋ ਆਪਣੀ ਕੁਰਸੀ ਤੇ ਬਹਿ ਕੇ ਜਿੰਨੇ ਕੁ ਮੰਤਰੀ ਗਏ ਉਹ ਪਟਿਆਲੇ ਨੂੰ ਚਲੇ ਗਏ। ਹੁਣ ਹਾਈ ਕਮਾਂਡ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਸਾਂਝ ਸਾਹ ਭਰਦੀ ਸੀ, ਨਜ਼ਰੀਆ ਕਿੱਦਾਂ ਦਾ ਹੋਊਗਾ, ਕੀ ਕਹਿਣਗੇ। ਹਾਲਾਂਕਿ ਆ ਗਿਆ ਰਾਵਤ ਸਾਹਿਬ ਦਾ ਬਿਆਨ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਵੇਣੂ ਗੋਪਾਲ ਹੋਰਾਂ ਦਾ ਵੀ ਆ ਗਿਆ ਕਿ ਅਸੀਂ ਸਾਰਾ ਕੁਝ ਜਿਹੜਾ ਸੈੱਟ ਕਰ ਲਾਂਗੇ, ਪਰ ਕਦੋਂ ਹੋਊਗਾ, ਕਿੱਦਾਂ ਹੋਊਗਾ। ਜੇ ਤਾਂ ਸੰਧਾਲੀਆ ਸਾਹਿਬ ਨਿਯੁਕਤੀਆਂ ਅੱਗੇ ਪਿੱਛੇ ਕਰਾ ਗਏ ਨਵਜੋਤ ਸਿੰਘ ਸਿੱਧੂ, ਇਸ ਕਰਕੇ ਨਹੀਂ ਕਿ ਉਹਨਾਂ ਦੇ ਬੰਦੇ ਨਹੀਂ ਲੱਗੇ, ਉਹਦਾ ਤਰਕ ਦੇ ਕੇ ਕਿ ਆਹ ਕਾਰਨ ਸੀ। ਜੇ ਨਿਯੁਕਤੀਆਂ ਅੱਗੇ ਪਿੱਛੇ ਕਰਾ ਗਏ, ਜੇ ਮੰਤਰੀ ਮੰਡਲ ਦੇ ਵਿੱਚੋਂ ਇੱਕ ਦੋ ਬੰਦਿਆਂ ਦਾ ਵਾਧਾ ਘਾਟਾ ਕਰਾ ਗਏ, ਫਿਰ ਤਾਂ ਹੋ ਸਕਦਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਲੱਗੇ ਕਿ ਭਾਈ ਜੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਤਾਂ ਠੀਕ ਹੈ, ਨਹੀਂ ਤਾਂ ਅਕਸ ਦੂਜੀ ਤਰ੍ਹਾਂ ਦਾ ਬਣ ਜਾਣਾ। ਇਹ ਤਾਂ ਚਲੋ ਅੱਜ ਦਾ ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹਦੇ 'ਚ ਸਾਰਾ ਕੁਝ ਕਲੀਅਰ ਹੋਣਾ। ਪਰ ਅੱਜ ਦਾ ਦਿਨ ਇੱਕ ਗੱਲੋਂ ਹੋਰ ਵੀ ਇੰਪੋਰਟੈਂਟ ਹੈ। ਕਿਵੇਂ? ਦਿੱਲੀੋਂ ਆ ਰਹੇ ਨੇ ਕੇਜਰੀਵਾਲ ਹੋਰੀ, 2 ਦਿਨ ਰਹਿਣਾ ਉਹਨਾਂ ਪੰਜਾਬ ਦੇ ਵਿੱਚ। ਵਾਹਵਾ ਦਿਨਾਂ ਦੀ ਵੇਟ ਕੀਤੀ ਜਾ ਰਹੀ ਸੀ ਯਾਰ। ਕੇਜਰੀਵਾਲ ਸਾਹਿਬ ਕਦੀ ਯੂਪੀ ਜਾਂਦੇ ਨੇ, ਕਦੀ ਉੱਤਰਾਖੰਡ ਜਾਂਦੇ ਨੇ, ਗੋਆ ਵੀ ਚੱਕਰ ਮਾਰ ਆਏ ਆ, ਉਦੋਂ ਪਹਿਲਾਂ ਰੀਜੂਵੀਨੇਟ ਹੋਣ ਦੇ ਲਈ ਰਾਜਸਥਾਨ ਵੀ ਗਏ 10 ਕੁ ਦਿਨ, ਪੰਜਾਬ ਨਹੀਂ ਸੀ ਆਉਂਦੇ ਹੈ ਨਾ। ਹੁਣ ਪੰਜਾਬ ਆ ਰਹੇ ਨੇ ਐਂਡ ਉਹਨਾਂ ਦੀ ਪਾਰਟੀ ਵੱਲੋਂ ਇਹ ਬਕਾਇਦਾ ਇਨਫੋਰਮੇਸ਼ਨ ਦਿੱਤੀ ਗਈ ਵੀ 2 ਦਿਨ ਉਹਨਾਂ ਨੇ ਪੰਜਾਬ 'ਚ ਰਹਿਣਾ। ਇੱਕ ਦਿਨ ਦੇ ਦੇਖੋ ਮੁਲਾਕਾਤਾਂ ਇਹ ਉਹ ਸਾਰਾ ਕੁਝ ਪ੍ਰਬੰਧ ਕੀਤੇ ਜਾਣੇ, ਤੇ ਉਦੋਂ ਬਾਅਦ 30 ਤਰੀਕ ਨੂੰ ਸ਼ਾਇਦ ਕੋਈ ਬਹੁਤ ਵੱਡੀ ਅਨਾਊਂਸਮੈਂਟ ਕਰ ਜਾਣੀ। ਬਹੁਤ ਵੱਡੀ ਅਨਾਊਂਸਮੈਂਟ ਤੇ ਲੋਕ ਇੱਕੋ ਹੀ ਉਡੀਕਦੇ ਆ ਜੇ ਐਤਕੀ ਕਰ ਜਾਣ ਤੇ ਹੈ ਨਾ। ਹੁਣ ਉਹ ਵਾਲੀ ਜਿਹੜੀ ਅਨਾਊਂਸਮੈਂਟ ਹੋਣੀ ਹੈ, ਕੇਜਰੀਵਾਲ ਸਾਹਿਬ ਦਾ ਪੰਜਾਬ ਆਉਣਾ, ਉਹ ਵੀ ਉਸ ਟਾਈਮ ਤੇ ਆਉਣਾ ਜਦੋਂ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਲੀਡਰ ਇਹ ਕਹਿ ਚੁੱਕੇ ਓਏ ਤਾਂ ਕਿਸੇ ਹੋਰ ਪਾਰਟੀ ਚੱਲਿਆ। ਮੈਂ ਨਹੀਂ ਕਹਿੰਦਾ ਇਦਾਂ, ਪਰ ਮੈਂ ਨਾ ਵੀ ਚਲੋ ਸਿਆਸਤ 'ਚ ਇਹ ਵੀ ਤਾਂ ਨਹੀਂ ਨਾ ਪਤਾ ਕੱਲ ਤੱਕ ਵੀ ਸਿੱਧੂ ਸਾਹਿਬ ਹੋਣੇ ਤੱਤੇ ਤਾਜ਼ੇ 70-72 ਦਿਨੀ ਅਸਤੀਫਾ ਦੇ ਜਾਣਗੇ ਜੀ। ਮੈਂ ਨਾ ਵੀ ਇਹ ਵੀ ਇੱਕ ਐਂਗਲ ਵਿਚਾਰ ਲੈਣਾ ਚਾਹੀਦਾ। ਨਹੀਂ, ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ, ਚੰਗਾ ਹੋਇਆ ਤੁਸੀਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕੀਤੀ, ਕਿਉਂਕਿ ਅੱਜ ਜਦੋਂ ਉਹਨਾਂ ਨੇ ਆਉਣਾ ਤਾਂ ਲੁਧਿਆਣੇ ਵਪਾਰੀਆਂ ਨਾਲ ਮੁਲਾਕਾਤਾਂ, ਪਾਰਟੀ ਦੇ MLAs ਦੇ ਨਾਲ ਇੱਕ ਗੁਪਤ ਮੀਟਿੰਗ ਹੋਏਗੀ ਜਿਹਦੇ ਵਿੱਚ ਪੱਤਰਕਾਰ ਨਹੀਂ ਜਾਣਗੇ। ਕੱਲ ਨੂੰ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਹੋ ਸਕਦਾ ਕਿ ਉਹ ਇਹ ਕਹਿਣ ਕਿ ਜਿੰਨੇ ਪ੍ਰਾਈਵੇਟ ਕੰਮਕਾਰ ਅਦਾਰੇ ਹੋਣਗੇ 80% ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ, ਬੇਰੁਜ਼ਗਾਰੀ ਭੱਤਾ 3000 ਰੁਪਏ ਦਾ ਅਨਾਊਂਸਮੈਂਟ ਹੋ ਸਕਦੀ ਹੈ। ਗੋਆ ਟਾਈਪ ਜੋ ਗੋਆ ਹੋਇਆ ਸੀ, ਗੋਆ, ਉੱਤਰਾਖੰਡ, ਯੂਪੀ ਸਾਰਾ ਟਾਈਪ ਨਹੀਂ। ਪਰ ਮੈਂ ਇਹ ਗੱਲ ਕਰ ਰਿਹਾ ਵੀ ਉਹਦੇ 'ਚ ਫਿਰ ਉਹ ਭੁੱਲ ਗਏ ਵੀ ਪਿਛਲੇ ਦਿਨੀ ਜਿਹੜਾ ਉਹ ਮਰਾਠਿਆਂ ਦੇ ਲਈ ਸਪੈਸ਼ਲ ਸੀਗੀ ਰਿਜ਼ਰਵੇਸ਼ਨ ਵਾਲੀ ਗੱਲ, ਉਹ ਤਾਂ ਉਧਰੋਂ ਰੱਦ ਕਰਤਾ ਸੀ।
ਹਾਂ ਚਲੋ ਉਹ ਇਹ ਨਾ ਹੋਵੇ ਵੀ ਉਹ ਜਾਣਦਾ ਫਿਰ ਉਹ ਨਾਲ ਦੱਸ ਜਾਣ ਵੀ ਵੈਸੇ ਇਹ ਜਿਹੜੀ ਅਨਾਉਂਸਮੈਂਟ ਕਰਨ ਲੱਗੇ ਕੱਲ ਨੂੰ ਅਦਾਲਤ ਜਾ ਕੇ ਬਦਲ ਸਕਦੀ ਹੈ। ਸ਼ਾਇਦ ਇਹ ਸੰਧਾਲੀਆ ਸਾਹਿਬ ਇਸ ਕਰਕੇ ਨਾ ਬਦਲੇ ਕਿਉਂਕਿ ਉਹ ਮਰਾਠਿਆਂ ਦੇ ਲਈ ਸੀ, ਇਹ ਪੰਜਾਬੀਆਂ ਦੇ ਲਈ ਆ, ਪੰਜਾਬ ਸੂਬੇ ਦੇ ਲੋਕਾਂ ਦੇ ਲਈ ਹੈ, ਕਿਉਂਕਿ ਉਹ ਇੱਕ ਭਾਈਚਾਰੇ ਵਿਸ਼ੇਸ਼ ਦੇ ਲਈ ਸੀ ਤੇ ਇਹ ਇੱਕ ਸੂਬੇ ਦੀ ਸਮੁੱਚੀ ਜਨਸੰਖਿਆ ਦੇ ਲਈ ਹੈ। ਸ਼ਾਇਦ ਉਹਨਾਂ ਦੇ ਵਿੱਚ ਫਰਕ ਕੋਈ ਨਾ ਕੋਈ ਆ ਜਾਊਗਾ। ਚਲੋ ਇਹ ਟਾਈਮ ਆਪਾਂ ਪਰਲੇ ਪਾਸੇ ਨੂੰ ਚੱਲਦੇ ਕੇਜਰੀਵਾਲ ਸਾਹਿਬ ਦੇ। ਹਾਂਜੀ, ਹੁਣ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਆਪਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਸਿੱਧੂ ਸਾਹਿਬ ਨੂੰ, ਹੁਣ ਕਈ ਉਹਨਾਂ ਦੇ ਸਲਾਹਕਾਰ ਨੇ ਜਿਹੜੇ ਕਈ ਉਹਨਾਂ ਦੇ ਚਾਹਣ ਵਾਲੇ ਨੇ, ਉਹਨਾਂ ਨੇ ਕਹਿਣਾ ਸਿੱਧੂ ਸਾਹਿਬ ਤੁਸੀਂ ਫਿਰ ਇਹਨਾਂ ਨਹੀਂ ਮੰਨਦੇ ਨਾ ਤੁਸੀਂ ਉੱਧਰ ਚੱਲ ਜਾਓ। ਹਾਲਾਂਕਿ ਮੈਨੂੰ ਬਿਲਕੁਲ ਆਸ ਨਹੀਂ ਲੱਗਦੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਬਾਹਰ ਜਾਣਾ, ਮੈਨੂੰ ਲੱਗਦਾ ਕਿ ਮਸਲਾ ਸੈਟਲ ਹੋ ਜਾਣਾ। ਦੂਸਰੀ ਗੱਲ, ਬਿਲਕੁਲ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਲਊ। ਮੈਂ ਇਹ ਕਹਿੰਦਾ ਹੀ ਨਹੀਂ ਕਿ ਉਹ ਜਾਣਗੇ। ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਨਹੀਂ ਸਕਦੀ। ਉਹਦੇ 4 ਕਾਰਨ ਨੇ। ਜਿਹੜਾ ਦਿੱਲੀ ਵਾਲਾ ਮਾਡਲ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਭਾਰਤ ਦੇ ਵਿੱਚ ਲਾਗੂ ਕਰਨਾ ਹੈ, ਉੱਤਰਾਖੰਡ ਜਾਂਦੇ ਆ ਤਾਂ ਬੋਰਡ ਲਾਉਂਦੇ ਆ ਕਿ ਭਾਈ ਦਿੱਲੀ ਦੇ ਵਿੱਚ ਬਿਜਲੀ ਦਾ ਹਾਲ ਤੁਹਾਡੇ ਕੀ ਆ, ਦਿੱਲੀ ਵਾਲੇ ਬਿਜਲੀ ਮੰਤਰੀ ਆ ਜਾਂਦੇ ਆਪਣੇ ਤੇ, ਉਹ ਯੂਪੀ ਜਾਂਦੇ, ਗੋਆ ਜਾਂਦੇ, ਹਰ ਜਗ੍ਹਾ ਕਹਿੰਦੇ ਆ, ਪੰਜਾਬ 'ਚ ਵੀ ਤਾਂ ਇਹੀ ਕਹਿੰਦੇ ਆ। ਤੇ ਕਿੰਨੀ ਵਾਰੀ ਨਵਜੋਤ ਸਿੰਘ ਸਿੱਧੂ ਇਹ ਕਹਿ ਚੁੱਕੇ ਆ ਕਿ ਦਿੱਲੀ ਵਾਲਾ ਮਾਡਲ ਪੰਜਾਬ 'ਚ ਨਹੀਂ ਲਾਗੂ ਹੋ ਸਕਦਾ, ਇੱਥੇ ਪੰਜਾਬ ਦਾ ਮਾਡਲ ਬਣੂਗਾ ਤੇ ਪੰਜਾਬ ਦਾ ਮਾਡਲ ਲਾਗੂ ਹੋਊਗਾ। ਜਿਹੜਾ ਬੰਦਾ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਾਲੇ ਮਾਡਲ ਦੇ ਨਾਲ ਹੀ ਸਹਿਮਤ ਨਹੀਂ, ਉਸ ਬੰਦੇ ਨੂੰ ਆਮ ਆਦਮੀ ਪਾਰਟੀ ਕਿੱਦਾਂ ਲੈ ਲੂ। ਦੂਸਰੀ ਗੱਲ, ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦਾ ਇੱਕ ਟਵੀਟ ਆਇਆ ਸੀ, ਉਹ ਕਹਿੰਦੇ ਜੀ ਸਾਰੇ ਇਦਾਂ ਦੇ ਹੀ ਆ ਵੀ ਇਦਾਂ ਦਾ, ਉਹ ਵੀ ਇਦਾਂ ਦਾ। ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਵੀ ਦੱਸੇ ਕਿ ਉਹਨਾਂ ਨੇ 3 ਖੇਤੀ ਕਾਨੂੰਨਾਂ ਚੋਂ ਇੱਕ ਨੂੰ ਨੋਟੀਫਾਈ ਕਿਉਂ ਕੀਤਾ, ਤੁਹਾਨੂੰ ਯਾਦ ਹੋਣਾ। ਤੇ ਪੰਜਾਬ ਦੀ ਸਾਰੀ ਵਿਧਾਨ ਸਭਾ ਦੀ ਚੋਣ ਕਿਸਾਨਾਂ ਦੇ ਮੁੱਦੇ ਤੇ ਲੜੀ ਜਾਣੀ ਆ। ਤੇ ਜਿਹੜਾ ਲੀਡਰ ਇੱਕ ਸੱਤਾਧਾਰੀ ਸੂਬਾ ਪਾਰਟੀ ਦਾ ਪ੍ਰਧਾਨ ਹੈ ਤੇ ਜਿਹੜਾ ਲੀਡਰ ਦਿੱਲੀ ਵਾਲੇ ਮਾਡਲ ਨੂੰ ਨਾ ਕਰ ਚੁੱਕਿਆ ਤੇ ਜਿਹੜਾ ਲੀਡਰ ਇਹ ਕਹਿ ਚੁੱਕਿਆ ਕਿ ਭਾਈ ਤੁਸੀਂ 3 ਖੇਤੀਬਾੜੀ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਨੋਟੀਫਾਈ ਕੀਤਾ, ਉਸ ਬੰਦੇ ਦੇ ਲਈ ਆਮ ਆਦਮੀ ਪਾਰਟੀ ਦਰਵਾਜ਼ੇ ਕਿੱਦਾਂ ਖੋਲੂ। ਤੀਸਰੀ ਗੱਲ, ਨਵਜੋਤ ਸਿੰਘ ਸਿੱਧੂ ਹਰੀ ਕਈ ਵਾਰੀ ਕਹਿ ਚੁੱਕਿਆ ਜੀ ਉੱਥੇ ਆਮ ਆਦਮੀ ਪਾਰਟੀ 'ਚ ਇਦਾਂ ਦੇ ਕਈ ਲੀਡਰ ਨੇ ਜਿਹੜੇ ਚੰਗੀ ਤਰ੍ਹਾਂ ਭਲਾ ਨਹੀਂ ਕਰ ਸਕਦੇ, ਉਹ ਤਾਂ ਦਿੱਲੀ ਵੱਲ ਨੂੰ ਦੇਖਦੇ ਰਹਿੰਦੇ ਆ, ਉਹ ਪੰਜਾਬ ਦੇ ਹਿੱਤਾਂ ਨੂੰ ਨਹੀਂ ਦੇਖਦੇ, ਉਹ ਦਿੱਲੀ ਤੇ ਹਰਿਆਣੇ ਦੇ ਹਿੱਤਾਂ ਨੂੰ ਦੇਖ ਲੈਂਦੇ ਆ। ਤੇ ਨਾਲ ਸੌਰਵ ਭਾਰਦਵਾਜ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਇੱਕ ਬਿਆਨ ਆਇਆ ਹੁਣੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਉਹ ਬਿਆਨ ਸਿਰੇ ਦਾ, ਜਿਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਕਦੇ ਦਰਵਾਜ਼ੇ ਨਹੀਂ ਖੋਲ੍ਹੇਗੀ ਤੇ ਨਾ ਨਵਜੋਤ ਸਿੰਘ ਸਿੱਧੂ ਦਰਵਾਜ਼ੇ ਖੜਕਾਉਣਗੇ। ਉਹ ਕਹਿੰਦੇ ਜੀ ਚੰਨੀ ਸਾਹਿਬ ਨੂੰ ਬਰਦਾਸ਼ਤ ਹੀ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਨੇ, ਉਹ ਅਨੁਸੂਚਿਤ ਜਾਤੀਆਂ 'ਚੋਂ ਨੇ, ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ। ਆ ਦੇਖੋ, ਆ ਵੀ ਕੋਈ ਗੱਲ ਹੋਈ ਕਿ ਭਾਈ ਬੰਦਾ ਕਾਬਿਲ ਹੈ, ਪੜ੍ਹਿਆ ਲਿਖਿਆ, ਇਦਾਂ ਥੋੜੀ ਹੋਣੀ ਚਾਹੀਦੀ ਹੈ, ਇਹ ਵਿਰੋਧੀ ਨੇ। ਆ ਜਿਹੜਾ ਬਹੁਤ ਵੱਡਾ ਬਿਆਨ ਹੈ, ਇਹਦੇ ਤੋਂ ਲੱਗਦਾ ਕਿ ਭਾਈ ਲੀਕ ਇੰਨੀ ਵੱਡੀ ਖਿੱਚੀ ਜਾ ਚੁੱਕੀ ਹੈ ਕਿ ਉਹਦੇ ਵਿੱਚੋਂ ਹੁਣ ਉਹਨਾਂ ਨੂੰ ਟੱਪਣਾ ਤੇ ਉਹਨਾਂ ਦੇ ਲਈ ਟਪਾਉਣਾ ਔਖਾ ਹੈ। ਵਾਰ ਸਾਹਿਬ 2 ਤਰ੍ਹਾਂ ਦੀਆਂ ਰਬੜਾਂ ਹੁੰਦੀਆਂ, ਇੱਕ ਹੁੰਦੀ ਚਿੱਟੀ, ਇੱਕ ਹੁੰਦੀ ਕਾਲੀ। ਜਿਹੜੀ ਚਿੱਟੀ ਰਬੜ ਹੁੰਦੀ ਆ ਤੁਸੀਂ ਉਹ ਜੂੜੇ ਤੇ ਪਾਉਣ ਵਾਲੀ ਗੱਲ ਕਰਦੇ? ਨਾ ਜੀ, ਮਿਟਾਉਣ ਵਾਲੀ। ਇੱਕ ਜਿਹੜੀ ਚਿੱਟੀ ਰਬੜ ਉਹ ਪੈਨਸਲ ਦਾ ਕੱਚਾ ਲਿਖਿਆ ਮਿਟਾਉਂਦੀ ਹੈ। ਜੇ ਪੱਕਾ ਪੈਨ ਨਾਲ ਵੀ ਲਿਖਿਆ ਗਿਆ ਹੋਵੇ ਨਾ ਵੀ ਯਾਰ ਇਹ ਨਹੀਂ ਮਿਟਦਾ, ਉਹ ਵੀ ਮਿਟਾਉਣ ਵਾਲੀ ਰਬੜ ਹੁੰਦੀ ਆ। ਉਹ ਸਿਆਸਤਦਾਨਾਂ ਕੋਲ ਹੁੰਦੀ ਹੈ? ਨਹੀਂ, ਆਮ ਹੀ ਆਪਾਂ ਵੇਖਦੇ ਨਿਆਣੇ ਵਰਤਦੇ ਆ। ਹੁਣ ਜੇ ਆਮ ਨਿਆਣਿਆਂ ਕੋਲੇ ਦੋਵੇਂ ਤਰ੍ਹਾਂ ਦੀਆਂ ਰਬੜਾਂ ਹੋ ਸਕਦੀਆਂ ਤੇ ਸਿਆਸਤਦਾਨਾਂ ਦੇ ਬਿਆਨਾਂ ਦੀ ਕਿੱਡੀ ਗੱਲ ਹੈ। ਗੱਲ ਤਾਂ ਇਹ ਵੀ ਠੀਕ। ਹੁਣ ਤੁਸੀਂ ਇਹ ਦੇਖੋ ਵੀ ਆਪਾਂ ਉਦੋਂ ਗੱਲ ਕਰ ਰਹੇ ਹਾਂ ਜਦੋਂ ਪੰਜਾਬ 'ਚ ਇਹ ਚਰਚਾ ਚੱਲ ਰਹੀ ਹੈ ਕਿ ਭਾਈ ਸਾਹਿਬ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਆ, ਉਹ ਆ ਜਿਹੜਾ ਲੰਘੀ ਰਾਤ ਹੈ ਉਦੋਂ ਦਿੱਲੀ ਗਏ ਸੀ ਤੇ ਦਿੱਲੀ ਗ੍ਰਹਿ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨੀ ਸੀ ਉਹਨਾਂ ਨੇ। ਤੇ ਚਰਚਾ ਇਹ ਵੀ ਚੱਲ ਗਈ ਵੀ ਭਾਈ ਸਾਹਿਬ ਬੀਜੇਪੀ ਨੇ ਹੁਣ ਮੰਤਰੀ ਬਣਾ ਦੇਣਾ, ਉਦੋਂ ਬਾਅਦ ਫਿਰ ਉਹਨਾਂ ਨੇ ਖੁਦ ਸਾਈਨ ਕਰਕੇ ਕਹਿਣਾ ਚੱਕੋ ਖੇਤੀ ਕਾਨੂੰਨ ਫਿਰ, ਹੈ ਨਾ, ਤੇ ਇੱਕ ਬਹੁਤ ਵੱਡਾ ਜਿਹੜੀ ਚੇਂਜ ਆ ਜਾਣੀ। ਇਹ ਜੇ ਉਹ ਗੱਲਾਂ ਹੋ ਸਕਦੀਆਂ ਤੇ ਗੱਲ ਹੀ ਕੁਝ ਨਹੀਂ। ਹੁਣ ਦੇਖੋ ਤੁਸੀਂ 4 ਕਾਰਨ ਦੱਸੇ ਨਾ, 4 ਤੱਕ ਤੇ ਕਿੱਡੀ ਗੱਲ, ਮੈਂ ਮਿਟਾ ਦੇਣਾ ਸਿੱਧੂ ਸਾਹਿਬ ਦੇ ਬਹੁਤ ਵੱਡੀ ਗੱਲ। ਉਹ ਦੇਖੋ ਜੀ, ਉਹ ਦੇਖੋ ਦਿੱਲੀ ਮਾਡਲ ਦੀ ਗੱਲ ਚਲਾਈ ਸੀਗੀ, ਪਰ ਮੈਂ ਹੁਣ ਜਦੋਂ ਕੇਜਰੀਵਾਲ ਹੋਰਾਂ ਨਾਲ ਬੈਠਿਆ ਉਹਨਾਂ ਨੇ ਮੈਨੂੰ ਸਮਝਾਇਆ ਕਿ ਦੇਖੋ ਜੀ ਆਹ ਮਾਡਲ ਹੈ ਤੇ ਮੈਨੂੰ ਬੜਾ ਵਧੀਆ ਲੱਗਾ। ਮੈਂ ਕਿਹਾ ਵੀ ਮੈਂ ਵੀ ਤੇ ਇਹੀ ਕਹਿੰਦਾ ਸੀ, ਫਰਕ ਸਿਰਫ ਨਾਂ ਦਾ ਪੈ ਗਿਆ। ਉਹ ਦਿੱਲੀ ਮਾਡਲ ਕਹਿੰਦੇ ਸੀ, ਅਸੀਂ ਪੰਜਾਬ ਮਾਡਲ ਕਹਿੰਦੇ। ਅਸੀਂ ਹੁਣ ਕਹਿ ਲਿਆ ਵੀ ਦਿੱਲੀ ਕੰਮ ਪੰਜਾਬ ਮਾਡਲ ਦਿਆਂਗੇ ਅਸੀਂ। ਦੂਜੀ ਰਹਿ ਗਈ ਗੱਲ ਵੀ ਉਹ ਕਹਿੰਦੇ ਵੀ ਅਨੁਸੂਚਿਤ ਜਾਤੀਆਂ, ਕਹਿੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ? ਮੇਰਾ ਵੀਰ ਆ, ਉਹ ਭਰਾ ਆ। ਜਦੋਂ ਆਮ ਆਦਮੀ ਪਾਰਟੀ ਚੱਲ ਗਏ ਫਿਰ ਉਹਨਾਂ ਹਰਪਾਲ ਸਿੰਘ ਚੀਮਾ ਨਾਲ ਗੱਲ ਕੇ, ਚੀਮਾ ਸਾਹਿਬ ਕਿੰਨੀ ਵਾਰ ਮਿਲੇ ਮੈਨੂੰ ਵਿਧਾਨ ਸਭਾ ਗੱਲ ਕਰੋ, ਮੈਂ ਜੱਫੀ ਪਾ ਕੇ ਮਿਲਦਾ ਕਿ ਨਹੀਂ ਮਿਲਦਾ? ਇਹ ਜਿਹੜੀਆਂ ਇਦਾਂ ਦੀਆਂ ਦਕਿਆਨੁਸੀ ਚੀਜ਼ਾਂ ਇਹਨਾਂ ਨੂੰ ਤੁਸੀਂ ਨਾ ਸਾਹਮਣੇ ਲਿਆਓ, ਉਹ ਵੀ ਕੰਮ ਕਲੀਅਰ ਹੋ ਗਿਆ। ਹੋਰ ਕਿਹੜਾ ਤੁਸੀਂ ਕਿਹਾ ਸੀ ਆਪਸ਼ਨ? ਨਹੀਂ, ਉਹ ਤਾਂ ਹੁਣ ਤੁਹਾਨੂੰ ਚੇਤੇ ਰੱਖਣੀ ਚਾਹੀਦੀ। ਨਹੀਂ, ਮੈਂ ਤਾਂ ਕਿਹਾ ਵੀ ਤੁਸੀਂ ਕੋਈ ਇਤਰਾਜ਼ ਨਾ ਕਰੋ, ਅਸੀਂ ਤੇ ਦੋਵਾਂ ਦੇ ਨਾਲ ਇੱਕ ਬੰਦੇ ਨੂੰ ਗੋਲ ਕਰ ਦਈਦਾ ਨਾ। ਕਹਿਣ ਤੋਂ ਭਾਵ ਇਹ ਕਿ ਵੀ ਮੈਂ ਨਹੀਂ ਕਹਿੰਦਾ ਵੀ ਇਦਾਂ ਹੋਣਾ, ਪਰ ਇਹ ਜੇ ਕੱਲ ਨੂੰ ਮਿਟਾਉਣਾ ਚਾਹਣ ਤੇ ਮਿਟਾਇਆ ਜਾ ਸਕਦਾ। ਮੈਨੂੰ ਲੱਗਦਾ ਵੀ ਆਪਾਂ ਚਲੋ ਸਿੱਧੂ ਸਾਹਿਬ ਉਧਰ ਜਾਂਦੇ ਨਹੀਂ ਜਾਂਦੇ, ਉਹ ਤੇ ਬਹੁਤ ਹਾਈਪੋਥੈਟੀਕਲ ਗੱਲ ਆ। ਪਰ ਇੱਕ ਗੱਲ ਤੇ ਹੈਗੀ ਆ ਵੀ 30 ਤਰੀਕ ਦਾ ਐਲਾਨ ਕੇਜਰੀਵਾਲ ਸਾਹਿਬ ਕੀ ਕਰਕੇ ਜਾਣਗੇ, ਕਿਉਂਕਿ ਪਿਛਲੇ ਸਮੇਂ ਦਾ ਇੱਕ ਬੰਦਾ ਉਹਨਾਂ ਦਾ ਚੁੱਪ ਕੀਤਾ ਦੜ ਵੱਟ ਕੇ ਬੈਠਾ। ਸਿੱਧੂ ਸਾਹਿਬ ਤੇ ਹੁਣ ਨਾਰਾਜ਼ ਹੋਏ ਨੇ ਪ੍ਰਧਾਨ ਜੀ,
ਉਹਨਾਂ ਦੇ ਪ੍ਰਧਾਨ ਜੀ ਦੇ ਵਾਹਵਾ ਚਿਰਦੇ ਨਾਰਾਜ਼ ਤੁਰੇ ਆਉਣ ਡਿਆ। ਨਹੀਂ, ਜਿਹੜੇ ਨਾਰਾਜ਼ ਦੋਨੋਂ ਪ੍ਰਧਾਨ ਨਾਰਾਜ਼ ਨੇ ਤੇ ਜਿਹੜੇ ਪਹਿਲਾਂ ਦੇ ਨਾਰਾਜ਼ ਆ ਭਗਵੰਤ ਮਾਨ ਹੋਰੀ, ਉਹਨਾਂ ਦਾ ਨਵੇਂ ਨਾਰਾਜ਼ ਹੋਏ ਪ੍ਰਧਾਨ ਸਾਹਿਬ ਦੇ ਬਾਰੇ ਇੱਕ ਬਿਆਨ ਆਇਆ। ਉਹ ਕਹਿੰਦੇ ਯਾਰ ਕੁਝ ਨਹੀਂ, ਗੱਲ ਕੋਈ ਨਹੀਂ ਹੈਗੀ, ਪੰਜਾਬ ਦੇ ਲੋਕਾਂ ਨੂੰ ਇਦਾਂ ਬੇਇੱਜ਼ਤੀ ਹੀ ਨਾ ਕਰੋ ਕਾਂਗਰਸੀਓ, ਤੁਸੀਂ ਸਰਕਸ ਕਰੀ ਜਾਂਦੇ ਹੋ। ਐਂ ਕਰੋ, ਨਵਜੋਤ ਸਿੰਘ ਸਿੱਧੂ ਦੀ ਕੁਰਸੀ ਇੱਕ ਲਾਗੇ ਲਾ ਦਿਓ ਤੇ ਉਹਦੇ ਮੂਹਰੇ ਲਿਖ ਦਿਓ ਸੁਪਰ ਸੀਐਮ, ਉਹਨੇ ਆਪੇ ਮੰਨ ਜਾਣਾ। ਗੱਲ ਕੁਛ ਨਹੀਂ, ਗੱਲ ਕੁਛ ਨਹੀਂ ਕਹਿੰਦੇ। ਤੁਸੀਂ ਐਵੇਂ ਕਹਿੰਦੇ ਸੀਐਮ ਨਾ ਬਣਾਓ, ਕਹਿੰਦੇ ਸੁਪਰ ਸੀਐਮ ਬਣਾ ਦੇ। ਤੇ ਸੁਪਰ ਸੀਐਮ ਇਸ ਵਕਤ ਚਾਹੁੰਦੇ ਆ। ਚਲੋ ਇਹ ਤਾਂ ਗੱਲ ਹੋ ਗਈ ਵੀ ਜਦ ਤੱਕ ਹੁਣ ਭਗਵੰਤ ਮਾਨ ਨੇ ਖੁਦ ਨਿੰਬੂ ਰੋਸ਼ਨੀ 'ਚ ਨਹੀਂ ਆਉਂਦੇ, ਕੇਜਰੀਵਾਲ ਸਾਹਿਬ ਨੇ ਹੁਣ 2 ਦਿਨ ਰਹਿਣਾ, ਇਹਦਾ ਮਤਲਬ ਵੀ ਹੁਣ 2-3 ਤਰ੍ਹਾਂ ਦੀਆਂ ਤੱਤੀਆਂ ਲਾਗੋ ਲਾਗ ਹੱਟੀਆਂ ਚੱਲਣਗੀਆਂ। ਇੱਕ ਹੱਟੀ ਚੱਲੂਗੀ ਕਾਂਗਰਸ ਪਾਰਟੀ ਵਾਲੀ, ਦੂਜੀ ਹੱਟੀ ਚੱਲੂਗੀ ਆਮ ਆਦਮੀ ਪਾਰਟੀ ਵਾਲੀ, ਤੇ ਇਹਨਾਂ ਦੋਵਾਂ ਹੱਟੀਆਂ ਦੇ ਉੱਪਰ ਜੇ ਮੱਖੀਆਂ ਉੱਡਦੀਆਂ ਜਾਂ ਸੌਦਾ ਚੰਗਾ ਵੇਖਦਾ ਉੱਤੇ ਬਿਆਨ ਆਊਗਾ, ਕਦੀ ਬੀਜੇਪੀ ਦਾ, ਕਦੀ ਅਕਾਲੀ ਦਲ ਦਾ, ਕਦੀ ਬਸਪਾ ਦਾ। ਨਹੀਂ, ਬਿਲਕੁਲ ਆਊਗਾ ਜੀ। ਤੇ ਇੰਨੀ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਸਾਹਿਬ ਅੱਜ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਆਉਂਦੇ ਆ ਕਿ ਨਹੀਂ, ਨਜ਼ਰਾਂ ਟਿਕੀਆਂ ਰਹਿਣੀਆਂ। ਆਣ ਕੇ ਚੁੱਪ ਬਹਿੰਦੇ ਆ ਕਿ ਬੋਲਦੇ ਆ ਤਾਂ ਵੀ ਪਤਾ ਲੱਗਣਾ, ਚੰਗੀ ਤਰ੍ਹਾਂ ਬੋਲਦੇ ਆ ਕਿ ਨਹੀਂ, ਉਹਨਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਂਦਾ ਕਿ ਨਹੀਂ, ਉਹਦੇ ਉੱਤੇ ਵੀ ਨਜ਼ਰਾਂ ਟਿਕਣੀਆਂ। ਤੇ ਮੁੱਖ ਮੰਤਰੀ ਦਾ ਸੰਭਾਵੀ ਦਾਅਵੇਦਾਰ ਕੌਣ ਹੋਊਗਾ, ਐਤਕੀ ਵੀ ਅਨਾਉਂਸਮੈਂਟ ਹੋਣੀ ਆ ਜਾਂ ਮੁੱਠੀ ਗੋਲ ਕਰਕੇ ਲੈ ਜਾਣੀ ਆ, ਲੋਕਾਂ ਨੇ ਚੇਤੇ ਕਰਨਾ। ਆਪਾਂ ਜਿਹੜੀ ਥੋੜੀ ਜਿਹੀ ਗੱਲ ਕੀਤੀ ਸੀ ਕੈਪਟਨ ਸਾਹਿਬ ਦੇ ਜਾਣ ਵਾਲੀ, ਥੋੜੀ ਜਿਹੀ ਉਹ ਵੀ ਮੈਂ ਨਾ ਕਰ ਲਈਏ ਵੀ ਉਹਦੇ 'ਚ ਕਿੰਨੀ ਕੁ ਸੱਚਾਈ ਲੱਗਦੀ ਹੈ। ਦੇਖੋ, ਇੱਕ ਗੱਲ ਤੇ ਬੜੀ ਕਲੀਅਰ ਹੈ ਕਿ ਵੀ ਕੈਪਟਨ ਸਾਹਿਬ ਨੇ ਉੱਥੇ ਦਿੱਲੀ ਵੀ ਮੀਡੀਆ ਨੂੰ ਜਾ ਕੇ ਬਿਆਨ ਦਿੱਤਾ। ਉਹ ਕਹਿੰਦੇ ਕੌਣ ਕਹਿੰਦਾ ਵੀ ਮੈਂ ਇੱਥੇ ਮਿਲਣ ਆਇਆ ਜੀ ਗ੍ਰਹਿ ਮੰਤਰੀ ਨੂੰ, ਮੈਂ ਗ੍ਰਹਿ ਮੰਤਰੀ ਕੋਲੋਂ ਕੀ ਲੈਣਾ ਦੇਣਾ। ਕਹਿੰਦੇ ਗ੍ਰਹਿ ਮੰਤਰੀ ਨਾਲ ਮੇਰੀ ਕੋਈ ਮੁਲਾਕਾਤ ਨਹੀਂ, ਨਾ ਮੈਂ ਕਿਸੇ ਲੀਡਰ ਨੂੰ ਮਿਲਣਾ, ਨਾ ਕਿਸੇ ਪੋਲੀਟੀਸ਼ੀਅਨ ਨੂੰ ਮਿਲਣਾ, ਨਾ ਕੋਈ ਰਾਜਨੀਤੀ ਦੀ ਗੱਲ ਹੈ। ਮੈਂ ਤਾਂ ਕਹਿੰਦੇ ਜਿਹੜਾ ਕਪੂਰਥਲਾ ਹਾਊਸ ਹੈ, ਕਿਉਂਕਿ ਪੰਜਾਬ ਦਾ ਜਿਹੜਾ ਕਪੂਰਥਲਾ ਹਾਊਸ ਹੈ ਬੇਸਿਕਲੀ ਸੀਐਮ ਦੀ ਰਿਹਾਇਸ਼ ਹੈ ਜੀ, ਕਹਿੰਦੇ ਉੱਥੇ ਮੇਰਾ ਕੋਈ ਸਾਜ਼ੋ ਸਮਾਨ ਪਿਆ ਸੀਗਾ, ਮੈਂ ਤੇ ਉਹ ਸਾਜ਼ੋ ਸਮਾਨ ਲੈਣ ਆਇਆ। ਹੁਣ ਮੈਨੂੰ ਨਹੀਂ ਪਤਾ ਵੀ ਜਾਂ ਤਾਂ ਸਲਾਹਕਾਰ ਪੰਜਾਬ ਰਹਿ ਗਏ ਜਿਨ੍ਹਾਂ ਨੇ ਕਹਿਣਾ ਸੀ, ਜਾਂ ਫਿਰ ਕਾਲੀ ਕਾਲੀ ਉਹਨਾਂ ਦੇ ਮੂੰਹੋਂ ਕਿਤੇ ਨਿਕਲ ਗਿਆ। ਹੁਣ ਇਹਦੇ ਕਿਸੇ ਬੰਦੇ ਨੂੰ ਗੱਲ ਹਜਮ ਨਹੀਂ ਹੁੰਦੀ ਨਾ ਵੀ ਯਾਰ 4.5 ਸਾਲ ਜਦੋਂ ਮੁੱਖ ਮੰਤਰੀ ਸਾਹਿਬ ਬਹੁਤ ਸਾਰੇ ਮਸਲਿਆਂ ਲਈ ਲੋਕ ਲੱਭਦੇ ਸੀ ਵੀ ਕਿਤੇ ਬਾਹਰ ਆਉਣ, ਉਦੋਂ ਤਾਂ ਗਏ ਨਹੀਂ। ਐਸਾ ਕਿਹੜਾ ਖਾਸ ਸਮਾਨ ਜਿਹੜਾ ਕਹਿੰਦੇ ਨਹੀਂ ਨਹੀਂ ਮੈਂ ਲੈ ਕੇ ਆਉਣਾ, ਉੱਥੇ ਮੈਨੂੰ ਪਤਾ ਕਿਹੜੀ ਅਲਮਾਰੀ 'ਚ ਰੱਖਿਆ ਹੋਇਆ, ਮੈਂ ਕਿਸੇ ਹੋਰ ਨੂੰ ਨਹੀਂ ਭੇਜਣਾ। ਸਾਂਭ ਕੇ ਲਿਆਉਣ ਵਾਲੇ ਸਮਾਨ ਤੋੜ ਦਿੰਦੇ ਨੇ ਬੰਦੇ ਨਾ। ਦੇਖੋ ਸੰਧਾਲੀਆ ਸਾਹਿਬ, ਗੱਲ ਇਹ ਹੈ ਕਿ ਜਦੋਂ ਕੈਪਟਨ ਸਾਹਿਬ ਦਿੱਲੀ ਨੂੰ ਤੁਰੇ ਹੋਣੇ ਨਾ, ਉਦੋਂ ਤੱਕ ਸਿੱਧੂ ਸਾਹਿਬ ਨੇ ਅਸਤੀਫਾ ਨਹੀਂ ਦਿੱਤਾ ਹੋਣਾ। ਉਦੋਂ ਤੱਕ ਤਾਂ ਸਾਰਿਆਂ ਦੇ ਮਨ 'ਚ ਇਹ ਸੀ ਕਿ ਹਾਈ ਕਮਾਂਡ ਦੇ ਨਾਲ ਗੱਲ ਇੱਕੋ ਹੀ ਹੈ, ਕੈਪਟਨ ਸਾਹਿਬ ਖੂੰਜੇ ਲੱਗ ਗਏ ਹੈ। ਚਰਚਾ ਇਹ ਸੀ ਕਿ ਜੇਪੀ ਨੱਡਾ ਤੇ ਅਮਿਤ ਸ਼ਾਹ ਦੋਨਾਂ ਨਾਲ ਗੱਲਬਾਤ ਹੋਏਗੀ, ਦੋਨੋਂ ਹੀ ਬੀਜੇਪੀ ਦੇ ਮੋਦੀ ਸਾਹਿਬ ਤੋਂ ਬਾਅਦ ਸਭ ਤੋਂ ਵੱਡੇ ਲੀਡਰ ਨੇ। ਚਰਚਾ ਤੇ ਇੱਥੋਂ ਤੱਕ ਵੀ ਚੋਣ ਚਲਾਤੀ ਜੀ, ਰਾਜ ਸਭਾ ਦੀ ਮੈਂਬਰੀ ਦੇ ਦੇਣੀ ਆ, ਫਲਾਣੇ ਸੂਬੇ 'ਚੋਂ ਦੇ ਦੇਣੀ ਆ, ਖੇਤੀਬਾੜੀ ਮੰਤਰੀ ਲਾ ਦੇਣਾ, ਖੇਤੀ ਕਾਨੂੰਨ ਜਿਹੜੇ ਹੈ ਹੋ ਸਕਦਾ ਕੇਂਦਰ ਦੀ ਸਰਕਾਰ ਫਿਰ ਉਹਨਾਂ ਦੇ ਹੱਥੋਂ ਰੱਦ ਕਰਾ ਕੇ ਉਹਨਾਂ ਨੂੰ ਮੁੱਖ ਮੰਤਰੀ ਦਾ ਸੰਭਾਵੀ ਦਾਅਵੇਦਾਰ ਜਿਹੜਾ ਪੰਜਾਬ 'ਚ ਬਣਾ ਕੇ ਤਾਂ ਬੀਜੇਪੀ 'ਚ ਐਂ ਕਰਦੇ। ਕਿਹਾ ਨਹੀਂ ਕਿਸੇ ਨੇ, ਚਰਚਾਵਾਂ ਚੱਲਦੀਆਂ ਸੀ। ਮਤਲਬ ਇਹ ਤੇ ਉਹ ਵਾਲੇ ਲੇਖ ਹੈ ਨਾ ਜਿਹੜੇ ਸੂਤਰ ਨਾਲ ਹੀ ਲਿਖ ਕੇ ਦਿੰਦੇ ਵੀਰ ਜੀ, ਆਹ ਵਾਲਾ ਲੇਖ ਛਾਪ ਦਿਓ। ਸਹੀ ਗੱਲ ਹੈ। ਹੁਣ ਉਹਦੇ ਤੋਂ ਬਾਅਦ ਪਰ ਜਦੋਂ ਤੱਕ ਉਹਨਾਂ ਨੇ ਦਿੱਲੀ ਆਪਣਾ ਸੀ ਉਦੋਂ ਤੱਕ ਅਸਤੀਫਾ ਆ ਗਿਆ। ਫਿਰ ਉਹਨਾਂ ਨੇ ਸੋਚਿਆ ਹੋਣਾ ਕਿ ਭਾਈ ਥੋੜੀ ਦੇਰ ਅਜੇ ਰੁਕਦੇ ਹਾਂ, ਥੋੜੀ ਦੇਰ ਅਜੇ ਆਪਾਂ ਇੰਤਜ਼ਾਰ ਕਰਦੇ ਹਾਂ, ਦੇਖਦੇ ਹਾਂ। ਫਿਰ ਵਿੱਚੇ ਬੀਬੀ ਸੋਨੀਆ ਗਾਂਧੀ ਨੂੰ ਕਹਿਤਾ ਕਿ ਅਸਤੀਫਾ ਮਨਜ਼ੂਰ ਕਰ ਲਓ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ, ਜੇ ਕਾਂਗਰਸ ਪਾਰਟੀ ਦਾ ਪ੍ਰਧਾਨ ਕੋਈ ਹੋਰ ਬੰਦਾ ਬਣਦਾ, ਬਹੁਤ ਸਾਰੇ ਐਮਐਲਏ, ਬਹੁਤ ਸਾਰੇ ਕਾਂਗਰਸ ਦੇ ਲੀਡਰ ਜਿਹੜੇ ਚਾਹੁੰਦੇ ਸੀ ਕਿ ਭਾਈ ਨਵਜੋਤ ਸਿੰਘ ਸਿੱਧੂ ਜੇ ਪ੍ਰਚਾਰ ਕਰਨਗੇ ਤਾਂ ਸ਼ਾਇਦ ਸਾਡੀ 2022 ਵਾਲੀ ਬੇੜੀ ਪਾਰ ਹੋ ਜਾਏ, ਉਹਨਾਂ ਦਾ ਮਨ ਫਿਰ ਥੋੜਾ ਥੋੜਾ ਹੋਰ ਤਰ੍ਹਾਂ ਹੋ ਸਕਦਾ ਕਿ ਪੁਰਾਣੇ ਸਿਸਵਾਂ ਵਾਲੇ ਜਿਹੜੇ ਮਹਿਲ ਨੂੰ ਫਿਰ ਜਾਣ ਲੱਗ ਪੈਣ, ਫਾਰਮ ਹਾਊਸਾਂ ਨੂੰ ਫਿਰ ਜਾਣ ਲੱਗ ਪੈਣ। ਹੁਣ ਹਾਲ ਦੀ ਘੜੀ ਵੇਟ ਐਂਡ ਵਾਚ ਵਾਲੀ ਸਥਿਤੀ ਲੱਗਦੀ ਹੈ ਕੈਪਟਨ ਸਾਹਿਬ ਦੀ ਕਿ ਦੇਖਦੇ ਆ ਅਸਤੀਫਾ ਮਨਜ਼ੂਰ ਹੁੰਦਾ ਕਿ ਨਹੀਂ, ਮੰਨਦੇ ਆ ਕਿ ਨਹੀਂ। ਕਿਉਂਕਿ ਜੇ ਤਾਂ ਮੰਨ ਜਾਂਦੇ ਆ ਨਵਜੋਤ ਸਿੰਘ ਸਿੱਧੂ, ਜੇ ਕੁਝ ਇੱਕ ਬਦਲੀਆਂ ਕਰਾ ਕੇ ਗੱਲ ਸੈੱਟ ਆ ਜਾਂਦੀ ਹੈ, ਫਿਰ ਤਾਂ ਸਥਿਤੀ ਜੈਸੇ ਤੇ ਵਾਲੀ ਹੋ ਜੂ। ਪਰ ਜੇ ਨਹੀਂ ਮੰਨਦੇ, ਅਸਤੀਫਾ ਮਨਜ਼ੂਰ ਹੋ ਜਾਂਦਾ, ਸਿੱਧੂ ਸਾਹਿਬ ਫੇਰ ਘਰ ਬੈਠ ਜਾਂਦੇ ਆ, ਫਿਰ ਹੋ ਸਕਦਾ ਕਿ ਕੈਪਟਨ ਸਾਹਿਬ ਕਿਸੇ ਹੋਰ ਪਾਸੇ ਸਰਗਰਮ ਹੋਣ ਦੀ ਜਗ੍ਹਾ ਦੇ ਉੱਤੇ ਦੁਬਾਰਾ ਇੱਥੇ ਸਰਗਰਮ ਹੋ ਜਾਣ। ਨਹੀਂ ਦੇਖੋ, ਇਹ ਗੇਮਾਂ ਨਾ ਇਸ ਵਕਤ ਅਜੀਬੋ-ਗਰੀਬ ਹੋ ਗਈਆਂ। ਐਂਡ ਇਹਦੇ ਵਿੱਚ ਇੱਕ ਹੋਰ ਅਗਲਾ ਬਿਆਨ ਜਿਹੜਾ ਆਪਾਂ ਐਡ ਕਰਦੀ, ਉਹ ਵੀ ਰਵਨੀਤ ਸਿੰਘ ਬਿੱਟੂ ਹੋਰਾਂ ਦਾ। ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਫਿਰ ਕੀ ਜਾਪਦਾ ਤੁਹਾਨੂੰ ਵੀ ਇਹ ਹੁਣ ਕੈਪਟਨ ਸਾਹਿਬ ਉੱਥੇ ਮੁਲਾਕਾਤ ਕਰ ਰਹੇ, ਇੱਧਰ ਸਿੱਧੂ ਸਾਹਿਬ ਨੇ ਅਸਤੀਫਾ ਦੇਤਾ। ਕਹਿੰਦੇ ਕੀ ਪਤਾ ਮੁਲਾਕਾਤ ਕਰਨ ਵਾਲੇ 2 ਹੋ ਜਾਣ। ਇੱਕ ਲਾਈਨ ਆ ਜਸਟ ਵੇਖੋ, ਮਤਲਬ ਮੁਲਾਕਾਤ ਕਰਨ ਵਾਲੇ 2 ਹੋ ਜਾਣ, ਅਮਿਤ ਸ਼ਾਹ ਜਾਂ ਬੀਜੇਪੀ ਦੇ ਨਾਲ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਬਿੱਟੂ ਸਾਹਿਬ ਦੇ ਇਸ ਬਿਆਨ ਨੂੰ ਆਪਾਂ ਐਜ਼ ਇਟ ਇਜ਼ ਐਕਸਪਲੇਨ ਕਰਨਾ ਚਾਹੀਏ ਵੀ ਕੈਪਟਨ ਸਾਹਿਬ ਤੇ ਗਏ ਹੀ ਗਏ ਆ, ਕਿਉਂਕਿ ਪਿਛਲੇ ਦਿਨ ਉਹ ਕਹਿ ਹਟੇ ਦੋਵੇਂ ਭਰਾ ਵੀ ਭਾਈ ਸਾਹਿਬ ਹੁਣ ਮਾਰਗਦਰਸ਼ਕ ਬਣ ਜਾਣ ਸਾਡੇ, ਸਾਨੂੰ ਗਾਈਡ ਕਰਿਆ ਕਰਨ ਕਿੱਥੇ ਉੱਚਾ ਨੀਵਾਂ ਬਹਿਣਾ ਉੱਠਣਾ ਤੱਤਾ ਠੰਡਾ, ਬਾਕੀ ਹੁਣ ਉਹ ਰੈਸਟ ਕਰਨ, ਹੈ ਨਾ, ਬਹੁਤ ਹੋ ਗਿਆ। ਦੂਜੇ ਪਾਸੇ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਪ੍ਰਧਾਨ ਬਣਨ ਤੋਂ ਹੁਣ ਅਸਤੀਫਾ ਦੇਣ ਤੋਂ ਲੈ ਕੇ ਜਿਸ ਹਿਸਾਬ ਨਾਲ ਬਿਆਨ ਦਿੰਦੇ ਉਹ ਵੀ ਕਲੀਅਰ ਹੀ ਹੈ।
ਇਹਦਾ ਮਤਲਬ ਇਹ ਹੋ ਗਿਆ ਵੀ ਬਿੱਟੂ ਸਾਹਿਬ ਜਾਂ ਉਸ ਤਰ੍ਹਾਂ ਦੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਿੱਚ ਲੀਡਰ ਸਾਹਿਬਾਨ ਹੋਣਗੇ ਜਿਹੜੇ ਚਾਹੁੰਦੇ ਨੇ ਯਾਰ ਦੋਵਾਂ ਨੂੰ ਇੱਕੋ ਕਾਰ 'ਚ ਭੇਜੋ ਯਾਰ, ਪਰ ਅਮਿਤ ਸ਼ਾਹ ਹੋਰੀ ਇਕੱਠੇ ਹੀ ਦਾਖਲ ਕਰਾ ਲੈਣ ਬੀਜੇਪੀ 'ਚ, ਅਸੀਂ ਕਾਂਗਰਸ ਆਪਣੇ ਹਿਸਾਬ ਨਾਲ ਚਲਾ ਲਾਂਗੇ। ਨਹੀਂ, ਬਿੱਟੂ ਸਾਹਿਬ ਜਿੱਦਾਂ ਦਾ ਹੁਣ ਟੇਢਾ ਬਿਆਨ ਦੇ ਕੇ ਗਏ ਆ ਨਾ, ਉਹ ਬਿਆਨ ਦੇ ਅਰਥ ਬੜੇ ਨੇ। ਹਾਲਾਂਕਿ ਜਾਖੜ ਸਾਹਿਬ, ਬਿੱਟੂ ਸਾਹਿਬ ਤੇ ਕੈਪਟਨ ਸਾਹਿਬ ਤੋਂ ਬਿਨਾਂ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਜਿਹੜਾ ਉਹ ਇਦਾਂ ਨਹੀਂ ਬੋਲਿਆ, ਕਿਉਂਕਿ ਜਾਖੜ ਸਾਹਿਬ ਤਾਂ ਹਮੇਸ਼ਾ ਹੀ ਨਾਪ ਤੋਲ ਕੇ ਗੱਲ ਕਰਦੇ ਹੁੰਦੇ ਆ। ਪਰ ਬਿੱਟੂ ਸਾਹਿਬ ਤੇ ਕੈਪਟਨ ਸਾਹਿਬ ਦੇ ਬਿਆਨ ਜਿਹੜੇ ਆ ਸੀਗੇ ਅੱਡੋ ਅੱਡ, ਪਰ ਸੀਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਹੁਤ ਜ਼ਿਆਦਾ ਤਿੱਖੀ ਜੀ ਨੋਕ ਵਾਲਾ ਤੀਰ ਜਿਹੜਾ ਉਹ ਸਿੱਧਤ ਕਰਕੇ। ਹੁਣ ਹੁੰਦਾ ਕੀ ਹੈ ਸੰਧਾਲੀਆ ਸਾਹਿਬ, ਇਹ ਤਾਂ ਅੱਜ ਦੇ ਦਿਨ ਨੇ ਕਲੀਅਰ ਕਰ ਦੇਣਾ। ਅੱਜ ਬਹੁਤ ਕੁਝ ਹੋ ਸਕਦਾ। ਨਵਜੋਤ ਸਿੰਘ ਸਿੱਧੂ ਜੇ ਨਹੀਂ ਮੰਨਦੇ ਤਾਂ ਕਾਂਗਰਸ ਪਾਰਟੀ 'ਚ ਬਹੁਤ ਵੱਡਾ ਪਟਾਕਾ ਪੈ ਸਕਦਾ। ਜੇ ਮੰਨ ਜਾਂਦੇ ਆ, ਚੁੱਪ ਚਪੀਤੇ ਮੰਨੇ, ਤਾਂ ਨਵਜੋਤ ਸਿੰਘ ਸਿੱਧੂ ਦੀ ਪੋਜੀਸ਼ਨ ਖਰਾਬ ਹੋਏਗੀ। ਜੇ ਸਾਰਾ ਕੁਝ ਕਲੀਅਰ ਕਰਨਗੇ ਕਿ ਭਾਈ ਆਹ ਗੱਲ ਸੀ, ਇਹਦੇ ਤੇ ਇਤਰਾਜ਼ ਸੀ, ਆਹ ਇਤਰਾਜ਼ ਇਦਾਂ ਦੂਰ ਹੋਇਆ ਤੇ ਫਿਰ ਮੰਨਿਆ, ਫਿਰ ਠੀਕ ਹੈ। ਤੀਸਰਾ, ਅੱਜ ਚੰਨੀ ਸਾਹਿਬ ਨੇ ਮੀਟਿੰਗ ਰੱਖੀ ਹੈ, ਬਹੁਤ ਅਹਿਮ ਮੀਟਿੰਗ ਆ, ਬਹੁਤ ਇੰਪੋਰਟੈਂਟ। ਚੰਨੀ ਸਾਹਿਬ ਨੂੰ ਚਾਹੀਦਾ ਕਿ ਹੁਣ ਛੇਤੀ ਛੇਤੀ ਕੈਬਨਿਟ ਦੇ ਵਿੱਚੋਂ ਕੁਝ ਫੈਸਲੇ ਕਰ ਦਿਓ, ਜਿਹਦੇ ਨਾਲ ਕਿ ਸਾਰਿਆਂ ਨੂੰ ਲੱਗੇ ਕਿ ਭਾਈ ਤੁਸੀਂ ਹੁਣ ਹਮਲਾਵਰ ਮੂਡ ਦੇ ਵਿੱਚ ਆ ਗਏ ਹੋ। ਇਹ ਨਹੀਂ ਕਿ ਕਿਸੇ ਤੇ ਕਾਰਵਾਈ ਕਰ ਦਿਓ, ਇਹ ਕਿ ਪੰਜਾਬ ਦੇ ਲੋਕ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਨਸਾਫ ਭਾਲਦੇ ਆ, ਉਹ ਇਨਸਾਫ ਪ੍ਰਾਪਤੀ ਦੇ ਰਾਹ ਦੇ ਉੱਤੇ ਜੇ ਤੁਰ ਲਿਆ ਜਾਵੇ ਤਾਂ ਬਹੁਤ ਵਧੀਆ। ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਸਾਰੇ ਕੰਮ ਇੱਕੋ ਵਾਰੀ ਕਰਨੇ ਚਾਹੀਦੇ ਆ, ਪਰ ਕਿਉਂਕਿ ਤੁਹਾਡੇ ਕੋਲ ਸਮਾਂ ਥੋੜਾ, ਕੋਡ ਆਫ ਕੰਡਕਟ ਲੱਗ ਜਾਣਾ ਤੇ ਸਮਾਂ ਥੋੜਾ, ਤੇ ਥੋੜੇ ਸਮੇਂ ਦੇ ਵਿੱਚ ਤੇਜ਼ੀ ਦਿਖਾਉਣੀ ਪੈਂਦੀ ਹੈ। ਇਹ ਉਧਰ ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਬਹੁਤ ਸਰਗਰਮੀ ਹੈ। ਉਹਨਾਂ ਨੇ ਵੀ ਮੇਰੇ ਖਿਆਲ ਪਿਛਲੇ ਦਿਨਾਂ 'ਚ ਕਿਹਾ ਹੈ ਵੀ ਹੁਣ ਚੰਨੀ ਸਾਹਿਬ ਦਾ ਘਰ ਘੇਰਨਾ ਆਪਾਂ, ਕਿਉਂਕਿ ਹੁਣ ਜੀ ਉਧਰ ਨੂੰ ਉਹਨਾਂ ਨੇ ਵੀ ਆਪਣੇ ਬੰਦੇ ਇਕੱਠੇ ਕੁੱਠੇ ਕਰਕੇ ਚੰਨੀ ਸਾਹਿਬ ਦਾ ਘਰ ਘੇਰਨ ਵਾਲੇ ਪਾਸੇ ਤਿਆਰੀ ਕਰ ਲਈ। ਚੰਨੀ ਸਾਹਿਬ ਤਿਆਰ ਹੋ ਗਏ ਟਾਈਮ ਨਾਲ, ਮਤਲਬ ਉਧਰ ਸਿੱਧੂ ਸਾਹਿਬ ਨੂੰ ਮਨਾਉਣ ਚਲ ਗਏ। ਸਿੱਧੂ ਸਾਹਿਬ ਹੋ ਸਕਦਾ ਵੀ ਨਾਰਾਜ਼ ਹੋ ਕੇ ਕਿਸੇ, ਜਿੱਦਾਂ ਅੱਗੇ ਕਹਿੰਦੇ ਨੇ ਵੀ ਕਿ ਸਿੱਧੂ ਸਾਹਿਬ ਬੜੀ ਬਹੁਤ ਜ਼ਿਆਦਾ ਸਖਤ ਸੁਰੱਖਿਆ 'ਚ ਰਹਿੰਦੇ ਆ, ਪਰ ਇਹ ਵੀ ਚਰਚਾਵਾਂ ਨੇ ਕਿ ਇਹ ਅਸਤੀਫਾ ਦੇਣ ਤੋਂ ਪਹਿਲਾਂ 2-3 ਘੰਟੇ ਉਹ ਗਾਇਬ ਰਹੇ ਆ, ਕਿਸੇ ਹੋਰ ਦੇ ਨਾਲ ਰਹੇ ਆ। ਉਹ ਕਿਹੜਾ ਬੰਦਾ ਸੀ ਇਹ ਵੀ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਣਾ, ਆਪਾਂ ਕਾਹਨੂੰ ਨਾਂ ਲੈਣਾ। ਨਹੀਂ, ਨਾਂ ਲੈਣ ਦੀ ਲੋੜ ਨਹੀਂ। ਚਰਚਾ ਤੇ ਇਹ ਵੀ ਚੱਲਦੀ ਹੈ ਕਿ ਕੁਝ ਇੱਕ ਕਿਸਾਨ ਲੀਡਰ ਜਿਹੜੇ ਕਿ ਪੰਜਾਬ ਦੇ ਨਹੀਂ, ਸਿੱਧੂ ਸਾਹਿਬ ਦੀ ਉਹਨਾਂ ਨਾਲ ਮੁਲਾਕਾਤ ਹੋਈ ਹੈ। ਚਰਚਾ ਇਹ ਵੀ ਚੱਲਦੀ ਹੈ ਕਿ ਕੁਝ ਇੱਕ ਨਿਯੁਕਤੀਆਂ ਜਿਹੜੀਆਂ, ਆ 2 ਨਿਯੁਕਤੀਆਂ ਦੀ ਗੱਲ ਨਹੀਂ ਕਰਦੇ, ਹੋਰ ਇੱਕ ਕੁਝ ਇੱਕ ਨਿਯੁਕਤੀਆਂ ਦੇ ਬਾਬਤ ਇਹ ਵੀ ਸੀ ਕਿ ਭਾਈ ਕਿਤੇ ਕੱਲ ਨੂੰ ਦੋਸ਼ ਨਾ ਲੱਗਣ ਕਿ ਕਿਵੇਂ ਕੀਤੀਆਂ ਗਈਆਂ, ਕਿਹੜੇ ਹਿਸਾਬ ਕਿਤਾਬ ਦੇ ਵਿੱਚ ਕੀਤੀਆਂ ਗਈਆਂ, ਕਿਵੇਂ ਤੋਲ ਕੇ ਕੀਤੀਆਂ ਗਈਆਂ, ਉਹਦੇ ਤੋਂ ਵੀ ਕੁਝ ਹੱਦ ਤੱਕ ਰੌਲੇ ਰੱਪੇ ਪੈਂਦੇ ਸੀ। ਪਰ ਜਿਸ ਤਰੀਕੇ ਪੰਜਾਬੋਂ ਬਾਹਰਲੇ ਕਿਸਾਨ ਲੀਡਰ, ਮੈਂ ਇਹ ਵੀ ਦੱਸਦੇ ਹਾਂ ਕਿ ਜਿਨ੍ਹਾਂ ਦੀ ਚਰਚਾ ਚੱਲਦੀ ਹੈ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਪੰਜਾਬ 'ਚ ਇਲੈਕਸ਼ਨ ਲੜਨੀ। ਹੋਰ ਲੀਡਰ ਨੇ, ਚਰਚਾ ਚੱਲਦੀ ਹੈ, ਪਤਾ ਨਹੀਂ ਲੱਗਿਆ। ਜਿਸ ਤਰੀਕੇ ਢੀਂਡਸਿਆਂ ਦੇ ਨਾਲ ਮੁਲਾਕਾਤ ਦੀ ਵੀ ਚਰਚਾ ਚੱਲਦੀ ਸੀ ਅੰਦਰ ਖਾਤੇ ਕਿ ਭਾਈ ਕੁਝ ਹੋ ਸਕਦਾ, ਕੋਈ ਵੀ ਬੰਦਾ ਕਿਸੇ ਨਾਲ ਵੀ ਮੁਲਾਕਾਤ ਕਰ ਸਕਦਾ। ਵੈਸੇ ਵੀ ਉਹਨਾਂ ਦੀ ਪਾਰਟੀ ਛੋਟੀ ਹੋ ਗਈ ਹੈ। ਨਹੀਂ, ਪਰ ਢੀਂਡਸਾ ਸਾਹਿਬ ਦਾ ਬਿਆਨ ਆ ਗਿਆ ਨਾ, ਉਹ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਾਂਗਰਸ ਪਾਰਟੀ ਦਾ ਇਹੋ ਕੁਝ ਰਹਿੰਦਾ, ਇਹ ਕੁਰਸੀਆਂ ਮਗਰ ਲੜਦੇ ਲੁੜਦੇ ਰਹਿੰਦੇ। ਇਹਦਾ ਮਤਲਬ ਉਧਰ ਤਾਂ ਕਲੀਅਰ ਹੋ ਗਿਆ ਵੀ ਉਧਰ ਸ਼ਾਇਦ ਮੁਲਾਕਾਤ ਬਹੁਤੀ ਸੁਖਾਵੀ ਨਹੀਂ ਹੋਈ। ਹਾਂ, ਵੀ ਚਰਚਾ ਚੱਲਦੀ ਹੈ। ਹੁਣ ਚਰਚਾਵਾਂ ਦੇ ਵਿੱਚੋਂ ਇਹ ਗੱਲ ਜਿਹੜੀ ਹੁਣ ਨਿਕਲ ਕੇ ਸਾਹਮਣੇ ਆਊਗੀ ਕਿ ਕਹਾਣੀ ਜਾਣੀ ਕਿੱਧਰ ਨੂੰ ਹੈ, ਕਿਉਂਕਿ ਅੱਜ ਦਾ ਦਿਨ ਚੰਨੀ ਸਾਹਿਬ ਦੀ ਸਰਕਾਰ ਲਈ, ਕਾਂਗਰਸ ਪਾਰਟੀ ਦੇ ਲਈ ਤੇ ਸਿੱਧੂ ਸਾਹਿਬ ਦੇ ਲਈ, ਤਿੰਨਾਂ ਦੇ ਲਈ ਤਾਂ ਇੰਪੋਰਟੈਂਟ ਹੈਗਾ ਹੀ ਆ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਆਪਸ 'ਚ ਲੜਦੇ ਰਹੇ, ਪਾਟੋ ਧਾੜ ਦੇ ਸ਼ਿਕਾਰ ਰਹੇ, ਉਧਰ ਭਗਵੰਤ ਮਾਨ ਚੁੱਪ ਰਹੇ, ਤਾਂ ਫਿਰ ਭਾਈ ਜਿਨ੍ਹਾਂ ਨੇ ਅੱਜ ਚੰਨੀ ਸਾਹਿਬ ਦਾ ਘਰ ਘੇਰਨਾ ਹੈ, ਅਸੀਂ ਨਹੀਂ ਕਹਿੰਦੇ ਕਿ ਅਕਾਲੀ ਦਲ ਦੇ ਹੱਕ 'ਚ ਕੋਈ ਲਹਿਰ ਹੈ, ਪਰ ਅਗਲੇ ਬੰਦੇ ਕਹਿੰਦੇ ਜੀ 2 ਲੱਖ ਕਿਸਾਨਾਂ ਦੀ ਜ਼ਮੀਨ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਅਕਵਾਇਰ ਕੀਤੀ ਜਾ ਰਹੀ ਹੈ, ਪੈਸੇ ਘੱਟ ਮਿਲਦੇ ਆ। ਅੱਜ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੱਜ ਜਦੋਂ ਅਸੀਂ ਗੁਰਦੁਆਰਾ ਅੰਬ ਸਾਹਿਬ ਤੋਂ ਚੰਨੀ ਸਾਹਿਬ ਦਾ ਘਰ ਘੇਰਨੇ ਜਾਣਾ, ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਮਿਲੇ, ਤਾਂ ਕਿਸਾਨੋ ਤੁਸੀਂ ਸਾਡੇ ਨਾਲ ਤੁਰੋ, ਅਸੀਂ ਤੁਹਾਡੇ ਹੱਕ ਦੇ ਲਈ ਲੜਨਾ। ਤੇ ਜਦੋਂ ਅਗਲੇ ਤਾਂ ਉਧਰ ਸਰਗਰਮ ਹੋਏ ਫਿਰਦੇ ਆ ਕਿ ਕਿਸਾਨਾਂ ਨੂੰ ਨਾਲ ਕਿੱਦਾਂ ਜੋੜਨਾ, ਤੇ ਜੇ ਆਪਸ 'ਚ ਲੜੀ ਜਾਣਗੇ, ਉਧਰ ਕੋਈ ਬੰਦਾ ਗੁੱਸੇ ਹੋ ਕੇ ਬੈਠਾ ਰਹੂਗਾ, ਤਾਂ ਫਿਰ ਭਾਈ ਲਾਹਾ ਕਿਸੇ ਨਾ ਕਿਸੇ ਨੂੰ ਤਾਂ ਮਿਲਣਾ ਹੀ ਆ ਨਾ। ਇੱਕ ਮੈਨੂੰ ਲੱਗਦਾ ਵੀ ਅਕਾਲੀ ਦਲ ਨੂੰ ਵੀ ਸਲਾਹਕਾਰ ਬਦਲਣੇ ਚਾਹੀਦੇ ਆ। ਕਿਵੇਂ? ਕਿਉਂਕਿ ਨਾ ਇੱਕ ਗੱਲ ਕਲੀਅਰ ਹੁੰਦੀ ਹੈ ਵੀ ਜਿੱਦਾਂ ਹੁਣ ਆਪਾਂ ਮੰਨ ਲਓ ਵੀ ਪਿੰਡਾਂ ਵਾਲੀ ਉਦਾਹਰਨ ਲੈ ਲੈਂਦੇ ਹਾਂ, ਪੀਟਰ ਇੰਜਣ ਹੁੰਦਾ ਕਿ ਨਹੀਂ ਜੀ, ਮਤਲਬ ਜਾਂ ਟੋਕੇ ਤੇ ਲਾ ਲਿਆ ਜਾਂ ਮੋਟਰ ਤੇ ਲਾ ਲਿਆ, ਹੈ ਨਾ, ਵੀ ਕਿਤੇ ਵੀ ਟੂਬਲ ਤੇ ਲਾ ਲਿਆ। ਉਹਨੂੰ ਪਤਾ ਹੈ ਵੀ ਭਾਈ ਸਾਹਿਬ ਇਹਨੇ ਇਸ ਪਾਸੇ ਨੂੰ ਚੱਲਣਾ, ਇੱਧਰੋਂ ਇਹਨੂੰ ਗੇੜਾ ਦੇਣਾ ਪੈਣਾ, ਉਦੋਂ ਬਾਅਦ ਟੱਸ ਜੀ ਛੁੱਟਾਂਗੇ ਤੇ ਇੱਕ ਰਾਂ ਧੂਆਂ ਜਿਹਾ ਮਾਰ ਕੇ ਨੇ ਸਟਾਰਟ ਹੋ ਜਾਣਾ, ਕੰਮ ਚੱਲ ਪੈਣਾ। ਹੁਣ ਮੁਸ਼ਕਿਲ ਇਹ ਆ ਵੀ ਕਿੰਨੀ ਵਾਰ ਆਪਾਂ ਇਹ ਬਿਆਨ ਸੁਣ ਚੁੱਕੇ ਆ ਵੀ ਕਿਸਾਨ ਜਥੇਬੰਦੀਆਂ ਕਹਿ ਹਟੀਆਂ ਭਾਈ ਸਾਹਿਬ ਸਾਡਾ ਪ੍ਰੋਗਰਾਮ ਹੈ, ਜਿੰਨੇ ਦੇਣਾ ਸਾਥ ਉਹ ਪਿੱਛੇ ਉਹ ਦਰੀ ਤੇ ਆ ਕੇ ਬਹਿ ਕੇ ਸਾਡੇ ਨਾਲ ਜਿੰਦਾਬਾਦ ਜਿੰਦਾਬਾਦ ਕਰ ਲੇ, ਜਾਂ ਜੇ ਬਹੁਤੀ ਗੱਲ ਆ ਵੀ ਸਾਨੂੰ ਲੀਡਰ ਹੀ ਚਾਹੀਦੇ, ਫਿਰ ਸਾਡੇ ਚ ਨਾ ਉਹ ਪਾਰਲੀਮੈਂਟ ਉੱਥੇ ਜਾ ਕੇ ਤੁਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰ ਲਓ। ਤੇ ਜੇ ਤੁਸੀਂ ਇਹ ਕਹੋ ਵੀ ਸਟੇਜ ਸਾਡੀ ਲੱਗੀ ਆ, ਤੰਬੂ ਸਾਡੇ ਆ ਤੇ ਮਾਈਕ ਤੁਸੀਂ ਫੜ ਲਓ, ਤੇ ਅਸੀਂ ਸਾਰੇ ਜਣੇ ਅੱਗੇ ਬਹਿ ਕੇ ਫਿਰ ਪੁੱਛੀਏ ਹਾਂਜੀ ਕੀ ਕਹੋਗੇ, ਫਿਰ ਸਾਨੂੰ ਉਹ ਗੱਲ ਨਹੀਂ ਬਣਨੀ ਜੀ। ਹੁਣ ਜਿੰਨੀਆਂ ਵੀ ਪਿਛਲੇ ਦਿਨਾਂ ਦੀਆਂ ਆਪਾਂ ਸਰਗਰਮੀਆਂ ਦੇਖੀਆਂ, ਉਹਦੇ 'ਚੋਂ ਅਕਾਲੀ ਦਲ ਵੱਲੋਂ ਉਸੇ ਜਿਹੜਾ ਪੀਟਰ ਇੰਜਣ ਆ
ਉਹਨੂੰ ਮਤਲਬ ਦੁਬਾਰਾ ਹੱਥੀ ਪਾ ਲੈਂਦੇ ਤੇ ਗੇੜਾ ਪੁੱਠਾ ਦੇਣ ਲੱਗ ਪੈਂਦੇ ਆ, ਕਹਿੰਦਾ ਲੈ ਸਟਾਰਟ ਕਰਨਾ ਹੀ ਕਰਨਾ। ਉਹ ਕਿੱਦਾਂ ਹੋ ਜੂ ਯਾਰ, ਮੈਨੂੰ ਸਮਝ ਆਈ ਗੱਲ ਦੀ। ਨਹੀਂ, ਥੋੜਾ ਜਿਹਾ ਹੈ ਤਾਂ ਔਖਾ, ਪਰ ਅਗਲਿਆਂ ਨੇ ਕੁਛ ਨਾ ਕੁਛ ਤਾਂ ਸਰਗਰਮੀ ਕਰਨੀ ਆ। ਪੋਲੀਟੀਕਲ ਸਰਗਰਮੀਆਂ ਕਰਦੇ ਅਗਲੇ ਫੇਰ ਨਹੀਂ ਕਰਨ ਦਿੰਦੇ। ਜੇ ਹੁਣ ਕਿਸਾਨਾਂ ਦੇ ਮੁੱਦੇ ਤੇ ਅਗਲਿਆਂ ਨੇ ਸਰਗਰਮੀ ਕੀਤੀ ਹੈ ਤਾਂ ਫੇਰ ਵੀ ਜੇ ਆਓ ਤੁਸੀਂ ਪੀਟਰ ਇੰਜਣ ਤੇ ਗੇੜੇ ਪੁੱਠੇ ਦੀ ਗੱਲ ਕਰੋਗੇ ਫਿਰ ਭਾਈ ਔਖਾ ਆ। ਨਹੀਂ ਪਰ ਜਿਹੜੀ ਉਹ ਚੀਜ਼ ਕਰ ਰਿਹਾ ਉਹਦੇ ਚ ਇੱਕ ਬੈਨੀਫਿਟ ਹੈਗਾ। ਕੀ? ਜੇ ਪੀਟਰ ਇੰਜਣ ਨੂੰ ਕੋਈ ਪੁੱਠੇ ਗੇੜੇ ਦੇਵੇ, ਉੱਥੇ ਬੰਦੇ ਇਕੱਠੇ ਹੁੰਦੇ ਨੇ, ਲੈ ਆ ਵੇ ਕਰਨ ਡਿਆ ਇੱਥੇ ਵੀ ਦੇਖੋ ਕੁਛ ਇਹ ਹੋਣ ਡਿਆ ਨਾ, ਉਹ ਕਹਿੰਦੇ ਲੈ ਫਿਰ ਹੁਣ ਇਹਨਾਂ ਦੀ ਖਬਰ ਵੀ ਆ ਗਈ। ਮਤਲਬ ਜੇ ਤੇ ਇਦਾਂ ਹੀ ਆ ਤੇ ਫਿਰ ਜੇ ਤੇ ਆਪਾਂ ਖਬਰਾਂ 'ਚ ਰਹਿਣਾ ਜੀ, ਫਿਰ ਤਾਂ ਜਿੰਨੀਆਂ ਮਰਜ਼ੀ ਬਣਾ ਲਓ, ਉਹ ਤਾਂ ਕਾਂਗਰਸ ਦੀਆਂ ਵੀ ਬਣਨੀ ਨਹੀਂ ਆ ਜੀ। ਪਰ ਜੇ ਆਪਾਂ ਵਾਕਈ ਕੁਝ ਕਰਕੇ ਦਿਖਾਉਣਾ ਤਾਂ ਫਿਰ ਮੇਰੇ ਖਿਆਲ ਨਾਲ ਥੋੜਾ ਬਹੁਤ ਇੱਕ ਨਾ ਚੈੱਕ ਕਰ ਲੈਣਾ ਚਾਹੀਦਾ ਵੀ ਯਾਰ ਹੱਥੀ ਤੇ ਨਹੀਂ ਪੁੱਟੀ ਪਈ ਕਿਤੇ। ਬਿਲਕੁਲ ਸੰਧਾਲੀਆ ਸਾਹਿਬ, ਤੇ ਅੱਜ ਆਪਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਕਲੀਅਰ ਹੋਵੇ ਕਿ ਨਵਜੋਤ ਸਿੰਘ ਸਿੱਧੂ ਨੇ ਲਾਲਸਾ ਵਸ ਕੁਛ ਕੀਤਾ ਜਾਂ ਪੰਜਾਬ ਦੇ ਮੁੱਦੇ ਸੀ, ਕਲੀਅਰ ਚਾਹੀਦਾ। ਦੂਸਰਾ, ਚਾਹੇ ਅੱਜ ਅਕਾਲੀ ਘਰੋਂ ਬਾਹਰ ਜਾ ਕੇ ਚੰਨੀ ਸਾਹਿਬ ਦਾ ਘਰ ਘਿਰਨ ਜਾ ਰਿਹਾ, ਚਾਹੇ ਅਰਵਿੰਦ ਕੇਜਰੀਵਾਲ ਆ ਰਹੇ ਆ, ਤੇ ਚਾਹੇ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਸਮੇਤ ਕੈਪਟਨ ਅਮਰਿੰਦਰ ਸਿੰਘ, ਹਾਈ ਕਮਾਂਡ, ਚੰਨੀ ਸਾਹਿਬ, ਸਿੱਧੂ ਸਾਹਿਬ, ਜਿੰਨੇ ਵੀ ਬੰਦੇ ਨੇ, ਕੋਈ ਵੀ ਸਟੇਟਮੈਂਟ ਦੇਣ, ਕੋਈ ਮੀਟਿੰਗ ਕਰਨ, ਕੋਈ ਫੈਸਲਾ ਕਰਨ, ਤੇ ਬਸ ਇੱਕ ਗੱਲ ਨੂੰ ਧਿਆਨ 'ਚ ਰੱਖਣ ਕਿ ਪੰਜਾਬ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਉਡੀਕਦੇ ਆ, ਕਾਲਜ ਲੈਕਚਰਰ ਉਡੀਕਦੇ ਆ, ਸਬ ਇੰਸਪੈਕਟਰਾਂ ਦੀ ਭਰਤੀ ਦੇ ਪੇਪਰ ਦੇ ਮੁੱਦੇ ਤੇ ਪਿਆ ਰੌਲਾ, ਹਜ਼ਾਰਾਂ ਨੌਜਵਾਨ ਜਿਨ੍ਹਾਂ ਨੇ ਪੇਪਰ ਦਿੱਤਾ ਸੀ, ਉਹ ਨੌਜਵਾਨ ਉਸ ਪੇਪਰ ਦੇ ਮੁੱਦੇ ਦੇ ਉੱਤੇ ਸਪਸ਼ਟੀਕਰਨ ਉਡੀਕਦੇ ਆ। ਆ ਜਿਹੜੇ ਬੀਐਡ ਤੇ ਈਟੀਟੀ ਵਾਲੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਨੇ, ਉਹ ਨੌਕਰੀਆਂ ਉਡੀਕਦੇ ਆ। ਜਿਹੜੇ 18 ਸਾਲਾਂ ਤੋਂ ਕੱਚੇ ਬੈਠੇ ਆ, ਉਹ ਪੂਰੀ ਤਨਖਾਹ ਉਡੀਕਦੇ ਆ। ਗੁਲਾਬੀ ਸੁੰਡੀ ਦੇ ਕਰਕੇ ਝੰਬਿਆ ਤੇ ਹੰਭਿਆ ਜਿਹੜਾ ਪੰਜਾਬ ਦਾ ਕਿਸਾਨ ਹੈ, ਉਹ ਇਨਸਾਫ ਉਡੀਕਦਾ ਕਿ ਬੀਜ ਮਾੜਾ ਸੀ ਕਿ ਸਪਰੇਅ ਮਾੜੀ ਸੀ ਕਿ ਸਾਡੀ ਖਤਾ ਕੀ ਹੈ। ਤੇ ਉਹਦੇ ਤੋਂ ਵੀ ਵੱਡੀ ਗੱਲ, ਜੇ ਇਸ ਨਾਜ਼ੁਕ ਮੌਕੇ ਦੇ ਉੱਤੇ ਵੀ ਦਿੱਲੀ ਬੈਠੇ ਕਿਸਾਨਾਂ ਦਾ ਚੇਤਾ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਨਾ ਆਇਆ, ਫਿਰ ਪੰਜਾਬ ਦੇ ਲੋਕਾਂ ਨੂੰ ਕੁਝ ਹੋਰ ਸੋਚਣਾ ਪਊਗਾ। ਦੇਖੋ ਇਹ ਗੱਲ ਤਾਂ ਵਾਕਈ ਬੜੀ ਕਸੂਤੀ ਆ। ਇਹ ਮੈਂ ਬੇਨਤੀ ਕਰਾਂ ਵੀ ਤੁਸੀਂ ਅੱਜ ਦੀ ਇਹ ਸਾਰੀ ਵਿਚਾਰ ਚਰਚਾ 'ਚੋਂ ਜੋ ਤੁਹਾਡੇ ਮਨ 'ਚ ਹੈ, ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਆਪਣੀ ਟਿੱਪਣੀ ਜ਼ਰੂਰ ਕਰਨੀ, ਐਂਡ ਉਸ ਤੋਂ ਬਾਅਦ ਇਹਨੂੰ ਸ਼ੇਅਰ ਕਰਨਾ ਐਂਡ ਲਾਈਕ ਕਰਨਾ ਨਾ ਭੁੱਲਣਾ। ਇੱਕ ਚੀਜ਼ ਮੈਂ ਇੱਥੇ ਜ਼ਿਕਰ ਕਰਾਂ, ਤੁਸੀਂ ਜਦੋਂ ਇੰਨਾ ਕੁਝ ਕਿਹਾ ਨਾ, ਮੈਨੂੰ ਪਤਾ ਨਹੀਂ ਅਚਾਨਕ ਥਾਣੇ ਬਾਹਰ ਬੈਠੀ ਪੰਚਾਇਤ ਯਾਦ ਆ ਗਈ। ਕਿੱਦਾਂ? ਮਤਲਬ ਪੰਜਾਬ ਦੇ ਲੋਕ ਵਿਚਾਰੇ ਥਾਣੇ ਬਾਹਰ ਬੈਠੀ ਪੰਚਾਇਤ ਅਰਗੇ ਉਹ ਵੀ ਉਡੀਕਦੇ ਹੁੰਦੇ ਵੀ ਅੱਛਾ ਫਿਰ ਕਿੱਦਾਂ, ਪਤਾ ਨਹੀਂ ਥਾਣੇਦਾਰ ਆਏ ਨੂੰ ਤੇ 1.5 ਘੰਟਾ ਹੋ ਗਿਆ, ਮੁੜ ਕੇ ਪਤਾ ਨਹੀਂ ਕੁੰਡਾ ਲਾ ਕੇ ਅੰਦਰ ਹੀ ਬਹਿ ਗਿਆ ਕੋ ਅੰਦਰ ਆ ਸਰਪੰਚ ਗਿਆ ਸੀ, ਫਿਰ ਉਹਨੂੰ ਵੀ ਮੋੜਤਾ ਉਹਨਾਂ ਨੇ, ਹੁਣ ਫਿਰ ਨੰਬਰਦਾਰ ਨੂੰ ਉਡੀਕਦੇ ਆ ਸ਼ਾਇਦ ਜਾਵੇ, ਨਿੱਕਾ ਤੂੰ ਜਾ ਪਤਾ ਲੈ ਕੇ ਆਇਆ ਕਰਾਂ। ਮਤਲਬ ਉਹ ਹਾਲ ਹੈ ਇਸ ਵਕਤ ਪੰਜਾਬ ਦੇ ਲੋਕਾਂ ਦਾ ਹੋਇਆ ਪਿਆ ਵੀ ਭਾਈ ਸਾਹਿਬ ਜੇ ਥਾਣਾ ਮੰਨ ਲਓ ਸਰਕਾਰ ਦਰਬਾਰ ਆ ਵੀ ਉੱਥੇ ਬਹੁਤ ਸਾਰੇ ਮਸਲੇ ਨੇ, ਬਹੁਤ ਸਾਰੇ ਮੁੱਦੇ ਨੇ। ਉਹ ਸਰਪੰਚ ਕਹਿ ਲਓ ਵੀ ਕਦੀ ਕੋਈ ਮੁੱਖ ਮੰਤਰੀ ਬਣ ਕੇ, ਕਦੀ ਕੋਈ ਨਿੱਕਾ ਜਾਂਦਾ ਵੀ ਮੈਂ ਫਲਾਣਾ ਲੀਡਰ ਬਣ ਕੇ, ਕੋਈ ਵਿਰੋਧੀ ਪਾਰਟੀ ਦਾ ਬਣ ਕੇ, ਕੋਈ ਦਸ ਤੁਖ ਜੀ ਲਿਆ ਕੇ ਸੋਚਣ ਦੀ ਗੱਲ ਕਰਦੇ ਵੀ ਕੋਈ ਸਾਡਾ ਵੀ ਫੈਸਲਾ ਕਰਾ ਦਿਓ ਮਹਾਰਾਜ, ਬੈਠੇ ਆ। ਨਹੀਂ, ਬਹੁਤ ਜ਼ਰੂਰੀ ਹੈ। ਜੇ ਅਜੇ ਵੀ ਲੋਕਾਂ ਦਾ ਫੈਸਲਾ ਨਾ ਕਰਾਇਆ, ਜੇ ਅਜੇ ਵੀ ਲੋਕਾਂ ਨੂੰ ਨਾ ਸੱਦਿਆ, ਜੇ ਅਜੇ ਵੀ ਨਿੱਘਾ ਸੱਦਾ ਨਾ ਦਿੱਤਾ, ਫਿਰ ਨਾ ਜੇ ਆਖਿਓ ਲੋਕ ਸਵਾਲ ਪੁੱਛਦੇ ਆ ਤੇ ਝੰਡੀਆਂ ਕਾਲੀਆਂ ਦਿਖਾਉਂਦੇ ਆ ਤੇ ਗੱਡੀ ਦੇ ਮੂਹਰੇ ਖੜ ਕੇ ਰੋਕ ਲੈਂਦੇ ਆ। ਹਾਂ, ਪਰ ਇੰਨਾ ਫਰਕ ਹੈਗਾ ਵੀ ਮਤਲਬ ਥਾਣੇਦਾਰ ਸਾਹਿਬ ਜਦੋਂ ਬਾਹਰ ਨਿਕਲਦੇ ਉਦੋਂ ਫਿਰ ਪੰਚਾਇਤ ਵਾਲੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੁੰਦੇ ਆ, ਇੱਧਰ ਲੀਡਰ ਜਦੋਂ ਬਾਹਰ ਨਿਕਲਦੇ ਅਗਲਾ ਫਿਰ ਲੀਡਰ ਬਾਹਰ, ਉਹ ਯਾਰ ਬੰਦੇ ਜੇ ਬਾਹਰ ਬੈਠੇ ਉਹ ਸਤਿ ਸ੍ਰੀ ਅਕਾਲ ਬੁਲਾਉਣਗੇ ਕਿ ਸਤਿ ਸ੍ਰੀ ਅਕਾਲ ਹੀ ਬੁਲਾ ਦੇਣਗੇ। ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਸਾਡੇ ਤੱਕ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।